देखो अपने पिछले ਲੈਕਚਰ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਸੀ ਇਲੈਕਟ੍ਰਿਕ ਬਲਬ ਐਂਡ ਹੀਟਰ ਜੋ ਹੁੰਦੇ ਨੇ ਇਹ ਆਪਣੇ ਕੋਲ ਇੱਕ ਤਾਂ ਇਹਨਾਂ ਦੇ ਪਾਵਰ ਰੇਟਡ ਹੁੰਦੇ ਨੇ, ਰੇਟ ਕੀਤਾ ਹੁੰਦਾ ਇਹਨਾਂ ਦੇ ਉੱਪਰ। ਜਿਵੇਂ ਆਪਾਂ ਬਲਬ ਲੈਣ ਜਾਂਦੇ ਆ ਦੁਕਾਨ ਤੇ ਕੋਈ ਬਲਬ ਲੈ ਕੇ ਆਨੇ ਆ ਤੇ ਬਲਬ ਦੇ ਉੱਪਰ ਲਿਖਿਆ ਹੁੰਦਾ ਵੀ ਉਹ ਇੰਨਾ ਮਤਲਬ ਇੰਨੇ ਵਾਟ ਦਾ ਹੈ, 100 ਵਾਟ ਦਾ ਹੈ, ਜੋ ਵੀ ਹੈ। ਤੇ ਆਪਣੇ ਇੰਡੀਆ ਦੇ ਵਿੱਚ ਜਿਵੇਂ ਵਾਟ ਲਿਖਿਆ ਹੁੰਦਾ ਪਰ ਵੋਲਟ ਨਹੀਂ ਲਿਖਿਆ ਹੁੰਦਾ, ਕਿਉਂਕਿ ਆਪਣੇ ਘਰਾਂ 'ਚ ਸਾਨੂੰ ਪਤਾ 220 ਵੋਲਟ ਦੀ ਸਪਲਾਈ ਹੁੰਦੀ ਹੈ ਜਿਹੜੀ ਆਪਾਂ ਯੂਜ਼ ਕਰਦੇ ਮੰਨ ਲਓ, ਠੀਕ ਹੈ। ਅਮਰੀਕਾ 'ਚ 110 ਵੋਲਟ ਦੀ ਹੁੰਦੀ ਹੈ, ਹੋਰ ਕਈ ਦੇਸ਼ਾਂ 'ਚ ਕੁਝ ਹੋਰ ਹੁੰਦੀ ਹੋਣੀ, ਚਲੋ ਉਹ ਆਪਣੇ ਲਈ ਮੈਟਰ ਨਹੀਂ ਕਰਦਾ ਹਲੇ। ਤੇ ਅਦਰਵਾਈਜ਼ ਕੀ ਹੁੰਦਾ ਕਿ ਨਾਲ ਜੇ ਬਲਬ ਜਾਂ ਹੀਟਰ ਕੁਝ ਹੋਵੇ ਤੇ ਉਹਦੇ ਨਾਲ ਹੀਟਰ ਹੋਵੇ ਕੋਈ ਤੇ ਉਹਦੇ ਨਾਲ ਉਹਦੀ ਰੇਟਡ ਪਾਵਰ ਤੇ ਵੋਲਟੇਜ ਦੋਨੋਂ ਗਿਵਨ ਹੋ ਸਕਦੀ ਹੈ। ਹੋ ਸਕਦਾ ਤੁਹਾਨੂੰ ਕਹਿ ਦੇਣ ਕਿ ਵੀ 1000 ਵਾਟ ਦਾ ਇਹ ਹੀਟਰ ਹੈ ਤੇ 100 ਵੋਲਟ ਤੇ ਆਪਾਂ ਇਹਨੂੰ ਜੇ ਅਪਲਾਈ ਕਰਾਂਗੇ, ਜੇ 100 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਇਹਦੇ ਅਕ੍ਰੋਸ ਦਵਾਂਗੇ ਤਾਂ 1000 ਵਾਟ ਦਾ ਹੈ ਮਤਲਬ। ਇਸ ਲਈ ਜਦੋਂ ਪਾਵਰ ਰੇਟ ਹੁੰਦੀ ਹੈ, ਪਾਵਰ ਦੇ ਨਾਲ ਨਾਲ ਵੋਲਟੇਜ ਵੀ ਰੇਟਡ ਹੁੰਦੀ ਹੈ। ਮਤਲਬ ਇਹ ਕਿ ਆਹ ਵਾਲਾ ਬਲਬ ਜੇ ਮੈਂ ਇਹਦੇ ਅਕ੍ਰੋਸ 220 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਦਵਾਂਗਾ ਤਾਂ ਇਹ ਮੈਨੂੰ ਆਊਟਪੁੱਟ ਪਾਵਰ ਕਿੰਨੀ ਦੇਗਾ, 100 ਵਾਟ ਦੀ ਦੇਗਾ। ਪਾਵਰ ਆਊਟਪੁੱਟ ਮਤਲਬ ਕਿ ਜੋ ਆਬਵੀਅਸਲੀ ਵੈਸੇ ਤਾਂ ਵਿੱਚ ਹੀਟਿੰਗ ਵੀ ਹੁੰਦੀ ਹੈ, ਲਾਈਟ ਵੀ ਹੁੰਦੀ ਹੈ, ਆਪਾਂ ਓਵਰਆਲ ਟੋਟਲ ਗੱਲ ਕਰ ਰਹੇ ਜਿੰਨੀ એનર્ਜੀ ਇਹ ਚ ਪ੍ਰੋਡਿਊਸ ਹੋਏਗੀ ਜਾਂ ਇਹ ਕੰਜ਼ਿਊਮ ਕਰੇਗਾ। ਇਸ ਤਰ੍ਹਾਂ ਹੀਟਰ ਵੀ ਜਿਹੜਾ ਹੈ, ਹੀਟਰ ਜੇ ਆਪਾਂ 100 ਵੋਲਟ ਤੇ ਇੱਥੇ ਲਾਵਾਂਗਾ ਮੈਂ, ਹਨਾ, ਤਾਂ ਮੈਨੂੰ 1000 ਵਾਟ ਦਾ ਹੋਏਗਾ ਇਹ। ਸੋ ਇਹ ਰੇਟਡ ਪਾਵਰ ਹੁੰਦੀ ਹੈ ਜਿਹੜੀ ਆਪਣੇ ਨਾਲ ਰੇਟ ਕੀਤੀ ਹੁੰਦੀ ਹੈ। ਉਹ ਉਸ ਟਾਈਮ ਮਿਲਦੀ ਹੈ, ਉਦੋਂ ਮਿਲਦੀ ਹੈ ਜਦੋਂ ਸਾਨੂੰ ਅਸੀਂ ਉਹਦੇ ਅਕ੍ਰੋਸ ਉਨਾ ਵੋਲਟੇਜ ਦਿੰਨੇ ਆ ਜਿੰਨਾ ਵੋਲਟੇਜ ਉਹਦੇ ਨਾਲ ਰੇਟ ਕੀਤਾ ਹੁੰਦਾ ਹੈ, ਠੀਕ ਹੈ। ਪਰ ਅਗਰ ਤੁਸੀਂ ਇਸੇ ਬਲਬ ਨੂੰ 220 ਵੋਲਟ ਤੋਂ ਘੱਟ ਤੇ ਲਗਾਓਗੇ ਤਾਂ ਤੁਹਾਨੂੰ ਪਾਵਰ 100 ਵਾਟ ਨਹੀਂ ਮਿਲੇਗੀ। ਇਹੀ ਹੀਟਰ ਨੂੰ ਜੇ ਤੁਸੀਂ 100 ਵੋਲਟ ਤੋਂ ਘੱਟ ਤੇ ਲਗਾਓਗੇ, ਘੱਟ ਵੋਲਟੇਜ ਅਪਲਾਈ ਕਰੋਗੇ ਇਹਦੇ ਅਕ੍ਰੋਸ, ਤਾਂ ਤੁਹਾਨੂੰ 1000 ਵਾਟ ਦੀ ਪਾਵਰ ਆਊਟਪੁੱਟ ਨਹੀਂ ਮਿਲੇਗੀ। ਇਹ ਰੇਟਡ ਪਾਵਰ ਹੈ। ਸੋ ਆਪਾਂ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਕਿਵੇਂ ਡੀਲ ਕਰਦੇ ਹਾਂ ਜਦੋਂ ਆਪਾਂ ਨੂੰ ਸਰਕਟਸ 'ਚ ਯੂਜ਼ ਕਰਦੇ ਹਾਂ। ਸਰਕਟਸ ਦੇ ਵਿੱਚ then we consider bulb or heater जो भी होवे as resistors only। ਇਹ resistors ਨੇ, ਬਸ ਇਹਨਾਂ ਦੀ resistance ਹੈ ਤੇ resistance ਇਹਨਾਂ ਦੀ ਸਾਨੂੰ ਇਹਨਾਂ ਦੀ ਰੇਟਿੰਗ ਤੋਂ ਪਤਾ ਲੱਗ ਜਾਂਦੀ ਹੈ। ਤੇ ਤੁਹਾਨੂੰ ਪਤਾ ਹੈ ਕਿ ਪਾਵਰ ਜਿਹੜੀ ਹੈ ਉਹਦੀ v ਸਕੁਅਰ ਓਵਰ r, ਦੈਨ ਜਿਹੜੀ resistance ਹੋਏਗੀ ਕਿਸੇ ਵੀ ਹੀਟਰ ਦੀ ਉਹਦੀ ਸਾਨੂੰ ਪਤਾ ਲੱਗ ਜਾਂਦੀ v ਸਕੁਅਰ ਓਵਰ p। ਤੇ ਜਦੋਂ ਰੈਜ਼ਿਸਟੈਂਸ ਪਤਾ ਲੱਗ ਜਾਂਦੀ ਹੈ, ਤੁਸੀਂ ਦੇਖੋ ਹੁਣ ਇਹਦੇ ਵਿੱਚ ਕੀ ਆ ਕਿ ਮਤਲਬ ਇਹਦਾ ਇਹ ਹੈ ਕਿ ਜੇ ਤੁਸੀਂ ਉਹਦੇ ਅਕ੍ਰੋਸ ਵੋਲਟੇਜ ਬਦਲੋਗੇ ਤਾਂ ਪਾਵਰ ਬਦਲ ਜਾਏਗੀ ਵੋਲਟੇਜ ਦੇ ਡਿਪੈਂਡ, ਕਿਉਂਕਿ ਰੈਜ਼ਿਸਟੈਂਸ ਤਾਂ ਬਦਲੇਗੀ ਨਹੀਂ, ਰੈਜ਼ਿਸਟੈਂਸ ਤਾਂ ਸੇਮ ਹੈ। ਮੰਨ ਕੇ ਚੱਲ ਰਹੇ ਆਪਾਂ ਰੈਜ਼ਿਸਟੈਂਸ ਕਾਂਸਟੈਂਟ ਹੈ, ਯਾਨੀ ਕਿ ਉਹ ਹੀਟਿੰਗ ਦੇ ਨਾਲ ਆਬਵੀਅਸਲੀ ਵੀ ਬਦਲਦੀ ਹੈ, ਪਰ ਸਟਿਲ ਆਪਾਂ ਇੱਥੇ ਮੰਨ ਕੇ ਚੱਲ ਰਹੇ ਵੀ ਆਰ ਕਾਂਸਟੈਂਟ ਹੈ, ਪੀ ਤੇ ਵੀ ਦੂਜੇ ਤੇ ਡਿਪੈਂਡ ਕਰ ਰਹੇ ਨੇ। ਸੋ ਜਦੋਂ ਵੋਲਟੇਜ 100 ਵੋਲਟ ਹੈ ਇੱਥੇ ਉੱਪਰ, ਜਿਵੇਂ ਹੀਟਰ ਦੀ ਗੱਲ ਕਰ ਰਿਹਾ ਮੈਂ, ਤਾਂ ਪਾਵਰ 1000 ਵਾਟ ਆ ਰਹੀ ਹੈ। ਜਾਂ ਫਿਰ ਅਗਰ ਇੱਥੇ ਬਲਬ ਦੀ ਗੱਲ ਕਰਾਂ 220 ਵੋਲਟ ਹੈ ਅਗਰ ਵੋਲਟੇਜ, ਤਾਂ ਪਾਵਰ 100 ਵਾਟ ਆ ਰਹੀ ਹੈ। ਉੱਥੋਂ ਸਾਨੂੰ ਰੈਜ਼ਿਸਟੈਂਸਿਸ ਮਿਲ ਜਾਂਦੀਆਂ ਨੇ ਇਹਨਾਂ ਦੀਆਂ। ਤੇ ਫਿਰ ਜੋ ਸਰਕਟ 'ਚ ਤੁਸੀਂ ਇਹਨੂੰ ਵਰਤਦੇ ਹੋ, ਯੂਜ਼ ਕਰਦੇ ਹੋ, ਤਾਂ ਇਹਨਾਂ ਦੀ ਪਾਵਰ ਜਾਂ ਇਹਨਾਂ ਦਾ ਕੋਈ ਸੈਂਸ ਨਹੀਂ ਬਣਦੀ, ਕਿਉਂਕਿ ਇਹ ਤਾਂ ਇਸ ਵੋਲਟੇਜ ਤੇ ਇੰਨੀ ਪਾਵਰ ਹੈ ਨਾ, ਇਸ ਵੋਲਟੇਜ ਸਾਨੂੰ ਉਹਨਾਂ ਵੋਲਟੇਜ ਮਿਲੇਗਾ ਹੀ ਨਹੀਂ ਸਰਕਟ 'ਚ, ਕੀ ਪਤਾ। ਸੋ ਅਸੀਂ ਰੈਜ਼ਿਸਟੈਂਸ ਨੂੰ ਯੂਜ਼ ਕਰਦੇ ਹਾਂ। ਸੋ ਵੀ consider this bulb or heater as resistors। ਇਹ ਬੜੀ ਇੰਪੋਰਟੈਂਟ ਗੱਲ ਹੈ। ਹੁਣ ਜਿਵੇਂ ਆਪਾਂ ਕੁਐਸਚਨ ਦੇਖਦੇ ਹਾਂ, ਕੋਈ ਮੰਨ ਲਓ ਆਪਣੇ ਕੋਲ 3 ਬਲਬਸ ਨੇ, ਠੀਕ ਹੈ, 3 ਬਲਬ ਨੇ ਜਿਹੜੇ, ਆ ਬਲਬ ਹੈ ਇੱਕ, ਦੂਸਰਾ ਬਲਬ ਹੈ, ਤੀਸਰਾ ਬਲਬ ਹੈ। ਤੇ ਤਿੰਨੋਂ ਬਲਬਸ ਦੀ ਰੇਟਿੰਗ ਕੀ ਹੈ, ਇਹ ਹੈ ਕਿ 60 ਵਾਟ ਦਾ ਬਲਬ ਹੈ, ਇਹ 40 ਵਾਟ ਦਾ ਬਲਬ ਹੈ, ਤੇ ਇਹ 100 ਵਾਟ ਦਾ ਬਲਬ ਹੈ, ਠੀਕ ਹੈ। ਐਂਡ the rated voltage is, ਜਿਹੜੇ ਵੋਲਟੇਜ ਮੈਂ ਨਾਲ ਲਿਖਨੇ ਆ, rated voltage is of all bulbs is same। ਹੁਣ ਉਹ ਕੁਝ ਵੀ ਹੋ ਸਕਦਾ ਹੈ, 220 ਵੋਲਟ ਹੋ ਸਕਦਾ ਹੈ, 100 ਵੋਲਟ ਹੋ ਸਕਦਾ ਹੈ, ਆਪਾਂ ਉਹਦੀ ਟੈਨਸ਼ਨ ਨਹੀਂ ਲੈ ਰਹੇ ਹਲੇ। ਸੋ ਆ 60 ਵਾਟ, 40 ਵਾਟ, 100 ਵਾਟ ਇਹ ਰੇਟਡ ਹੈ, ਮਤਲਬ ਇਹ ਇਹਨਾਂ ਦੀ ਉਹ ਪਾਵਰ ਹੈ ਜੋ ਉਦੋਂ ਮਿਲੇਗੀ ਜਦੋਂ ਉਨਾ ਵੋਲਟੇਜ ਅਪਲਾਈ ਕੀਤਾ ਜਾਏਗਾ ਜੋ ਇਥੇ ਰੇਟ ਕੀਤਾ ਹੈ। ਜਿਵੇਂ 100 ਵੋਲਟ ਹੈ ਜਾਂ ਕੁਝ 20 ਵੋਲਟ ਲਾ ਲਓ, 20 here it is also v also। ਹੁਣ ਉਹ ਕਹਿ ਰਹੇ ਨੇ, ਸਵਾਲ ਕੀ ਹੈ, if we connect them
if we connect them in series, अगर बल्ब सारे सीरीज लगा दे अपन, then which bulb will give maximum power output? Maximum power output. आ सवाल है। सो ਅਸੀਂ अच्छा अपने घरां ਵਿੱਚ ਜਿਹੜੇ ਆਪਣੇ ਬਲਬ ਲੱਗੇ ਹੁੰਦੇ ਨੇ ਸਾਰੇ, ਜ਼ਿਆਦਾਤਰ ਬਲਬ ਹੀਟਰ ਕੁਝ ਵੀ, ਉਹ ਕਿਹਦੇ ਚ ਲੱਗੇ ਹੁੰਦੇ ਨੇ, ਸੀਰੀਜ਼ ਚ ਕਿ ਪੈਰਲਲ ਚ? ਪਤਾ ਨਹੀਂ, ਇਹ ਗੱਲ ਤਾਂ 10th ਕਲਾਸ ਚ ਪੜਾਈ ਹੋਣੀ ਹੈ ਕਿ ਸਭ ਪੈਰਲਲ ਚ ਲੱਗਿਆ ਹੁੰਦਾ, ਇਸ ਲਈ ਜੋ 220 ਵੋਲਟ ਬਾਹਰੋਂ ਆਉਂਦਾ ਹੈ ਉਹ ਸਾਰਿਆਂ ਨੂੰ ਮਿਲਦਾ ਹੈ। ਯਾਨੀ ਕਿ ਅਗਰ 20 ਵੋਲਟ ਇੱਥੇ 220 ਵੋਲਟ ਹੋਵੇ, ਮੰਨ ਲਓ ਮੈਂ ਆਪਣੇ ਘਰੇ ਬਲਬ ਲਗਾਵਾਂ ਤਾਂ ਇਹ ਬਲਬਸ ਦੇ ਵਿੱਚ 20 ਜਿਹੜਾ ਹੈ ਉਹ ਸੇਮ ਹੀ ਹੋਏਗਾ ਸਾਰਿਆਂ ਦੇ ਲਈ, ਕਿਉਂਕਿ ਸਭ ਪੈਰਲਲ ਚ ਹੀ ਲੱਗੇ ਹੋਣਗੇ। ਸੋ ਉੱਥੇ ਆਬਵੀਅਸਲੀ ਉਹ ਜੇ ਵੀ ਉਹ ਇੰਨਾ ਹੀ ਹੈ ਜਿੰਨਾ ਇਹਨਾਂ ਨੇ ਰੇਟ ਕੀਤਾ ਹੈ, ਤਾਂ ਇਹ ਆਪਣੀ ਵਾਟੇਜ ਦੇ ਹਿਸਾਬ ਨਾਲ ਜੋ ਰੇਟ ਕੀਤਾ ਹੈ ਉਸ ਹਿਸਾਬ ਨਾਲ ਪਾਵਰ ਦੇਣਗੇ। ਪਰ ਅਸੀਂ ਕੀ ਕੀਤਾ, ਅਸੀਂ ਤਾਂ ਕੰਮ ਹੋਰ ਕੁਝ ਕਰਤਾ, ਅਸੀਂ ਤਾਂ ਇਹਨਾਂ ਨੂੰ ਚੱਕ ਕੇ ਸੀਰੀਜ਼ 'ਚ ਲਗਾਤਾ ਤਿੰਨੋਂ ਬਲਬ ਨੂੰ। ਸੋ ਬਲਬ ਨੂੰ ਜੇ ਸੀਰੀਜ਼ 'ਚ ਲਗਾ ਦਿੰਨੇ ਆ, इधर पहला बल्ब है, दूसरा, तीसरा, तीनों बल्ब आप सीरीज से लगाते। सीरीज ਦੇ ਵਿੱਚ ਵੋਲਟੇਜ ਕਾਂਸਟੈਂਟ ਨਹੀਂ ਹੁੰਦਾ, ਕੀ ਕਾਂਸਟੈਂਟ ਹੁੰਦਾ? ਕਰੰਟ ਕਾਂਸਟੈਂਟ ਹੁੰਦਾ, ਯਾਨੀ ਕਿ ਸਾਰਿਆਂ ਦੇ ਵਿੱਚੋਂ ਹੁਣ ਕਰੰਟ ਸੇਮ ਪਾਸ ਕਰੇਗਾ। ਤੇ ਹੁਣ ਜੇ ਤੁਸੀਂ ਗੱਲ ਕਰੋ ਇਹਨਾਂ ਦੀ, ਜੇ V ਜਿਹੜਾ ਰੇਟਡ ਵੋਲਟੇਜ ਸੇਮ ਹੈ ਤਾਂ ਰੈਜ਼ਿਸਟੈਂਸ ਅਗਰ ਪਤਾ ਕਰਨੀ ਹੋਵੇ ਅਸੀਂ, ਜਿਹੜੀ ਕਿ ਅਸੀਂ ਕਰਦੇ ਆ V²/P, ਇਹ ਰੇਟਡ ਪਾਵਰ ਹੁੰਦੀ ਹੈ ਤੇ ਵੋਲਟੇਜ ਜਾਂ ਫਿਰ ਕੁਝ ਹੋਰ ਹੁੰਦਾ ਹੈ? ਰੇਟਡ ਹੀ ਹੁੰਦਾ ਨਾ, ਇਹਦਾ ਜੋ ਰੇਟ ਗਿਵਨ ਹੁੰਦਾ ਨਾਲ ਉਹੀ ਹੁੰਦਾ ਹੈ ਨਾ, V²/P ਕਰਕੇ ਆਪਾਂ ਨੂੰ ਰੈਜ਼ਿਸਟੈਂਸ ਮਿਲਦੀ। ਤਾਂ ਮਤਲਬ V ਤਾਂ ਸਾਰਿਆਂ ਦੇ ਅਕ੍ਰੋਸ, ਮਤਲਬ ਜਿਵੇਂ ਸਾਰਿਆਂ ਦਾ ਰੇਟਡ ਵੋਲਟੇਜ ਸੇਮ ਸੀਗਾ ਸਰ, ਸਾਰੀ ਹੀ ਰੈਜ਼ਿਸਟਰਸ ਦਾ ਰੇਟਡ ਵੋਲਟੇਜ ਸੇਮ ਸੀਗਾ, पर जिदी पावर ज्यादा है ओदा रेजिस्टेंस घट है। सो यानी जे मैं कहां कि एदा रेजिस्टेंस है R100 100 वाट वाले दा, एदा R40, एदा R60, ਤਾਂ ਜਿਹਦੀ ਰੈਜ਼ਿਸਟੈਂਸ ਹੋਏਗੀ ਤੇ ਰੈਜ਼ਿਸਟੈਂਸ R40 ਵਾਲੇ ਦੀ ਉਹ ਜ਼ਿਆਦਾ ਹੋਏਗੀ, ਫਿਰ R60 ਦੀ ਹੋਏਗੀ, ਫਿਰ R100 ਦੀ ਹੋਏਗੀ। ਆ ਗੱਲ ਕਲੀਅਰ ਹੈ ਸਭ ਨੂੰ? ਯੈਸ ਸਰ। Yes sir. ਹੁਣ ਜਦੋਂ ਤੁਸੀਂ ਕੰਪੇਅਰ ਕਰਨਾ ਹੋਵੇ ਤਿੰਨਾਂ ਦੀ ਪਾਵਰ ਆਉਟਪੁੱਟ ਨੂੰ, ਤੇ ਜੇ ਤੁਸੀਂ ਉਹਨਾਂ ਨੂੰ ਸੀਰੀਜ਼ 'ਚ ਲਗਾਇਆ ਹੋਵੇ ਤਾਂ ਪਾਵਰ ਦਾ ਕਿਹੜਾ ਫਾਰਮੂਲਾ ਲਗਾਉਣਾ ਚਾਹੀਦਾ ਹੈ, V²/R ਵਾਲਾ ਜਾਂ I²/R ਵਾਲਾ, ਤੇ ਕਿਉਂ? ਅਗਰ ਤੁਸੀਂ ਤਿੰਨਾਂ ਨੂੰ ਸੀਰੀਜ਼ 'ਚ ਲਗਾਇਆ ਤਾਂ ਆਹ ਫਾਰਮੂਲਾ ਲਗਾਵਾਂਗੇ, ਕਿਉਂਕਿ ਇੱਥੇ ਫਿਰ ਕਰੰਟ ਸੇਮ ਰਹੇਗਾ ਤਿੰਨਾਂ ਦੇ ਲਈ ਤੇ ਤਿੰਨਾਂ ਦੀ ਰੈਜ਼ਿਸਟੈਂਸ ਦੇ ਹਿਸਾਬ ਨਾਲ ਪਾਵਰ ਆਉਟਪੁੱਟ ਆ ਜਾਏਗੀ, ਹਨਾ? Yes sir. अगर पैरेलल च लगाया फिर ए ही वरतो, फिर वोल्टेज सेम रहेगा ਤਿੰਨਾਂ ਦੇ ਲਈ, फिर रेजिस्टेंस ਦੇ ਹਿਸਾਬ ਨਾਲ ਪਾਵਰ ਆਉਟਪੁੱਟ ਦੇਖ ਲਾਂਗੇ। ਹੁਣ ਤੇ रेजिस्टेंस ਦਾ ਤੁਹਾਨੂੰ ਪਤਾ ਹੈ, रेजिस्टेंस 40 ਵਾਲੇ ਦੀ ਸਭ ਤੋਂ ਜ਼ਿਆਦਾ ਆ, ਤਾਂ ਫਿਰ ਪਾਵਰ ਆਉਟਪੁੱਟ ਕਿਹਦੀ ਸਭ ਤੋਂ ਜ਼ਿਆਦਾ ਹੋਏਗੀ? 40 ਵਾਲੇ। ਹਾਂ 40 ਵਾਲੇ ਦੀ। ਇਹਦਾ ਮਤਲਬ ਪਾਵਰ ਆਉਟਪੁੱਟ ਜਿਹੜਾ ਹੋਏਗਾ 40 ਵਾਟ ਵਾਲੇ ਦਾ ਹੋਏਗਾ ਉਹ ਮੈਕਸਿਮਮ। ਸੋ ਇੱਥੇ ਕਿਉਂਕਿ ਉਹਨਾਂ ਨੇ ਬੇਸਿਕਲੀ ਕੁਐਸਚਨ ਕੁਝ ਨਹੀਂ ਹੈ, ਮੈਕਸਿਮਮ ਮਿਨੀਮਮ ਹੀ ਦੇਖਣਾ ਸੀ, ਆਪਾਂ ਬਸ ਆ ਦੇਖਿਆ, ਆਪਾਂ ਐਗਜ਼ੈਕਟਲੀ ਕੈਲਕੂਲੇਟ ਕੁਝ ਕੀਤਾ ਹੀ ਨਹੀਂ। ਅਦਰਵਾਈਜ਼ ਆਪਾਂ ਨੂੰ ਐਗਜ਼ੈਕਟਲੀ ਕੈਲਕੂਲੇਟ ਕਰਨਾ ਵੀ ਆਂਦਾ ਹੈ ਤੇ ਆਪਾਂ ਐਗਜ਼ੈਕਟਲੀ ਕੈਲਕੂਲੇਟ ਵੀ ਕਰ ਸਕਦੇ ਹਾਂ। ਦੱਸੋ ਗੱਲ ਸਮਝ ਲੱਗੀ ਕਿ ਨਹੀਂ? Yes sir. Yes sir. ਠੀਕ ਹੈ। ਤੇ ਅਗਰ ਮੈਂ ਇਹਨਾਂ ਨੂੰ ਪੈਰਲਲ ਚ ਲਗਾ ਦਿੰਦਾ ਤੇ ਪੈਰਲਲ ਚ ਸਾਰਿਆਂ ਨੂੰ ਵੋਲਟੇਜ ਦਿੰਦਾ ਕੋਈ ਵੀ 20, ਤਾਂ ਫਿਰ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਪਾਵਰ ਆਉਟਪੁੱਟ ਕਿਹਦੀ ਆਣੀ ਸੀ? R100. R100 ਦੀ, ਜਿਹਦੀ ਰੇਟਿੰਗ ਸਭ ਤੋਂ ਜ਼ਿਆਦਾ ਹੈ, ਕਿਉਂਕਿ ਉਹਦੀ ਰੈਜ਼ਿਸਟੈਂਸ ਸਭ ਤੋਂ ਇੱਥੇ ਘੱਟ ਹੈ ਤੇ ਫਿਰ ਆਪਣੀ ਪਾਵਰ ਸਭ ਤੋਂ ਜ਼ਿਆਦਾ ਆਣੀ ਸੀ ਅਗਰ V ਸੇਮ ਰਹਿੰਦਾ ਤਾਂ। ਸੋ ਇੱਥੇ ਕਈ ਵਾਰ ਕਨਫਿਊਜ਼ਨ ਤਾਂ ਹੁੰਦਾ ਹੈ ਬੱਚਿਆਂ ਨੂੰ ਕਿ ਅਗਰ ਪਾਵਰ ਦਾ ਕਿਹੜਾ ਫਾਰਮੂਲਾ ਯੂਜ਼ ਕਰੀਏ, ਤਾਂ ਯਾਦ ਰੱਖਣਾ ਕਿ ਅਗਰ ਰੈਜ਼ਿਸਟੈਂਸਿਸ ਪਤਾ ਲੱਗ ਜਾਣ ਤਾਂ ਤੁਸੀਂ ਪਾਵਰ ਆਉਟਪੁੱਟ ਕੰਪੇਅਰ ਕਰ ਸਕਦੇ ਹੋ ਇਹਨਾਂ ਨੂੰ ਫਾਰਮੂਲੇ ਨੂੰ ਯੂਜ਼ ਕਰਕੇ। ਕਲੀਅਰ ਹੈ? Yes sir. ਤਾਂ ਸਾਨੂੰ ਇੱਥੇ ਗੱਲ ਵੈਸੇ ਪਤਾ ਲੱਗ ਗਈ ਕਿ ਸੀਰੀਜ਼ ਵਿੱਚ ਨੋਟ ਲਿਖ ਲਓ, ਬਲਕਿ ਸਾਰਿਆਂ ਨੇ ਲਿਖੋ, ਤੁਸੀਂ ਸਾਰਿਆਂ ਨੇ ਨੋਟ लिखो। If bulbs of different power ratings, if bulbs of different power ratings, एक ਹੁੰਦੀ ਹੈ ਪਾਵਰ ਰੇਟਿੰਗ, ਇੱਕ ਹੁੰਦੀ ਹੈ ਪਾਵਰ ਜਿਹੜੀ ਐਕਚੁਅਲ ਵਿੱਚ ਅਸਲ ਵਿੱਚ ਜੋ ਸਿਸਟਮ ਵਿੱਚ ਤੁਹਾਨੂੰ ਮਿਲ ਰਹੀ ਹੈ, are connected in series,
are connected in series with a battery, then maximum output power, is given by lowest rated bulb, ठीक है ना, obviously power rated bulb। ਐਂਡ ਜੇ ਤੁਸੀਂ ਕਰਦੇ ਹੋ ਉਹਦੇ ਵਿੱਚ ਜੇ ਇਹਨਾਂ ਨੂੰ ਪੈਰਲਲ ਚ ਲਗਾਉਣਾ ਤਾਂ ਤੁਹਾਨੂੰ ਪਤਾ ਫਿਰ ਡਿਫਰੈਂਟ ਹੋਏਗਾ, ਉਹ ਤੁਸੀਂ ਰੈਜ਼ਿਸਟੈਂਸ ਤੋਂ ਅੰਦਾਜ਼ਾ ਲਗਾ ਸਕਦੇ ਜਿਵੇਂ ਮੈਂ ਹੁਣੀ ਤੁਹਾਡੇ ਨਾਲ ਗੱਲ ਕੀਤੀ ਹੈ, ਗੱਲ ਕਲੀਅਰ ਹੋ ਗਈ। ਠੀਕ ਹੈ ਜੀ, ਗੱਲ ਹੁਣ ਕੈਲਕੂਲੇਸ਼ਨ ਵੀ ਕਰ ਸਕਦੇ ਆ, ਕੈਲਕੂਲੇਸ਼ਨ ਦਾ ਦੇਖੋ ਇਹ ਬਹੁਤ ਸਿੰਪਲ ਸਰਕਟਸ ਨੇ, ਇਹਨਾਂ ਵਿੱਚ ਰੈਜ਼ਿਸਟੈਂਸ ਚ ਕਨਵਰਟ ਕਰਤਾ ਤੁਸੀਂ ਇਹਨਾਂ ਨੂੰ, ਤੁਸੀਂ ਬਲਬ ਜਾਂ ਹੀਟਰ ਦੇਖ ਹੀ ਨਹੀਂ ਰਹੇ, ਤੁਹਾਨੂੰ ਰੈਜ਼ਿਸਟਰ ਦਿਖ ਰਿਹਾ ਬਸ, ਤੇ ਸਿੰਪਲ ਸਰਕਟਸ ਨੂੰ ਸੋਲਵ ਕਰਨਾ ਤੁਹਾਨੂੰ ਆਉਂਦਾ ਹੈ, ਸੀਰੀਜ਼ ਪੈਰਲਲ ਇਹ ਉਹ ਸਭ ਕੁਝ ਹੁਣੇ ਆਪਾਂ ਕੀਤਾ ਇਹਨਾਂ। ਹੁਣ ਜਿਵੇਂ ਇੱਕ ਕੁਐਸਚਨ ਹੋਰ ਲਿਖੋ, ਦੇਖੋ consider two bulbs, एक आ बल्ब है एक आ बल्ब है, लो जी ਇਹਦੀ ਰੇਟਿੰਗ ਹੈਗੀ ਆ 100 ਵਾਟ ਤੇ 200 ਵੋਲਟ, ਇਹਦੀ ਰੇਟਿੰਗ ਹੈਗੀ ਆ 200 ਵਾਟ ਤੇ 200 ਵੋਲਟ, ਸੋ 200 ਵੋਲਟ ਦੋਨੇ, ਪਰ 100 ਵਾਟ ਦਾ ਹੈ 200 ਵਾਟ ਦਾ ਬਲਬ ਹੈ, ਠੀਕ। And if they are connected in series, if these bulbs are connected in series, find actual power output of each बल्ब, हर एक दोनों बल्ब्स दा मैक्सिमम तुसी पावर आउट सॉरी एक्चुअल पावर आउटपुट दसना है if they are connected in series, if they are if the system छोटो रहने तो लोड मैं डायग्राम भी दिखा देना, तो गिवन है अपन डायग्राम मान लो आ गिवन है, आ वाला बल्ब है एक अपना 100 वाट वाला, 200 वोल्ट, आ वाला बल्ब है अपने को 200 वाट का, ये भी 200 वोल्ट, ते इन्होंने अक्रॉस आप लगाया एक बैटरी, वो भी 200 वोल्ट की लगाई है। हम तुम आना सोचे 200 वोल्ट लगाइए तो बराबर नहीं, ये 200 वोल्ट इन्होंने दोनों बल्ब को अलग अलग थोड़ी मिल रहा वा, है ना, सीरीज तो ये अलग अलग होएगा ना, 200 वोल्ट में कुछ वोल्ट इतने ड्रॉप होएगा, कुछ इतने ड्रॉप होएगा, अलग अलग ड्रॉप होएगा, इतने करंट सेम होएगा। सो सब तो पहला इस क्वेश्चन ਨੂੰ ਜੇ ਤੁਸੀਂ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਬਲਬਸ ਦੀ ਜਗ੍ਹਾ ਤੇ ਇਹ ਬਲਬ ਨੂੰ ਕਿਹਦੇ ਨਾਲ ਰਿਪਲੇਸ ਕਰਨਾ ਪੈਣਾ, ਰੈਜ਼ਿਸਟਰਸ ਦੇ ਨਾਲ। ਸੋ ਇਸ ਪ੍ਰੋਬਲਮ ਨੂੰ ਤੁਸੀਂ ਸਮਝੋਗੇ ਇਸ ਤਰ੍ਹਾਂ, ਸਭ ਤੋਂ ਪਹਿਲਾਂ ਪਹਿਲੇ ਬਲਬ ਦੀ ਰੈਜ਼ਿਸਟੈਂਸ ਪਤਾ ਕਰ ਲਓ, ਉਹ ਕੀ ਹੋਏਗੀ V² अपॉन P। ਇਹ V ਕਿਹੜਾ ਹੈ, ਇਹ ਆ ਵਾਲਾ 200 ਨਹੀਂ ਹੈ, ਇਹ ਉਹ ਵਾਲਾ ਰੇਟਡ कितना आ गया, कितने आ गई 400 ओम्स आ गई। इस तरह दूसरी रेजिस्टेंस कितनी आ गई 200, हाँ 200 ओम्स आ गई। सो तुसी बस आ सोच के चलो कि पहली 400 ओम है, दिमाग भी चाहिए ला के चलो, दूसरी 200 ओम्स है बस, तो तुसी इहदे अक्रॉस आ बैटरी लगाई हुई है, ते पावर आउटपुट अलग अलग पता करना है, ਤੇ बैटरी हैगी ਤੁਹਾਡੀ 200 वोल्ट ਦੀ, ਤੇ 200 वोल्ट ਦੀ ਤੁਸੀਂ ਹੁਣ ਕਰੰਟ ਪਤਾ ਕਰ ਸਕਦੇ ਹੋ ਸਿੱਧਾ ਹੀ, Yes, sir. yes sir, करंट कितना आ रहेगा 600 ohms 1/3 एम्पीयर आ गया। ਤੇ ਕਿਉਂਕਿ ਇਹਦੇ ਵਿੱਚ ਵੋਲਟੇजेस ਅਲੱਗ-ਅਲੱਗ ਪਤਾ ਕਰਨ ਦੀ ਮੈਨੂੰ ਲੱਗਦਾ ਕੋਈ ਲੋੜ ਨਹੀਂ ਹੈ ਇੱਥੇ, ਕਿਉਂਕਿ ਬੇਸਿਕਲੀ ਕਰੰਟ ਸੇਮ ਹੀ ਰਹੇਗਾ, ਤਾਂ ਕਰੰਟ ਪਤਾ ਲੱਗ ਗਿਆ ਤਾਂ ਕਰੰਟ ਨਾਲ ਹੀ ਪਤਾ ਕਰ ਲਓਗੇ ਤੁਸੀਂ। ਸੋ ਪਾਵਰ ਆउटपुट ਪਹਿਲੇ ਵਾਲੇ ਦਾ ਕਿੰਨਾ ਆਏਗਾ, ਆਹੀ ਵਾਲਾ ਆਈ करंट एयर इनटू रेजिस्टेंस कितना बनेगा 1/9 400/9 400/9 वाट। ਤੇ ਦੂਜੀ ਦੀ ਪਾਵਰ ਆउटपुट ਕੀ ਆਏਗੀ 200/9, ਹਾਂ ਇਹ 200/9 ਆ ਜਾਏਗੀ ਵਾਟ। ਸੋ ਤੁਸੀਂ ਦੇਖ ਲਓ ਹੁਣ ਇਹਦੀ ਇਹ ਕਿੰਨੀ ਆਈ, ਬੇਸਿਕਲੀ ਜੇ ਐਗਜ਼ਾਮ ਕਰੋ
9 ਚੌਕੇ 3 44.44 ਵਾਟ ਆਈ। ਇਹਦੀ ਕਿੰਨੀ ਆਈ 22.22 ਵਾਟ ਆਈ। ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿੱਥੇ ਉਹਦੀ ਰੇਟਿੰਗ ਸੀਗੀ 100 ਵਾਟ, ਆ ਰਹੀ ਹੈ 44.44 ਵਾਟ, ਉਹਦੀ 200 ਵਾਲਾ ਦਾ 22 ਤੇ ਚਲਾ ਗਿਆ ਹਨਾ। ਸੋ ਇਟ ਡਿਪੈਂਡਸ, ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਇਹਨਾਂ ਦੇ ਅਕ੍ਰੋਸ ਉਹਨਾਂ ਵੋਲਟੇਜ ਨਹੀਂ ਅਪਲਾਈ ਕਰ ਰਹੇ ਜਿੰਨੀ ਰੇਟਿੰਗ ਹੈ, ਤਾਂ ਆਬਵੀਅਸਲੀ ਇਹਨਾਂ ਦੀ ਜਿਹੜੀ ਪਾਵਰ ਐਕਚੁਅਲ ਪਾਵਰ ਹੈ, ਫਿਰ ਆਪਾਂ ਉਹਦੇ ਤੇ ਚਲੇ ਜਾਂਦੇ ਹਾਂ, ਆਪਾਂ ਫਿਰ ਇਹਨਾਂ ਦੀ ਗੱਲ ਇਸ ਤਰ੍ਹਾਂ ਕਰਦੇ ਹਾਂ। ਕਲੀਅਰ ਹੈ, ਸਭ ਨੂੰ ਸਮਝ ਲੱਗ ਰਹੀ ਹੈ? ਸੌਖਾ ਹੈ ਕੁਐਸਚਨ ਹੈ, ਇਹ 'ਚ ਕੁਝ ਵੀ ਨਹੀਂ ਹੈ, ਬਸ ਤੁਹਾਨੂੰ ਪ੍ਰੋਬਲਮ ਨੂੰ ਡੀਲ ਕਰਨ ਦਾ ਉਹ ਦੱਸ ਰਿਹਾ, ਇੱਕ ਆਈਡੀਆ ਦੇ ਰਿਹਾ। अच्छा, अगला क्वेश्चन देखो, मान लो 4 बल्ब ने, मान लो देयर आर 4 बल्ब्स, देयर आर 4 ते सारो आइडेंटिकल बल्ब्स ने, मान लो आइडेंटिकल बल्ब्स ते बल्ब्स हैगे ने रेटेड 100 वाट ते 200 वोल्ट। आ बल्ब हैगे ने, 4 बल्ब ने इस तरह दे, ते आपां इन्हां नूं अप्लाई इत्थे फिट करदे हां सिस्टम इस तरह। एक बल्ब इत्थे लाता आप, एक इत्थे लाता, ये तुसी आप करो सारे जने, देखते हैं तुहानूं नॉर्मल सर्किट सॉल्विंग वर्गा ही हो जाना वा। ते आ ले आ 4 बल्ब लगे ने, चारां दी रेटिंग बिल्कुल सेम है। फाइंड करनी है तुसी टोटल, अच्छा टोटल की गल कर रहा, मैं कल्ले कल्ले बल्ब नहीं कर रहा, टोटल एक्चुअल पावर कंज्यूम्ड बाय सर्किट, पूरे सर्किट की टोटल एक्चुअल पावर कितनी कंज्यूम हो रही है। अच्छा, आ जी बैटरी लगी है ये 200 वोल्ट की गिवन है, बल्ब की रेटिंग तुहानूं पता है। इस क्वेश्चन नूं अपने आप करके दिखाओ हुणे, सारे जने लो 2-4 मिनट दे रहा तुहानूं, सारे जने सॉल्व करो ते मैनूं आंसर दस्सिओ, फिर आपां उसनूं ओहदे सोल्यूशन ते गल करते हैं। सो देखो, पहला तो रेजिस्टेंस पता कर लो, आर पता कर लो, आर ही क्या है, तो तुसीं इहनूं किसी भी एक ओहदी पता कर लो, बल्ब की रेजिस्टेंस कितनी आ रही है 400 स्क्वायर डिवाइडेड बाय 100, एक ही नहीं आ गई 400 ओम। 400 ओम ने, सारे 400 ओम ने। हुण तुहानूं पता लग रहा सावे, तो आर इक्विवेलेंट पता कर लो। आर इक्विवेलेंट पता करना कितना सौखा, देखो आ तीनों पैरेलल च ने, ओहदे नाल सीरीज च ने, ये तीनों पैरेलल च ने, कितना आ जाऊगा 400/3 ਉਹ 400 ओम, दूजा ਉਹ ਲਾਇਆ ਉਹ ਸੀਰੀਜ਼ ਚ ਇਹਦੇ ਨਾਲ ਹਨਾ, ਕਿੰਨਾ ਆ ਰਿਹਾ 1600/3 ਓਮਸ ਆ ਗਿਆ। यस ਤੇ ਹੁਣ ਆ ਤੁਹਾਡੀ ਆਰ ਇਕੁਇਵਲੈਂਟ ਆ ਗਈ, ਜਦੋਂ ਆਰ ਇਕੁਇਵਲੈਂਟ ਆ ਗਈ ਨਾ, ਤੁਸੀਂ ਸਿੱਧਾ ਹੀ ਪਾਵਰ ਆਊਟਪੁੱਟ ਪਤਾ ਕਰ ਸਕਦੇ ਹੋ, ਪੂਰੇ ਸਰਕਟ ਦੀ ਪਤਾ ਕਰਨੀ ਹੈ ਨਾ, ਤਾਂ ਕਿਉਂਕਿ ਸਾਰੇ ਸਰਕਟ ਦੇ ਅਕ੍ਰੋਸ ਤੁਸੀਂ 200 ਵੋਲਟ ਲਗਾਈ ਨਾ, ਸਿੱਧਾ ਹੀ ਕਰੋ v² / r ਇਕੁਇਵਲੈਂਟ, ਸਿੰਪਲ ਜੀ ਗੱਲ ਹੈ। ਤੇ v² ਕਿੰਨਾ ਹੋਏਗਾ, इतना आर इक्विवेलेंट कितना है 1600, 3 देखो आ गया, आ गया ना 75 वाट। यस ਹੁਣ ਤੁਸੀਂ ਕਹੋਗੇ ਇਹ ਚ ਕੀ ਅਸੀਂ v ਕਿਹੜਾ ਸਾਰਿਆਂ ਦੇ ਅਕ੍ਰੋਸ ਸੀਗਾ, ਉਹ ਬਈ ਜਦੋਂ ਤੁਸੀਂ r ਇਕੁਇਵਲੈਂਟ ਪਤਾ ਕਰ ਲਿਆ ਨਾ, ਤਾਂ ਬੇਸਿਕਲੀ ਯੂ ਆਰ ਟਾਕਿੰਗ ਅਬਾਊਟ ਅ ਇਕੁਇਵਲੈਂਟ ਸਰਕਟ ਨਾ, ਫਿਰ ਤਾਂ ਤੁਸੀਂ ਆ ਸਰਕਟ ਦੀ ਗੱਲ ਕਰ ਰਹੇ ਹੋ ਕਿ ਬਸ ਆ ਆਪਣਾ 200 ਵੋਲਟ ਹੈ, ਇਹਦੇ ਨਾਲ ਸਿਰਫ ਇੱਕ ਹੀ ਰੈਜ਼ਿਸਟਰ ਲੱਗਿਆ ਹੋਇਆ ਵਾ, ਤੇ ਉਹ ਰੈਜ਼ਿਸਟਰ ਜਿਹੜਾ ਹੈ ਉਹ ਕਿੰਨੇ ਦਾ ਹੈ, ਉਹ ਆਹੀ ਹੈ 1600/3 ਆਰ ਇਕੁਇਵਲੈਂਟ। ਫਿਰ ਤਾਂ ਤੁਸੀਂ ਓਵਰਆਲ ਪੂਰੇ ਸਰਕਟ ਨੂੰ ਹੀ ਇੱਕ ਹੀ ਬਣਾਤਾ ਨਾ ਆਰ ਇਕੁਇਵਲੈਂਟ। ਠੀਕ ਹੈ ਅਨੁਰਾਗ? यस सर हाँ जी सर। बट अगर मैं ये कह दिंदा जो मैं हुणे कह रहा थी जिवें कि हर बल्ब ਦੀ अलग अलग, हाँ जी गुराज पहला पूछो। नहीं सर ਤੁਸੀਂ ਕਹਿ ਲਓ, ਮੈਂ ਐਂਡ ਤੇ ਪੁੱਛਦਾ, ਡਾਊਟ ਥੋੜਾ ਲੱਗ ਗਈ। ਅੱਛਾ, ਹੁਣ ਜਿਵੇਂ ਆਪਾਂ ਇਹ ਕਹਿ ਰਹੇ ਜਿਵੇਂ ਹੁਣ ਮੈਂ ਕਹਿ ਰਿਹਾ ਸੀ ਇਹਨੂੰ ਅਨੁਰਾਗ ਨੂੰ ਕਿ ਤੁਸੀਂ ਅਗਰ ਅਲੱਗ-ਅਲੱਗ ਬਲਬ ਦੀ ਅਲੱਗ-ਅਲੱਗ ਪਤਾ ਕਰਨੀ ਹੁੰਦੀ ਤਾਂ ਤੁਸੀਂ v² / r ਇਕੁਇਵਲੈਂਟ ਡਾਇਰੈਕਟਲੀ ਨਹੀਂ ਲਗਾ ਸਕਦੇ ਸੀ, ਜਾਂ v² / r ਨਹੀਂ ਲਗਾ ਸਕਦੇ ਸੀ, ਕਿਉਂਕਿ v ਜਿਹੜਾ ਆ ਉਹ ਇੱਥੇ ਡਿਸਟ੍ਰੀਬਿਊਟ ਹੋ ਰਿਹਾ ਨਾ। ਤਾਂ ਕਿਵੇਂ ਕਰੋਗੇ ਫਿਰ? ਹੋ ਗਿਆ ਅਨੁਰਾਗ ਉਹ ਵੀ? हाँ जी सर। ਕਿਵੇਂ ਆਏਗਾ ਫਿਰ ਦੱਸੋ? सर वो सर मैं करंट ਦੇ ਨਾਲ ਹੀ ਕਰ ਲਿਆ ਸੀਗਾ ਸਰ, ਕਰੰਟ ਕੱਢ ਕੇ। हाँ करंट कट दे, करंट जो आया पहली गल तो पहले दी पावर तक उसे करंट ਨਾਲ आया नहीं है। हाँ जी सर 3/8 जो करंट निकलेगा वो करंट ਇਹਦੇ ਵਿੱਚ तो जाएगा ही,
ਪਰ ਇੱਥੇ ਆ ਕੇ ਉਹ ਕਰੰਟ ਜਿਹੜਾ ਆ ਉਹ 3 ਪਾਰਟਸ ਡਿਵਾਈਡ ਹੋਣਾ ਹੈ। ਹਾਂਜੀ ਸਰ ਇਹ ਤਿੰਨੋਂ ਡਿਵਾਈਡ parallel ਬਾਈ 3 ਕਰ ਤੇ ਦਾਂਗੇ। ਤਿੰਨੋਂ ਬਰਾਬਰ ਨੇ ਤਾਂ i ਹਾਂ i/3 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 ਹੋ ਜਾਣਾ। ਤਾਂ ਇਹਨਾਂ ਹਾਂਜੀ ਦੀ sir। ਪਾਵਰ ਬੇਸਿਕਲੀ ਸੇਮ ਆਏਗੀ, ਇਹਨਾਂ ਦੀ ਆਊਟਪੁੱਟ ਸੇਮ ਪਾਵਰ ਆ ਗਿਆ। ਹਾਂਜੀ ਇਹਦੀ ਵੱਖਰੀ ਆਏਗੀ। ਕਰ ਲੋਗੇ ਨਾ ਹੁਣ? ਹਾਂਜੀ ਸੋ ਇਸ ਤਰ੍ਹਾਂ ਤੁਸੀਂ ਅਲੱਗ-ਅਲੱਗ ਵੀ ਪਤਾ ਕਰ ਸਕਦੇ ਹੋ, ਸੇਮ ਵੀ ਪਤਾ ਕਰ ਸਕਦੇ ਹੋ, ਕੁਝ ਵੀ। ਹੁਣ ਦੇਖੋ ਇੱਕ ਕੁਐਸਚਨ ਹੋਰ। ਸਰ ਹਾਂਜੀ ਸਰ ਜਿੱਦਾਂ ਕੁਐਸਚਨ ਦੇ ਵਿੱਚ ਆ ਰੇਟਡ ਦਿੱਤਾ ਹੁੰਦਾ ਕਿ ਆ ਬਲਬ ਹੈਗਾ 200 ਵਾਟ ਦਾ, ਨਾਲੇ 100 ਵਾਟ ਇਹਨੇ ਪਾਵਰ ਲੈਣੀ ਹੈ। ਸਰ ਆ ਹਾਂਜੀ 200 ਵਾਟ ਦਾ ਕੀ ਮਤਲਬ ਇਹਦਾ ਪੋਟੈਂਸ਼ੀਅਲ ਡਿਫਰੈਂਸ ਦੋਨੋਂ ਐਂਡ ਤੇ ਇੰਨਾ ਕੁ ਚਾਹੀਦਾ ਹੈ ਕਿ ਇਹ ਮਤਲਬ ਆਪਣਾ ਪਾਵਰ ਲੈ ਇਹਦਾ ਮਤਲਬ ਇਹ ਆ ਕਿ ਜੇ ਤੁਸੀਂ ਇਸ ਬਲਬ ਨੂੰ ਇਕੱਲੇ ਨੂੰ ਅਲੱਗ ਤੋਂ ਕਿਤੇ ਪੂਰਾ 200 ਵੋਲਟ ਦੇ ਦੋਗੇ ਨਾ ਵੋਲਟੇਜ ਇਹਦੇ ਅਕ੍ਰੋਸ, ਤਾਂ ਇਹ ਹਾਂਜੀ। ਪੂਰੇ 100 ਵਾਟ ਦੀ ਪਾਵਰ ਜਨਰੇਟ ਕਰੂਗਾ। ਠੀਕ ਹੈ ਸਰ। ਹਾਂਜੀ ਪਰ ਤੁਸੀਂ ਜੇ ਉਹਨੂੰ ਸਰਕਟ 'ਚ ਕਿਤੇ ਉਹੀ ਫਸਾਤਾ, ਕਿਤੇ ਸੀਰੀਜ਼ ਪੈਰਲਲ ਕਿਤੇ ਲਗਾਤਾ ਤੇ ਬੈਟਰੀ ਪੂਰੀ 200 ਵੋਲਟ ਦੀ ਬਾਹਰ ਲਾਈ ਆ, ਤਾਂ 200 ਵੋਲਟ ਦੀ ਬੈਟਰੀ ਵਿੱਚੋਂ ਇਹਦੇ ਹਿੱਸੇ ਜਿੰਨਾ ਵੋਲਟੇਜ ਆਊਗਾ ਉਹ 200 ਵੋਲਟ ਤਾਂ ਆਊਗਾ ਨਹੀਂ ਫਿਰ। ਹਾਂਜੀ ਸਰ। ਤੇ ਜੇ 200 ਵੋਲਟ ਦੇ ਹਿੱਸੇ ਨਹੀਂ ਆਊਗਾ ਤਾਂ ਫਿਰ ਇਹਦੀ ਪਾਵਰ ਆਟੋਮੈਟਿਕਲੀ 100 ਵਾਟ ਨਹੀਂ ਆਊਗੀ ਫਿਰ। ਯੈਸ ਸਰ। ਹਾਂਜੀ ਠੀਕ ਹੈ, ਚਲ ਐ ਕਰੋ, ਬਿਲਕੁਲ ਸੇਮ ਕੁਐਸਚਨ ਨੂੰ ਤੁਸੀਂ ਇੱਕ ਵਾਰ ਫੇਰ ਰਿਪੀਟ ਕਰੋ। ਤੇ ਹੁਣ ਤੁਸੀਂ ਐ ਕਰੋ ਵੀ ਆ 200 ਵੋਲਟ, ਅੱਛਾ ਬੱਲਬ ਉਹੀ ਨੇ ਆਪਣੇ, ਤੇ ਬੱਲਬ ਜਿਹੜੇ ਨੇ ਆਪਾਂ ਇਸ ਤਰ੍ਹਾਂ ਲਾ ਦਿੰਨੇ ਆ ਸਾਰੇ ਬਲਬ। ਸਾਰੇ ਬਲਬ ਐ ਲਾਤੇ ਆ। ਠੀਕ ਹੈ ਗੁਰਾਂਸ਼, ਹਾਂਜੀ ਹੁਣ ਇਹਨਾਂ ਸਰ। ਦੀ ਆਊਟਪੁੱਟ ਪਾਵਰ ਪਤਾ ਕਰਕੇ ਦਿਖਾਓ ਕੱਲੇ ਕੱਲੇ ਬਲਬ ਦੀ, ਹਰ ਇੱਕ ਬਲਬ। फिर सेम रिपीट करो पिछले क्वेश्चन में। रेजिस्टेंस तो नहीं आएगी ना क्योंकि 100 वाट है, 200 वोल्ट है। हुण देखो कितनी आ रही है, पहला 75 वाट आ रही थी ना टोटल ओवरऑल, पर हुण आपां इत्थे कल्ले एक एक बल्ब दी पता कर रहे हैं, ਇਹਦੀ बल्ब दी पता कर रहे हैं, बस ਇਹਦੇ ਬਾਰੇ ਗੱਲ ਕਰ ਰਹੇ ਆਪਾਂ। आई एम इंटरेस्टेड इन दिस बल्ब ओनली, सो आई एम इंटरेस्टेड इच कितना करंट जाएगा। ਇਹ ਚਾਰੋਂ ਬਲਬ ਜਿਹੜੇ ਨੇ ਪੈਰਲਲ ਚ ਨੇ ਤਾਂ ਅੰਡਰਸਟੂਡ ਹੀ ਹੈ ਨਾ ਗੁਰਾਂਸ਼? ਹਾਂਜੀ ਸਰ। रेजिस्टेंस कितनी आएगी? 400 रेजिस्टेंस ਤਾਂ 400 ohms ਹੀ ਆਏਗੀ ਨਾ। ਯੈਸ ਸਰ। ਤਾਂ ਫਿਰ R ਇਕੁਇਵਲੈਂਟ ਕਿੰਨੀ ਆਏਗੀ ਪਹਿਲਾਂ ਦੇਖ ਲਾ। 100 ਆ ਜੀ। 100 ਆ ਗਈ। देखो फिर करंट कितना आएगा सर्किट च, आ देख ला 2 ਆ ਜੀ। बैटरी 2 एम्पीयर आ गया। ਹਾਂਜੀ ਸਰ। ਜੇ 2 एम्पीयर करंट आएगा ਤਾਂ ਇਹਦੇ ਵਿੱਚੋਂ ਇਸ ਬਲਬ ਵੱਲ ਕਿੰਨਾ ਕਰੰਟ ਆਏਗਾ ਦੱਸ ਤੂੰ। 2/4। हाँ ऑब्वियसली 2/4 हाफ एम्पीयर। सो आप कह सकते हैं I1 करंट ਜਿਹੜਾ ਉਧਰ ਪਾਸੇ ਆਏਗਾ ਉਹ ਆਏਗਾ ਹਾਫ एम्पीयर, है ना? ਹਾਂਜੀ ਸਰ। ਤਾਂ ਉਹਦੀ ਫਿਰ ਪਾਵਰ ਜਿਹੜੀ ਆਊਟਪੁੱਟ ਆਏਗੀ ਉਹ ਦੇਗਾ ਜਿਹੜਾ ਐਕਚੁਅਲ ਪਾਵਰ ਉਹ ਕੀ ਆਏਗੀ I² I² इनटू की R मतलब 400 ohms 400 ਵਾਟ 400 कितनी आई? ਸਰ। ਹਾਂਜੀ ਸਰ। ਹੁਣ ਆਈ ਨਾ 100 ਵਾਟ, 100 ਵਾਟ। ਕਿਉਂਕਿ ਰੇਟਰੀ ਨੇ ਕੀਤਾ ਹੈ ਬੇਸਿਕਲੀ ਹੁੰਦਾ ਕੀ ਆ ਆਪਾਂ ਇਸ ਦੇ ਦੇ ਹੀ 200 ਵੋਲਟ ਦਿੱਤਾ। ਹੁਣ ਆ 200 ਵੋਲਟ ਕੱਲੇ ਕੱਲੇ ਸਾਰਿਆਂ ਦੇ ਅਕ੍ਰੋਸ 200 ਵੋਲਟ ਹੋਇਆ ਪਿਆ ਇਸ ਟਾਈਮ, ਤਾਂ ਸਾਰੇ 100 ਵਾਟ ਦੀ ਆਊਟਪੁੱਟ ਦੇਣਗੇ। ਕਲੀਅਰ? ਹਾਂਜੀ ਸਰ। ਤੇ ਤੇਰੇ ਘਰੇ ਜੇ 4 ਬੱਲਬ ਲੱਗੇ ਨੇ ਤਾਂ ਇਸ ਤਰ੍ਹਾਂ ਲੱਗੇ ਹੋਏ ਨੇ, ਹਾਂਜੀ ਸਰ। ਇਸ ਲਈ ਤੇਰੇ ਘਰੇ ਸਾਰੇ ਬੱਲਬ 100 ਵਾਟ ਦੇ ਇਕੁਅਲੀ ਲਾਈਟ ਦਿੰਦੇ ਨੇ, ਇੱਕ ਤਰ੍ਹਾਂ ਹੀ ਚੱਲਦੇ ਨੇ। ਜੇ ਇਹਨਾਂ ਨੂੰ ਸੀਰੀਜ਼ 'ਚ ਲਾ ਦਈਏ ਨਾ ਤਾਂ ਸਾਰੇ ਬੱਲਬ ਡਿਮ ਹੋ ਜਾਣਗੇ, ਓਕੇ ਸਰ। ਕਿਉਂਕਿ ਫਿਰ 200 ਵੋਲਟ ਦੇ ਵਿੱਚੋਂ ਕੱਲੇ ਕੱਲੇ ਦੇ ਜੇ ਸਾਰੇ ਸੀਰੀਜ਼ 'ਚ ਲਗਾ ਦਈਏ ਤਾਂ ਕੱਲੇ ਕੱਲੇ ਨੂੰ ਵੋਲਟੇਜ ਕਿੰਨੀ ਮਿਲੂਗੀ? ਐਂ ਦੱਸ ਦੇ ਅੰਦਾਜ਼ਾ ਹੀ ਸਾਫ਼-ਸਾਫ਼ ਕੱਟ ਜਾਣੀ ਮਤਲਬ ਫਿਰ ਕਿੰਨੀ ਮਿਲੂਗੀ ਐਂ ਦੱਸ ਦੇ ਨਾ। 200 ਵੋਲਟ ਹੈ, ਚਾਰਾਂ 'ਚ ਬਰਾਬਰ ਬਰਾਬਰ ਹੀ ਡ੍ਰੌਪ ਹੋਣੀ ਹੈ ਕਿ ਨਹੀਂ? ਹਾਂਜੀ। ਤਾਂ 50-50 ਆਣੀ ਹੈ, ਹਨਾ? ਹਾਂਜੀ। ਤਾਂ 50-50 ਵੋਲਟ ਦੇ ਹਿਸਾਬ ਨਾਲ ਫਿਰ ਪਾਵਰ ਆਊਟਪੁੱਟ 100 ਵਾਟ ਆਣੀ ਨਹੀਂ, ਬਹੁਤ ਘੱਟ ਜਾਣੀ ਹੈ। ਹਾਂਜੀ ਹੁਣ ਪਤਾ ਲੱਗਿਆ ਹਾਂਜੀ ਰੇਟਿਡ ਦਾ ਮਤਲਬ ਕੀ ਹੈ। ਰੇਟਿੰਗ ਦੇ ਨਾਲ ਸਾਨੂੰ ਬਸ ਇਹ ਪਤਾ ਲੱਗਦਾ ਹੈ ਵੀ ਇੰਨੀ, ਮਤਲਬ ਐ ਨਹੀਂ ਤੁਸੀਂ ਕਹਿੰਦੇ ਇੰਨੀ ਪਾਵਰ ਹੈ ਜੀ, ਬਈ ਇੰਨੀ ਪਾਵਰ ਕਿੰਨੇ ਵਾਟ ਤੇ ਆਵੇ ਤਾਂ ਦੱਸੋ, ਕਿੰਨੇ ਵੋਲਟ ਤੇ ਆਵੇ ਤਾਂ ਦੱਸੋ। ਹਾਂਜੀ ਸਰ। ਫਿਰ ਆਪਾਂ ਨੂੰ ਉਹਦੀ ਰੇਟਿੰਗ ਤੋਂ ਉਹਦਾ ਰੈਜ਼ਿਸਟੈਂਸ ਪਤਾ ਲੱਗ ਜਾਂਦਾ ਹੈ ਬਸ। ਓਕੇ ਸਰ। ਤੇ ਸਰ ਹੁਣ ਜਿੱਦਾਂ ਰੈਜ਼ਿਸਟੈਂਸ ਸਾਡੀ ਹੈ
ਨਹੀਂ ਹਾਂਜੀ ਸਰ ਤੁਸੀਂ ਬਸ ਰੈਜ਼ਿਸਟੈਂਸ ਪਤਾ ਲੱਗ ਗਿਆ, ਰੈਜ਼ਿਸਟੈਂਸ ਤੋਂ ਬਾਅਦ ਫਿਰ ਉਹ ਰੈਜ਼ਿਸਟਰ ਵਾਲਾ ਕੁਐਸਚਨ ਬਣ ਗਿਆ, ਫਿਰ ਆਪਣਾ ਆਪਾਂ ਬਲਬ ਹੀਟਰ ਦੇਖ ਹੀ ਨਹੀਂ। ਓਕੇ ਸਰ। ਸਰ ਹੁਣ ਜਿੱਦਾਂ ਸਾਰਾ ਹੈ ਆਪਾਂ ਮੈਥਮੈਟਿਕਲੀ ਸੋਲਵ ਕੀਤਾ, ਹੁਣ ਮੰਨ ਲਓ ਅਗਰ ਟਾਈਮ ਬਚਾਉਣਾ, ਮੈਂ ਸਿੱਧਾ ਹੀ ਕਹਿ ਸਕਦਾ ਕਿ ਪੈਰਲਲ ਚ ਲੱਗੇ ਵੋਲਟੇਜ ਸੇਮ ਦੋਨੋਂ ਐਂਡ ਤੇ, ਤਾਂ ਸਾਰਿਆਂ ਦੀ 100 ਵਾਟ। ਇਹਦਾ ਮੈਂ ਸਿੱਧਾ ਹੀ ਕਰੂੰਗਾ, ਮੈਂ ਇਹਦਾ ਮੈਂ ਤੈਨੂੰ ਵੈਸੇ ਕੁਐਸਚਨ ਦਿੱਤਾ ਨਾ, ਮੈਨੂੰ ਤਾਂ ਪਤਾ ਹੀ 100 ਵਾਟ ਆਉਣ ਵਾਲਾ ਆਨਸਰ। ਹਾਂਜੀ ਸਰ। ਹੁਣ ਜੇ ਸੀਰੀਜ਼ ਚ ਲੱਗਣਗੇ ਤਾਂ ਮੈਨੂੰ ਪਤਾ ਸਾਰਿਆਂ ਦੇ ਅਕ੍ਰੋਸ 50-50 ਵੋਲਟ ਆਊਗਾ ਨਾ, ਹਾਂਜੀ ਸਰ। ਸਿੱਧਾ ਹੀ 50 ਦਾ ਸਕੁਅਰ ਬਟਾ ਰੈਜ਼ਿਸਟੈਂਸ ਕਿੰਨੀ ਹੈ 400। 400। ਬਸ ਆ ਹੋਗੀ ਫਿਰ ਉਹਦੀ ਆਊਟਪੁੱਟ ਪਾਵਰ ਕੱਲੇ ਦੀ, ਜਦੋਂ ਸਾਰੇ ਸੀਰੀਜ਼ ਚ ਲੱਗਣਗੇ। ਇਹਨੂੰ ਕਰ ਲਈ ਜੋ ਵੀ ਆਊਗਾ ਮੈਨੂੰ ਤਾਂ ਪਤਾ ਨਹੀਂ, ਠੀਕ ਹੈ। ਹਾਂਜੀ ਸਰ। ਤੇ ਜੇ ਇੱਕ ਸੀਰੀਜ਼ ਇੱਕ ਪੈਰਲਲ ਤੇ 3 ਪੈਰਲਲ ਚ ਐ ਲਾ ਕੇ, ਫਿਰ ਇਹਦੇ ਸੀਗਾ ਸੋਚਣਾ ਪਿਆ ਆਪਾਂ ਨੂੰ ਨਾ, ਸਿੱਧੇ ਤੌਰ ਤੇ ਨਹੀਂ ਕੁਝ ਕਰ ਸਕਦੇ ਸੀ। ਯੈਸ ਸਰ। ਤੇ ਹੁਣ ਜੇ 2 ਸੀਰੀਜ਼ ਚਲਾ ਦਵਾਂ, 2 ਪੈਰਲਲ ਚਲਾਵਾਂ, ਫਿਰ ਮੈਨੂੰ ਸੋਚਣਾ ਪੈਣਾ ਬਲਬਾਂ ਨੂੰ। ਹੁਣ ਜਿਵੇਂ ਮੈਂ ਐਂ ਲਾ ਦੇਣਾ, ਦੇਖੋ ਫਿਰ ਉਹੀ ਕੰਮ, ਫਿਰ ਉਹੀ ਸੇਮ ਬਲਬ ਨੇ 100 ਵਾਟ 200 ਵੋਲਟ ਵਾਲੇ ਬਲਬ ਨੇ, ਤੇ ਬਲਬ ਅਸੀਂ ਐਂ ਲਗਾਇਆ, ਇੱਕ ਬਲਬ ਇੱਥੇ ਲਾਤਾ, ਇੱਥੇ ਬੈਟਰੀ ਲਾਤੀ, ਇੱਕ ਬਲਬ ਇੱਥੇ ਲਾਤਾ, ਠੀਕ ਹੈ। 4 ਬਲਬ ਸੀਗੇ, ਸਾਰੇ ਬਲਬ ਉਹੀ ਨੇ 100 ਵਾਟ 200 ਵੋਲਟ ਦੇ। ਹੁਣ ਇਹ ਜੀ ਬਲਬ ਹੈਗਾ A, ਆ ਬਲਬ ਹੈਗਾ B, ਆ ਹੈਗਾ C, ਆ ਹੈਗਾ D। ਤੁਸੀਂ ਬਸ ਇਹ ਦੱਸਣਾ ਮੈਨੂੰ ਕਿ ਵਾਟ ਇਜ਼ ਪਾਵਰ ਆउटपुट ਜੋ ਆਪਾਂ ਨੂੰ ਮਿਲ ਰਹੀ ਹੈ ਇਨ C ਬਲਬ। ਕਰੋ ਸਾਰਿਆਂ ਨੇ ਸੋਲਵ ਕਰੋ। ਆ 200 ਵੋਲਟ ਹੈ ਬਈ, ਆ 200 ਵੋਲਟ ਦੀ ਬੈਟਰੀ ਲਗਾਈ ਹੈ। ਸਾਰੇ ਸੋਲਵ ਕਰਨਗੇ ਕਿ C ਬਲਬ ਦੇ ਵਿੱਚ ਪਾਵਰ ਆउटपुट ਕਿੰਨਾ ਆ ਰਿਹਾ ਹੈ। ਸੋਲਵ ਕਰੋ। ਹਾਂਜੀ ਕੀ ਆंसर ਆਇਆ ਦੱਸੋ। ਬਾਕੀ ਸਭ ਦਾ ਕੀ ਆंसर ਆਇਆ। ਹਿਮਾਨੀ ਦਾ ਤਾਂ 4 ਵਾਟ ਆਇਆ। ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰੋਗੇ, ਪਹਿਲਾਂ ਤਾਂ ਰੈਜ਼ਿਸਟੈਂਸ ਹੀ ਫਾਈਂਡ ਕਰ ਲੋਗੇ ਨਾ। Yes, sir. ਰੈਜ਼ਿਸਟੈਂਸ वही ਆਪਾਂ ਹੁਣ ਬਾਰ-ਬਾਰ ਤਾਂ ਕਰ ਰਹੇ ਹਾਂ 400 ohms ਆ ਜਾਏਗੀ। देन R इक्विवेलेंट पता कर लो कितना आएगा R इक्विवेलेंट। 1000 ohms आ गया R इक्विवेलेंट। देन ਤੁਸੀਂ ਚਾਹੋ ਤਾਂ ਜਿਵੇਂ ਮਰਜ਼ੀ, ਚਾਹੇ ਕਰੰਟ ਦੇ ਥਰੂ ਜਾਓ, ਵੋਲਟੇਜ ਡਿਸਟ੍ਰੀਬਿਊਸ਼ਨ ਥਰੂ ਜਾਓ, ਵਾਟਐਵਰ ਤੁਸੀਂ ਜਿਵੇਂ ਮਰਜ਼ੀ ਜਾ ਸਕਦੇ ਹੋ। ਸੇ ਜਿਵੇਂ ਦੇ ਕਰੰਟ ਦੇ ਥਰੂ ਜਾਓ, ਕਰੰਟ ਕਿੰਨਾ ਆਏਗਾ 1/5 ampere। 1/5 एंपियर। ਹੁਣ 1/5 एंपियर ਇਥੋਂ ਨਿਕਲੇਗਾ। ਜੇ ਮੈਨੂੰ ਪੁੱਛਿਆ ਹੁੰਦਾ ਇਹ ਬਲਬ ਦੀ 1/5 एंपियर ਨੂੰ ਯੂਜ਼ ਕਰ ਲੈਂਦਾ, ਪਰ ਇੱਥੇ 1/5 एंपियर ਇੱਥੇ ਆਏਗਾ, ਇਥੋਂ ਫਿਰ 1/5 ਤੋਂ ਇੱਥੇ ਉੱਪਰ ਕਿੰਨਾ ਜਾਏਗਾ 1/10। यस, हाफ जाएगा, ਉਹਦਾ ਹਾਫ ਹੀ ਜਾਏਗਾ। ਤੇ ਬਸ ਫਿਰ ਉਹ ਪਤਾ ਲੱਗ ਗਿਆ ਆਪਾਂ ਨੂੰ, ਤਾਂ ਸਿੱਧਾ ਹੀ ਲਿਖ ਸਕਦੇ ਪਾਵਰ ਕੀ ਆਏਗਾ, ਪਾਵਰ ਆउटपुट ਆਫ C I square R। I square यानी कि 1/100 इनटू ਜਿਹੜੀ ਉਹਦੀ R ਹੈ that is 400। ਬਿਲਕੁਲ ਕਰੈਕਟ, 4 ਵਾਟ ਆਏਗੀ। ਹੁਣ ਸੋਚ ਕੇ ਦੇਖੋ 100 ਵਾਟ ਦਾ ਬਲਬ 4 ਵਾਟ ਦੀ ਆउटपुट ਦੇ ਰਿਹਾ, ਬਸ ਕਿੰਨਾ ਡਿਮ ਹੋਣਾ ਉਹ ਵਿਚਾਰਾ ਉੱਪਰ ਪਿਆ। ਗੁਰਾਂਸ਼ ਪਤਾ ਲੱਗ ਰਹੀ ਗੱਲ। ਯੈਸ है ना। सो बिल्कुल इस तरह ही ਆਪਾਂ ਧਿਆਨ ਰੱਖਣਾ ਕਿ ਬੇਸਿਕਲੀ ਬਲਬ ਲੱਗਿਆ ਕਿੱਥੇ ਹੈ, ਉਹਨੂੰ ਕਿੰਨੀ ਵੋਲਟੇਜ ਉਹਦੇ ਹਿੱਸੇ ਆ ਰਹੀ ਹੈ, ਕਿੰਨਾ ਕਰੰਟ ਉਹਦੇ ਹਿੱਸੇ ਆ ਰਿਹਾ, ਇੱਥੇ ਡਿਪੈਂਡ ਕਰੇਗਾ ਕਿ ਉਹਦੀ ਅਸਲੀ ਵਿੱਚ ਪਾਵਰ ਕਿੰਨੀ ਆ ਰਹੀ ਹੈ। ਐ ਨਹੀਂ 100 ਵਾਟ ਦਾ ਬਲਬ ਤੁਸੀਂ ਲਿਆਏ ਹੋ ਤਾਂ ਵੀ ਉਹ ਤਾਂ 100 ਵਾਟ ਹੀ, ਮਤਲਬ ਐ ਕਿਵੇਂ 100 ਵਾਟ ਖਿੱਚ ਲੂਗਾ, ਮਤਲਬ ਡਿਪੈਂਡ ਕਰਦਾ ਤੁਸੀਂ ਉਹਨੂੰ ਲਗਾਇਆ ਕਿੱਥੇ। ਸੋ ਆਈ ਹੋਪ ਹੁਣ ਤਾਂ ਇਹ ਗੱਲ ਕਲੀਅਰ ਹੈ ਨਾ। ਯੈਸ ਹੁਣ ਆਪਾਂ ਇਹ ਕਰਦੇ ਹਾਂ, ਇੱਕ ਕੁਐਸਚਨ ਹੋਰ ਦੇਖਦੇ ਹਾਂ। ਦੇਖੋ ਹੁਣ ਕਈ ਵਾਰ ਆਪਾਂ ਨੂੰ ਕਿਹਾ ਆਪਾਂ ਡਾਇਰੈਕਟਲੀ ਜਿਹੜੇ ਜਗ੍ਹਾ ਤੇ ਜਿਹੜੀ ਬ੍ਰਾਂਚ ਵਿੱਚ ਆਪਣੀ ਪ੍ਰੋਬਲਮ ਹੋਵੇ, ਆਪਾਂ ਉਸ ਬ੍ਰਾਂਚ ਬਾਰੇ ਸੋਚਦੇ ਹਾਂ ਤਾਂ ਵੀ ਕੰਮ ਹੋ ਜਾਂਦਾ। ਆਪਾਂ ਨੂੰ ਬਹੁਤ ਜ਼ਿਆਦਾ ਲੰਬਾ ਸੋਚਣ ਦੀ ਲੋੜ ਨਹੀਂ ਹੁੰਦੀ। ਫॉर एग्जांपल ਆਪਣੇ ਕੋਲ ਲੈਟ ਵੀ ਹੈਵ ਅ ਹੀਟਰ ਰੇਟਡ, ਹੀਟਰ ਦੀ ਰੇਟ ਹੈਗੀ ਹੈ 1000 ਵਾਟ ਐਂਡ 100 ਵੋਲਟ। ਇਹ ਮੰਨ ਲਓ ਹੀਟਰ ਹੈ, ਠੀਕ ਹੈ। ਤੇ ਆਪਾਂ ਉਸ ਹੀਟਰ ਨੂੰ ਸਰਕਟ 'ਚ ਐ ਲਗਾ ਰਹੇ ਹਾਂ ਕਿ ਆਪਾਂ ਬਾਹਰ ਇੱਕ ਪਹਿਲਾਂ 10 ਓਮ ਦੀ ਰੈਜ਼ਿਸਟਰ ਲਗਾਈਏ,
ਫਿਰ ਆਪਾਂ ਇੱਥੇ ਲਗਾਇਆ ਹੀਟਰ, ਹੀਟਰ ਦੇ ਨਾਲ ਇੱਥੇ ਇੱਕ ਰੈਜ਼ਿਸਟਰ ਲਗਾਈ ਆ ਆਪਾਂ R, ਇਹ R ਪਤਾ ਨਹੀਂ ਮੈਨੂੰ, ਤੇ ਇਹ ਸਾਰੇ ਸਰਕਟ ਨੂੰ ਆਪਾਂ बैटरी लगाई है 100 वोल्ट की। ਹੁਣ ਕਈ ਕਹਿੰਦੇ ਦੇਖੋ ਜੀ 100 ਵੋਲਟ ਦਾ ਲੱਗਿਆ ਹੈ ਨਾ, 100 ਵੋਲਟ ਕਿਹੜਾ ਹੀਟਰ ਨੂੰ ਮਿਲ ਰਿਹਾ ਸਿੱਧਾ ਹੀ, ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਕੁਝ ਤਾਂ ਇੱਧਰ ਹੀ ਬਾਹਰ ਹੀ ਹੋ ਜਾਣਾ ਵਾ ਡ੍ਰੌਪ, ਹਨਾ। ਤਾਂ ਉਹ ਕਹਿ ਰਹੇ ਨੇ what should be value of R if heater generates actual power, generates वैसे सही शब्द नहीं है मतलब जनरेट नहीं क्या इधर हीट च कन्वर्ट कर रहे हैं ना, चलो पावर ऑफ 62.5 वाट। लो जी आ सवाल है, सवाल की है ਉਹ ਉਹਨਾਂ ਨੇ ਦੇਖੋ ਸਾਰਾ ਸਿਸਟਮ ਤੁਹਾਡੇ ਸਾਹਮਣੇ ਖੋਲਿਆ ਹੈ, 100 ਵਾਟ ਦਾ ਇਹ ਬੈਟਰੀ ਲੱਗੀ ਹੋਈ ਹੈ, ਹੀਟਰ ਜਿਹੜਾ ਹੈ ਨਾ ਹੀਟਰ ਦੇ ਰੇਟਿੰਗ ਗਿਵਨ ਹੈ ਤੁਹਾਨੂੰ, ਠੀਕ ਹੈ, ਤੇ ਉਹ R ਨੀਚੇ ਜਿਹੜੀ ਲੱਗੀ ਹੈ ਨਾ ਉਹ R ਕਿੰਨੀ ਹੋਵੇ ਕਿ ਜਿਹੜਾ ਹੀਟਰ ਹੈ ਉਹ ਐਕਚੁਅਲ ਪਾਵਰ ਜਨਰੇਟ ਕਰ ਰਿਹਾ 62.5 ਵਾਟ ਦੀ ਐਕਚੁਅਲ, ਯਾਨੀ ਕਿ ਤੁਹਾਨੂੰ ਹੀਟਰ ਬਾਰੇ ਦੋ ਪਾਵਰਸ ਨੇ, ਇੱਕ ਪਾਵਰ ਤਾਂ ਰੇਟਡ ਵਾਲੀ ਹੈ 1000 ਵਾਟ ਤੇ ਅਸਲ ਵਿੱਚ ਜਿਹੜੀ ਉਹ ਕਰ ਰਿਹਾ 62.5 ਵਾਟ। ਹੁਣ ਆ 62.5 ਵਾਟ ਜਿਹੜੀ ਹੈ ਨਾ ਇਹ ਕਿਸ ਗੱਲ ਤੇ ਡਿਪੈਂਡ ਕਰਦੀ ਹੈ, ਇੱਕ ਤਾਂ ਇਸ ਗੱਲ ਤੇ ਡਿਪੈਂਡ ਕਰੇਗੀ ਕਿ ਇਸ ਦੇ ਵਿੱਚੋਂ ਬੇਸਿਕਲੀ ਕਰੰਟ ਕਿੰਨਾ ਜਾ ਰਿਹਾ ਹੈ ਨਾ, ਉਸ I ਸਕੁਅਰ ਨੂੰ ਇਸ ਹੀਟਰ ਦੀ ਰੈਜ਼ਿਸਟੈਂਸ ਨਾਲ ਗੁਣਾ ਕਰਕੇ ਮਤਲਬ 62.5 ਆ ਰਿਹਾ ਹੋਣਾ ਹੈ, ਜਾਂ ਇਹ ਹੋ ਸਕਦਾ ਹੈ, ਜਾਂ ਫਿਰ ਇਹਦੇ ਵਿੱਚ ਦੇਖ ਲਈਏ ਇਸ ਹੀਟਰ ਦੇ ਅਕ੍ਰੋਸ ਵੋਲਟੇਜ ਕਿੰਨਾ ਹੈ ਤਾਂ V ਸਕੁਅਰ ਓਵਰ ਰੈਜ਼ਿਸਟੈਂਸ ਆਫ ਦਾ ਹੀਟਰ, ਤਾਂ ਪਤਾ ਲੱਗ ਸਕਦਾ ਹੈ। ਸਭ ਤੋਂ ਪਹਿਲਾਂ ਤੁਸੀਂ ਦੱਸੋ ਫਿਰ ਰੈਜ਼ਿਸਟੈਂਸ ਆਫ ਹੀਟਰ ਦਾ ਪਤਾ ਕਰਨੀ ਚਾਹੀਦੀ ਹੈ ਨਾ ਇਸ ਤੋਂ ਪਹਿਲਾਂ ਕਿ ਸਵਾਲ ਸ਼ੁਰੂ ਕਰੀਏ। यस कितनी आएगी रेजिस्टेंस? 10 ओम 10 ओम्स आएगी, बिल्कुल 10 ओम्स आएगी, ठीक है ना। जे कोई सोचना चाहे हुण आर इक्विवेलेंट पता करन नूं तां कर तां सकदा ही है, वैसे तो ही करंट तक जाके बहुत लंबा एक्सप्रैशन भी बन सकता है क्योंकि आर सानू गिवन नहीं है कुछ भी, सो आप सीधे सीधे ही नहीं आई पता कर लेंगे, पर फिर वो आई देखेंगे ऊपर जाके डिस्ट्रीब्यूट होएगा, कितना डिस्ट्रीब्यूट होएगा ये सारा कुछ देखना पड़ेगा। सो आपां नूं जदों इस तरह का कोई सवाल आ गया जिस कि पर्टिकुलर उस जगह ते आपां की हीटर ਦੇ ਬਾਰੇ ਹੀ ਸਵਾਲ ਹੈ ਆਪਣਾ, ਤੇ ਹੀਟਰ ਦੀ ਜਿਹੜੀ ਆਊਟਪੁੱਟ ਪਾਵਰ ਆਪਾਂ ਨੂੰ ਮਿਲੀ ਹੈ 62.5 ਵਾਟ, ਤਾਂ ਉਹਨੂੰ ਯੂਜ਼ ਕਰੋ ਉੱਥੇ ਤਾਂ ਕਿ ਤੁਹਾਨੂੰ ਉੱਥੇ ਪਤਾ ਲੱਗ ਸਕੇ ਕਿ ਉਹਦੇ ਅਕ੍ਰੋਸ ਵੋਲਟੇਜ ਕਿੰਨਾ ਗਿਆ ਹੀਟਰ ਦੇ ਅਕ੍ਰੋਸ। ਹੁਣ ਤੁਸੀਂ ਦੇਖੋ ਕਿ ਉਹਦੀ ਐਕਚੁਅਲ ਜਿਹੜੀ ਪਾਵਰ ਹੈ ਉੱਥੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਉਹਦੇ ਅਕ੍ਰੋਸ ਐਕਚੁਅਲ ਵੋਲਟੇਜ ਕਿੰਨਾ ਹੈ। ਸੋ V ਅਕ੍ਰੋਸ ਹੀਟਰ ਜਿਹੜਾ ਉਹ ਕਿੰਨਾ ਆਏਗਾ, ਕਿ ਤੁਹਾਨੂੰ ਪਤਾ ਪਾਵਰ ਜਿਹੜੀ ਹੁੰਦੀ ਹੈ ਉਹ V ਸਕੁਅਰ ਓਵਰ R ਹੁੰਦੀ ਹੈ, ਤੇ ਜੇ ਤੁਹਾਨੂੰ ਪਾਵਰ ਐਕਚੁਅਲ ਵਾਲੀ ਗਿਵਨ ਹੈ, ਐਕਚੁਅਲ ਵਾਲਾ ਰੈਜ਼ਿਸਟੈਂਸ ਤਾਂ ਐਕਚੁਅਲ ਵਾਲਾ ਕੀ ਉਹ ਤਾਂ ਹੁੰਦਾ ਹੀ ਹੈ, ਤਾਂ ਫਿਰ ਵੋਲਟੇਜ ਅਕ੍ਰੋਸ ਦੈਟ ਮਿਲ ਜੂਗਾ ਇੱਥੋਂ PR ਤੋਂ। यस ਤੇ ਉਹ ਜਿਹੜੀ ਰੈਜ਼ਿਸਟੈਂਸ ਹੈ ਹੀਟਰ ਦੀ ਕਿੰਨੀ 10 ਹੈ, ਤਾਂ ਬੇਸਿਕਲੀ ਇਹ ਅੰਡਰ ਰੂਟ ਆਫ P ਇਨਟੂ ਰੈਜ਼ਿਸਟੈਂਸ ਆਫ ਹੀਟਰ ਆ ਜਾਏਗਾ। ਇਹ 62.5 into 10 ਇਹ 625 ਦਾ ਰੂਟ ਕਿੰਨਾ ਆਇਆ 25 ਵੋਲਟ ਆ ਜਾਏਗਾ। यस ਮਤਲਬ ਤੁਹਾਨੂੰ ਰੈਜ਼ਿਸਟੈਂਸ ਜਿਹੜੀ ਹੈ ਸੌਰੀ ਹੀਟਰ ਦੇ ਅਕ੍ਰੋਸ ਵੋਲਟੇਜ ਪਤਾ ਲੱਗ ਗਿਆ 25 ਵੋਲਟ। ਤੁਸੀਂ ਬਸ ਇਹ ਦੱਸੋ ਕਿ ਜੇ ਰੈਜ਼ਿਸਟਰ ਹੀਟਰ ਦੇ ਅਕ੍ਰੋਸ 25 ਵੋਲਟ ਹੈ ਤਾਂ ਕੱਲੇ ਰੈਜ਼ਿਸਟਰ ਦੇ ਅਕ੍ਰੋਸ ਹੀ 25 ਵੋਲਟ ਹੈ ਜਾਂ ਫਿਰ ਨੀਚੇ ਵਾਲੀ ਰੈਜ਼ਿਸਟੈਂਸ ਦੇ ਅਕ੍ਰੋਸ ਹੀ 25 ਵੋਲਟ ਹੀ ਹੋਏਗਾ। सर नीचे वाले ਤੇ ਕਿਉਂਕਿ ਵੋਲਟੇਜ ਜਿਹੜਾ ਹੈ ਵੋਲਟੇਜ ਡਿਵਾਈਡ ਹੋ ਰਿਹਾ ਬਸ ਆ ਦੋ ਹਿੱਸਿਆਂ 'ਚ, ਇੱਕ ਤਾਂ ਇਹਨਾਂ ਦੋਨਾਂ ਦੇ ਅਕ੍ਰੋਸ ਜਿੰਨਾ 25 ਵੋਲਟ ਆ ਗਿਆ, ਬਾਕੀ ਇਹਦੇ ਅਕ੍ਰੋਸ ਆਏਗਾ ਕਿ ਨਹੀਂ। Yes, sir. ਤੇ ਟੋਟਲ 100 ਵੋਲਟ ਨੇ ਡ੍ਰੌਪ ਕਰਨਾ ਸੀ ਤਾਂ ਫਿਰ ਇੱਥੇ ਇਹਦੇ ਅਕ੍ਰੋਸ ਕਿੰਨਾ ਆਏਗਾ 10 ਓਮ ਦੇ ਅਕ੍ਰੋਸ 75. 75 ਵੋਲਟ। ਜੇ ਇਹਦੇ ਅਕ੍ਰੋਸ 75 ਵੋਲਟ ਆਏਗਾ ਤਾਂ ਇਹਦੇ ਵਿੱਚੋਂ ਕਰੰਟ ਕਿੰਨਾ ਜਾ ਰਿਹਾ ਹੈਗਾ ਦੱਸ ਸਕਦੇ ਹੋ? 7.5. 7.5 ਐਂਪੀਅਰ। ਹੁਣ ਦੇਖੋ ਬਹੁਤ ਸਿੰਪਲ ਜੀ ਗੱਲ ਹੈ, 7.5 ਐਂਪੀਅਰ ਟੋਟਲ ਕਰੰਟ ਹੈ ਜੋ ਇੱਥੇ ਨਿਕਲ ਰਿਹਾ ਹੋਏਗਾ। ਸਾਨੂੰ ਬਿਨਾਂ ਥੱਲੇ ਬੈਟਰੀ ਤੱਕ ਗਏ ਉੱਪਰ ਹੀ ਉੱਪਰ ਆਪਣਾ ਕੰਮ ਚੱਲ ਗਿਆ, ਆਪਾਂ ਉਸ ਹੀਟਰ ਦੇ ਅਕ੍ਰੋਸ ਵੋਲਟੇਜ ਪਤਾ ਕਰ ਲਿਆ ਸਿਰਫ ਉਸ ਹੀਟਰ ਦੇ ਅਕ੍ਰੋਸ ਪਾਵਰ ਤੋਂ ਹੀ, ਤੇ ਟੋਟਲ ਕਰੰਟ ਪਤਾ ਲੱਗ ਗਿਆ। ਅੱਛਾ ਹੀਟਰ ਦੇ ਅਕ੍ਰੋਸ ਕਰੰਟ ਵੀ ਪਤਾ ਲੱਗ ਸਕਦਾ ਹੈ ਕਿ ਨਹੀਂ? यस सर ਪਤਾ ਲੱਗ ਹੀ ਜਾਏਗਾ ਕਿੰਨਾ
2.5 5 एम्पियर 2.5 एम्पियर 7.5 एम्पियर आऊगा 2.5 तो नीचे कितना जाऊगा फिर 5 एम्पियर 5 एम्पियर ਤੇ ਨੀਚੇ 5 एम्पियर ਜਾਊਗਾ ਇਹਦੇ ਅਕ੍ਰੋਸ ਵੋਲਟੇਜ ਕਿੰਨਾ ਟੋਟਲ R ਦੇ ਅਕ੍ਰੋਸ ਦੀ 25 25 ਤਾਂ ਫਿਰ I into R ਯਾਨੀ 5 into R ਕਰਕੇ 25 ਹੋਣਾ ਚਾਹੀਦਾ ਨਾ yes ਹਾਂਜੀ ਬਾਹਰ ਜੋ ਆਨਸਰ ਆ ਗਿਆ ਬਸ ਦੇਖੋ ਸਿਰਫ ਸਕੀਮ ਦੇਖੋ ਕਿਵੇਂ ਲੱਗਦੀ ਹੈ ਜਿਹੜਾ ਜਲਦੀ ਲਗਾ ਗਿਆ ਜਿਹੜਾ ਉਹ ਲਗਿਆ ਉਹ ਜਲਦੀ ਪਹੁੰਚ ਨਹੀਂ ਹੁਣ ਨਹੀਂ ਤਾਂ ਕਰਨ ਨੂੰ ਤਾਂ ਬੱਚਾ ਐਨ ਟ੍ਰੈਡੀਸ਼ਨਲ ਤਰੀਕੇ ਨਾਲ ਵੀ ਚੱਲ ਸਕਦਾ ਜੀ ਲਓ ਜੀ ਰੈਜ਼ਿਸਟੈਂਸ ਹੀਟਰ ਨਹੀਂ ਆ ਗਈ ਹੁਣ ਉਹ R ਦੇ ਨਾਲ ਉਹਨੂੰ ਪੈਰਲਲ ਚ ਰੈਜ਼ਿਸਟੈਂਸ ਕੈਲਕੂਲੇਟ ਕਰ ਲੇਗਾ ਪੂਰੀ ਇਨ ਟਰਮਸ ਆਫ R ਹੀ ਫਿਰ ਉਹਦਾ ਕਰੰਟ ਪਤਾ ਕਰੇਗਾ ਟੋਟਲ ਉਹਨੂੰ ਕਰੰਟ ਲਈ ਕਿੰਨੀ ਵੱਡੀ ਉਹ ਐਕਸਪ੍ਰੈਸ਼ਨ ਜਾਏਗਾ ਉਹਨੂੰ ਡਿਵਾਈਡ ਕਰਾਂਗੇ R ਇਕੁਇਵਲੈਂਟ ਨੂੰ 100 ਦੇ ਨਾਲ ਫਿਰ ਕਰੰਟ ਆਏਗਾ ਫਿਰ ਉਸ ਕਰੰਟ ਦਾ ਇੱਕ ਉੱਪਰਲਾ ਪੋਰਸ਼ਨ ਦੇਖੇਗਾ ਕਿ ਹੀਟਰ ਚੋਂ ਕਿੰਨਾ ਲੰਘਿਆ है ना फिर I स्क्वायर इनटू हीटर ਦੀ ਰੈਜ਼ਿਸਟੈਂਸ ਕਰਕੇ ਫਿਰ ਉਹ 62.5 ਦੇ ਬਰਾਬਰ ਲਿਖਿਆ ਫਿਰ ਉਹਨੂੰ R ਮਿਲ ਜਾਏਗਾ ਮਤਲਬ ਅਦਰਵਾਈਜ਼ ਕੋਈ ਜਾਏ ਤਾਂ ਲੰਬਾ ਪੱਥਰ ਵੀ ਜਾ ਸਕਦਾ ਆ ਕਿੰਨਾ ਸ਼ਾਰਟ ਹੋ ਗਿਆ ਇਹਨਾਂ ਸਿਰਫ ਤੁਸੀਂ ਸੋਚਿਆ ਤੇਜ਼ੀ ਨਾਲ ਜਿਹੜਾ ਤੇਜ਼ੀ ਨਾਲ ਨਹੀਂ ਸੋਚੂਗਾ ਫਿਰ ਆਬਵੀਅਸਲੀ ਇੱਕ ਹੀ ਕੁਐਸਚਨ 'ਚ ਬੈਠਾ ਰਹੂਗਾ ਪਰ ਤੇਜ਼ੀ ਨਾਲ ਸੋਚਣਾ ਕਿਵੇਂ ਹੈ ਇਹ ਤਾਂ ਹੈ ਨਹੀਂ ਕਿ ਮੈਂ ਸੋਚਣਾ ਚਾਹ ਰਿਹਾ ਤਾਂ ਮੈਂ ਸੋਚ ਲੂੰਗਾ ਪ੍ਰੈਕਟਿਸ ਜਿਹੜਾ ਪ੍ਰੈਕਟਿਸ ਬਹੁਤ ਜ਼ਿਆਦਾ ਕਰੇਗਾ ਉਹਨੂੰ ਪਤਾ ਲੱਗ ਜਾਏਗਾ ਜਿਵੇਂ ਜੇ ਦੇਖੋ ਸਰਕਟ ਤੁਸੀਂ ਕੋਈ ਦੇਖਦੇ ਹੋ ਨਾ ਮੰਨ ਲਓ ਕੋਈ ਸਰਕਟ ਦਿਖ ਰਿਹਾ ਮੈਨੂੰ ਇਹ ਦਿਖ ਰਿਹਾ ਇੱਥੇ ਕੋਈ ਰੈਜ਼ਿਸਟੈਂਸ ਦਿਖ ਰਹੀ ਹੈ ਇੱਥੇ ਕੋਈ ਦਿਖ ਰਹੀ ਹੈ ਇਹਦੇ ਨਾਲ ਜਿੰਨੀਆਂ ਮਰਜ਼ੀ ਦਿਖ ਰਹੀਆਂ ਹੋਣ ਜਿੰਨੀਆਂ ਮਰਜ਼ੀ ਮੈਨੂੰ ਪਤਾ ਹੋਣਾ ਚਾਹੀਦਾ ਹੈ ਫਿਰ ਇੱਥੇ ਕੋਈ ਰੈਜ਼ਿਸਟੈਂਸ ਦਿਖ ਰਹੀ ਹੈ ਇੱਥੇ ਵੀ ਦਿਖ ਰਹੀ ਹੈ ਇੱਥੇ ਵੀ ਇੱਕ ਰੈਜ਼ਿਸਟੈਂਸ ਦਿਖ ਰਹੀ ਹੈ ਮੈਨੂੰ ਇਹ ਪਤਾ ਹੋਣਾ ਚਾਹੀਦਾ ਜੇ ਅਕ੍ਰੋਸ ਮੈਂ ਕੋਈ ਵੀ ਬੈਟਰੀ ਲਗਾਈ ਹੈ ਨਾ 20 ਵੋਲਟ ਦੀ ਤਾਂ ਇਹਦੇ ਅਕ੍ਰੋਸ ਜੋ ਵੋਲਟੇਜ ਹੋਏਗਾ V1 ਤੇ ਇਹਨਾਂ ਤਿੰਨਾਂ ਦੇ ਅਕ੍ਰੋਸ ਵੋਲਟੇਜ V2 ਸੇਮ ਹੋਏਗਾ ਨਾ ਤੇ ਇਹਦੇ ਅਕ੍ਰੋਸ V3 ਹੋਏਗਾ ਇਹਦੇ ਅਕ੍ਰੋਸ V4 ਹੋਏਗਾ ਤਾਂ ਸਾਰਿਆਂ ਨੂੰ ਜੋੜ ਕੇ ਕੀ ਆਏਗਾ V ਆਏਗਾ ਨਹੀਂ ਸਮਝ ਲੱਗ ਰਹੀ ਗੱਲ yes sir ਸੋ ਆ ਬੇਸਿਕ ਗੱਲਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਇੱਥੇ ਕਰੰਟ ਆਏਗਾ ਜੇ ਕਰੰਟ ਰਿਲੇਟਡ ਕੋਈ ਮੇਜ਼ਰਮੈਂਟ ਕਰਨੀ ਹੈ ਤਾਂ ਕਰੰਟ ਇੱਥੇ ਆ ਕੇ ਤਿੰਨ ਹਿੱਸਿਆਂ 'ਚ ਵੰਡਿਆ ਜਾਏਗਾ ਤੇ ਕਰੰਟ ਡਿਸਟ੍ਰੀਬਿਊਟ ਕਿਵੇਂ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਫਿਰ ਉਹ ਸਾਰਾ ਕਰੰਟ ਜਿਹੜਾ ਇੱਥੇ ਆਏਗਾ ਉਹੀ ਇੱਥੇ ਨਿਕਲੇਗਾ ਪਤਾ ਹੋਣਾ ਚਾਹੀਦਾ ਉਹੀ ਨਿਕਲੇਗਾ ਇੱਥੇ ਉਹ ਫਿਰ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਕਿਵੇਂ ਡਿਸਟ੍ਰੀਬਿਊਟ ਹੈ ਪਤਾ ਹੋਣਾ ਚਾਹੀਦਾ ਫਿਰ ਜਿਹੜਾ ਕਰੰਟ ਇੱਥੋਂ ਨਿਕਲਿਆ ਸੀ ਉਹ ਇੱਥੋਂ ਵੀ ਨਿਕਲੇਗਾ ਪਤਾ ਹੋਣਾ ਚਾਹੀਦਾ ਜੇ ਮੰਨ ਲਓ ਆ ਨਾ ਹੋਵੇ ਵਿਚਕਾਰਲਾ ਤੇ ਮੈਨੂੰ ਬਸ ਕਰੰਟ ਮਿਲ ਜਵੇ ਜੇ ਤੇ ਮੈਂ ਕਰੰਟ ਨੂੰ ਇਸ ਰੈਜ਼ਿਸਟੈਂਸ ਨਾਲ ਮਲਟੀਪਲਾਈ ਕਰੂੰਗਾ ਤੇ ਮੈਨੂੰ ਇਹਦਾ ਅਕ੍ਰੋਸ ਵੋਲਟੇਜ ਮਿਲ ਜਾਏਗਾ ਫਿਰ ਇਹਦੇ ਨਾਲ ਮਲਟੀਪਲਾਈ ਕਰੂੰਗਾ ਉਹੀ ਕਰੰਟ ਨੂੰ ਇਹਦੇ ਨਾਲ ਇਹਦੇ ਅਕ੍ਰੋਸ ਵੋਲਟੇਜ ਮਿਲ ਜਾਏਗਾ ਦੋਨੋਂ ਵੋਲਟੇਜ ਨੂੰ ਐਡ ਕਰਕੇ 20 ਚੋਂ ਮਾਈਨਸ ਕਰੂੰਗਾ ਤਾਂ ਆ ਮਿਲ ਜਾਏਗਾ ਨਾ ਫਿਰ yes ਤੇ ਜਦੋਂ 20 ਮਿਲ ਜਾਏਗਾ ਤਾਂ ਫਿਰ ਸਾਰੇ ਦੇ ਕ੍ਰਾਸ ਕਲੇ ਕ੍ਰਾਸ ਕਰੰਟ ਪਤਾ ਕਰਾਂ ਚਾਹੇ ਮੈਂ ਇਹਨਾਂ ਦੀ ਪਾਵਰ ਪਤਾ ਕਰਾਂ ਜੋ ਮਰਜ਼ੀ ਪਤਾ ਕਰਾਂ ਦਾ ਥਿੰਗ ਇਜ਼ ਤੁਹਾਨੂੰ ਸੋਚਣਾ ਆਉਣਾ ਚਾਹੀਦਾ ਇਸ ਤਰ੍ਹਾਂ ਕਿਉਂਕਿ ਇਹ ਸਭ ਚੀਜ਼ਾਂ ਆਪਾਂ ਸ਼ੁਰੂ ਤੋਂ ਬੇਸਿਕ ਸਿੰਪਲ ਸਰਕਟ ਤੋਂ ਸੋਲਵ ਕਰਕੇ ਸ਼ੁਰੂ ਕੀਤਾ ਸੀ ਐ ਨਹੀਂ ਕਿ ਹੁਣ ਉਹਨੂੰ ਭੁੱਲੀ ਜਾਓ ਤੁਸੀਂ ਇਹਨਾਂ ਚੀਜ਼ਾਂ ਨੂੰ ਬਲਕਿ ਤੇਜ਼ੀ ਨਾਲ ਯੂਜ਼ ਕਰਨ ਦਾ ਇੱਕ ਉਹ ਬਣਾਓਗੇ ਤੁਹਾਨੂੰ ਇਸੇ ਆਂਦਾ ਹੋਵੇ ਹੁਣ ਜਿਵੇਂ ਮੀਟਰ ਬ੍ਰਿਜ ਵਗੈਰਾ ਤੇ ਪੋਟੈਂਸ਼ੀਓਮੀਟਰ ਬਾਰੇ ਹਲੇ ਤਾਂ ਤੁਸੀਂ ਬੇਸਿਕ ਹੀ ਕੀਤਾ ਉਹਨੂੰ ਥੋੜਾ ਹੋਰ ਡਿਟੇਲ ਚ ਉਹਦੀ ਕੁਐਸਚਨਸ ਕਰਾਂਗੇ ਆਪਾਂ ਪਹਿਲਾਂ ਆਪਾਂ ਇਹਦੇ ਨਾਲ ਹੋਰ ਰਿਲੇਟਡ ਕੁਝ ਕੁਐਸਚਨਸ ਕਰ ਲਈਏ ਇਹ ਕੁਐਸਚਨ ਤੁਸੀਂ ਪਹਿਲਾਂ ਕੀਤੇ ਹੋਏ ਨੇ ਕੈਪੈਸਿਟਰ ਦੇ ਵਿੱਚ 3 ਡਾਇਮੈਂਸ਼ਨਲ ਸਟਰਕਚਰ ਸਾਰਿਆਂ ਨੇ ਕੀਤੇ ਹੋਏ ਤੋਂ ਐਂਡ ਪੁਆਇੰਟ ਸਿਮੈਟਰੀ ਵਗੈਰਾ ਉਹ ਸਭ ਕਰਾਇਆ ਤੁਹਾਨੂੰ ਤੇ ਆਪਾਂ ਹੁਣ ਉਹੀ ਚੀਜ਼ ਰੈਜ਼ਿਸਟਰ ਦੇ ਬਾਰੇ ਕਰਾਂਗੇ ਕਿ ਇਕੁਇਵਲੈਂਟ ਰੈਜ਼ਿਸਟੈਂਸ ਕਿਵੇਂ ਫਾਈਂਡ ਕਰਨੀ ਹੈ ਜਿਵੇਂ ਕਿਊਬ ਦੇ ਲਈ ਜਿਵੇਂ ਮੈਂ ਕਹਿੰਦਾ ਕਿ 12 ਆਈਡੈਂਟੀਕਲ ਰੈਜ਼ਿਸਟਰਸ ਜਾਂ ਵਾਇਰਸ ਕਹ ਲਓ ਵਾਇਰਸ each of resistance R मतलब हर एक वायर की रेजिस्टेंस R है 12 आइडेंटिकल वायर्स ने they are connected ਹੁਣ ਇਸੇ क्वेश्चन ਚੋਂ ਕਈ क्वेश्चन ਨਿਕਲਨੇ ਆਪਾਂ ਦੇਖਦੇ ਹਾਂ are connected to form a cubical frame एक cubical frame ਬਣਾਇਆ ਆਪਾਂ ਇਹਨਾਂ ਦੇ ਨਾਲ ਠੀਕ ਹੈ calculate net resistance या equivalent resistance या R effective कह लो net resistance between P and Q obviously ਤੁਹਾਨੂੰ डायग्राम बना पता होगा या थोड़ी P and Q पता लग जाएगा ਤੁਹਾਨੂੰ सो ਆਪਾਂ ਬਣਾ ਲੈਣੇ ਆ ਆਪਣੇ ਕੋਲ ਜਿਹੜੀ ਸਿਸਟਮ ਹੈ ਇਸ ਤਰ੍ਹਾਂ ਦਾ ਹੈ ਆ ਆਪਣਾ ਕਿਊਬ ਹੈ डायग्राम ਨੂੰ 3 डायमेंशनली सोचा करो इस तरह का है आ सारे ਜਿਹੜੇ ਵਾਇਰਸ ਨੇ ਇਹਨਾਂ ਦਾ ਰੈਜ਼ਿਸਟੈਂਸ R ਹੈ ਹੁਣ ਮੈਂ ਰੈਜ਼ਿਸਟੈਂਸ ਉਹ ਬਣਾ ਨਹੀਂ ਰਿਹਾ ਜ਼ਿਗਜ਼ੈਗ ਜਿਹਾ ਸੋ ਤੁਸੀਂ ਆਪ ਹੀ ਸਮਝ ਲਿਓ ਜਿਵੇਂ ਇਹਦੇ ਪਿੱਛੇ ਵਾਲੇ ਨੂੰ ਆਪਾਂ ਐ ਸ਼ੋ ਕਰ ਦਿੰਦੇ ਹਾਂ
ਰੈਜ਼ਿਸਟੈਂਸ ਹਰ ਇੱਕ ਵਾਇਰ ਦਾ, ਇਹ 12 ਵਾਇਰਸ ਨੇ, ਸਭ ਦਾ ਟੋਟਲ R ਹੀ ਹੈ, ਠੀਕ ਹੈ। ਤੇ ਜਿਹੜਾ P ਪੁਆਇੰਟ ਹੈ ਆਪਣਾ, P ਪੁਆਇੰਟ ਹੈ ਜੀ ਇੱਥੇ, ਤੇ Q ਪੁਆਇੰਟ ਹੈਗਾ ਆ ਪਿੱਛੇ ਵਾਲਾ, ਇਹਦਾ ਬੋਡੀ ਡਾਇਗਨਲ ਵਰਗਾ ਬਣ ਰਿਹਾ, P ਤੇ Q ਨੂੰ ਜੋੜਿਆ ਜਾਵੇ, ਠੀਕ ਹੈ। P ਤੇ Q ਵਿੱਚ ਉਹਨਾਂ ਨੇ ਕਿਹਾ ਹੋਵੇ ਤੁਸੀਂ ਫਾਈਂਡ ਕਰਕੇ ਦਿਖਾਓ ਸਾਨੂੰ ਨੈਟ ਰੈਜ਼ਿਸਟੈਂਸ। ਸੋ ਦਿਸ ਇਜ਼ ਦਾ ਕੁਐਸਚਨ। ਦੇਖੋ ਤੁਹਾਨੂੰ ਇਸ ਤਰ੍ਹਾਂ ਦਾ ਉਹਦੇ ਚ ਕੀਤਾ ਹੈ ਆਪਾਂ ਕੈਪੈਸਿਟਰ ਤੋਂ ਸਿਮਿਲਰ ਪ੍ਰੋਬਲਮਸ ਹੀ ਆ ਰਹੀਆਂ, ਇੱਕ ਤਰ੍ਹਾਂ ਸੋਲੂਸ਼ਨ ਦੇਖਦੇ ਆ। ਸੋਲਵ ਕਰਨ ਲਈ ਸਭ ਤੋਂ ਇੱਕ ਤਾਂ ਸਿੰਪਲ ਤਰੀਕਾ ਤੁਹਾਨੂੰ ਸਮਝਾਇਆ ਕੀ ਕਰਨਾ, ਜਿਹੜੇ ਪੁਆਇੰਟ ਦੇ ਅਕ੍ਰੋਸ ਕਿਹਾ ਗਿਆ ਰੈਜ਼ਿਸਟੈਂਸ ਫਾਈਂਡ ਕਰਨ ਨੂੰ, ਉਹਦੇ ਅਕ੍ਰੋਸ ਕੀ ਲਗਾ ਦਿਓ, ਬੈਟਰੀ ਕਰਾਇਆ ਸੀ ਨਾ। Yes. Yes, ਦੇਖ ਲਓ ਬੈਟਰੀ ਕਿੰਨਾ ਕਰੰਟ ਖਿੱਚ ਰਹੀ, ਜਿਵੇਂ ਇਹਦੇ ਅਕ੍ਰੋਸ ਮੈਂ ਲਾ ਦੇਵਾਂ ਜੇ ਐ ਕਰਕੇ ਬੈਟਰੀ, ਤੇ ਬਸ ਬੈਟਰੀ ਜਦ ਦੇਖ ਲਵਾਂ ਕਿੰਨਾ ਕਰੰਟ ਨਿਕਲ ਰਿਹਾ, ਜੇ ਕਰੰਟ ਮਿਲ ਜਾਵੇ ਮੈਨੂੰ ਤਾਂ ਮੈਂ ਉਹੀ ਬੈਟਰੀ ਜਿਹਨੇ ਵੀ ਲਗਾਈ 20 ਦੀ V/I ਕਰੂੰਗਾ ਤਾਂ R ਇਫੈਕਟਿਵ ਆ ਜਾਏਗਾ। ਇਹ ਤਾਂ ਹੁੰਦਾ ਹੀ ਹੈ ਹਨਾ। ਫਿਰ ਚਾਹੇ ਮੈਂ ਇਹਦੇ ਵਿੱਚੋਂ ਕਿਰਚੌਫ ਰੂਲ ਲਗਾ ਲਵਾਂ, ਕੁਝ ਵੀ ਲਗਾ ਲਵਾਂ, ਮਤਲਬ ਵਟਐਵਰ ਇਜ਼ ਦਾ ਵੇ ਮੈਂ I ਫਾਈਂਡ ਕਰਨਾ। ਪਰ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਕਿਸੇ ਵੀ ਸਰਕਟ ਵਿੱਚ ਕਰੰਟ ਦੀ ਸਕੀਮ ਬਣਾਉਣਾ। ਜਿਹੜੇ ਬੱਚੇ ਨੂੰ ਕਰੰਟ ਸਕੀਮ ਬਣਾਉਣਾ ਨਹੀਂ ਆਏਗਾ, ਉਹ ਬੱਚਾ ਫਿਰ ਕੁਐਸਚਨ ਨੂੰ ਅੱਗੇ ਵਧਾਏਗਾ ਹੀ ਕਿਵੇਂ, ਤੇ ਕਰੰਟ ਦੀ ਸਕੀਮ ਕਿਵੇਂ ਬਣਦੀ ਹੈ ਉਹਦੇ ਲਈ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੀ ਕਿਹੜੀ ਵਾਇਰ 'ਚ ਕਰੰਟ ਨੂੰ ਡਿਵਾਈਡ ਕਿਵੇਂ ਕਿਵੇਂ ਕਰਨਾ ਹੈ, ਜਾਂ ਕੀ ਤਿੰਨੋਂ ਜਾਂ ਚਾਰੋਂ ਵਾਇਰਸ ਜੇ ਇੱਕ ਜਗ੍ਹਾ ਤੋਂ 3 ਰਸਤੇ ਨਿਕਲ ਰਹੇ ਨੇ, ਕਿ ਤਿੰਨੋਂ ਰਸਤਿਆਂ 'ਚ ਬਰਾਬਰ ਹੀ ਜਾਏਗਾ ਕਰੰਟ, ਜਾਂ ਅਲੱਗ-ਅਲੱਗ ਵੰਡਿਆ ਜਾਏਗਾ ਤਾਂ ਕਿਵੇਂ ਵੰਡਿਆ ਜਾਏਗਾ, ਅੱਧਾ ਜਾਂ 1/3 ਜਾਂ ਕਿੰਨਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਇਹਦੇ ਲਈ ਆਪਾਂ ਦੇਖਿਆ ਸੀ ਸਿਮੈਟਰੀ ਵੀ ਦੇਖੀ ਸੀ, ਸਮਝੀ ਸੀ। ਹੁਣ ਇੱਥੇ ਸਮਝ ਕੇ ਦੇਖਦੇ ਹਾਂ। ਤੁਸੀਂ ਸੋਚ ਕੇ ਦੇਖੋ ਕਿ ਜਦੋਂ ਇੱਥੋਂ ਕਰੰਟ ਆਏਗਾ, ਕਰੰਟ ਇੱਥੇ P ਤੱਕ ਪਹੁੰਚੇਗਾ, ਇਹਨੂੰ ਬਿਨਾਂ ਸਰਕਟ ਸਕੀਮ ਸਮਝੇ ਆਪਾਂ ਨਹੀਂ ਸਮਝ ਪਾਵਾਂਗੇ, ਕੁਐਸਚਨ ਨਹੀਂ ਕਰ ਪਾਵਾਂਗੇ। ਆ ਗਿਆ ਜਦੋਂ ਕਰੰਟ I ਆਇਆ P ਤੇ, ਉਹਦੇ ਕੋਲ ਕਿੰਨੇ ਰਸਤੇ ਆ, 3। ਕੀ ਤਿੰਨੋਂ ਰਸਤੇ ਇਕੁਇਵਲੈਂਟ ਨੇ, ਤਿੰਨੋਂ ਰਸਤੇ ਇਕੁਇਵਲੈਂਟ ਹੈਗੇ ਨੇ ਕਿ ਨਹੀਂ, ਦੇਖੋ ਸੋਚੋ। Yes, sir. ਜਿਵੇਂ ਦੇਖੋ ਜੇ ਉਹ ਇਸ ਰਸਤੇ ਜਾਂਦਾ ਆ, ਇਸ ਪੁਆਇੰਟ ਤੇ ਪਹੁੰਚਦਾ ਆ, ਇਸ ਰਸਤੇ ਜਾਂਦਾ ਹੈ, ਇਸ ਪੁਆਇੰਟ ਤੇ ਪਹੁੰਚਦਾ ਆ, ਇਸ ਰਸਤੇ ਜਾਂਦਾ ਹੈ ਤਾਂ ਇਸ ਪੁਆਇੰਟ ਤੇ ਪਹੁੰਚਦਾ ਆ। ਜਿਹੜੇ ਆ 3 ਪੁਆਇੰਟ ਜਿੱਥੇ ਉਹ ਪਹੁੰਚਿਆ, ਹੁਣ ਆ ਤਿੰਨੋਂ ਪੁਆਇੰਟਸ ਤੋਂ ਤੁਹਾਡਾ ਜਿਹੜਾ ਡੈਸਟੀਨੇਸ਼ਨ ਹੈ, ਡੈਸਟੀਨੇਸ਼ਨ ਕੀ ਹੈ ਤੁਹਾਡੀ, Q ਹੈ ਨਾ। Yes, sir. Yes, sir. ਤੇ Q ਤੇ ਪਹੁੰਚਣਾ ਇਹਨਾਂ ਤਿੰਨੋਂ ਪੁਆਇੰਟ ਤੋਂ ਇਕੁਇਵਲੈਂਟਲੀ ਹੈ ਨਾ, ਕਿਉਂਕਿ ਜਿਵੇਂ ਦੇਖੋ ਉਧਰੋਂ ਜੇ ਮੈਂ ਇਧਰੋਂ ਗੱਲ ਕਰਾਂ ਆਵਲੇ ਪੁਆਇੰਟ A ਤੋਂ, ਆਵਲੇ ਪੁਆਇੰਟ A ਤੋਂ ਇਹਨੂੰ ਇੱਕ ਵਾਇਰ ਤੇ ਫਿਰ ਦੋ ਵਾਇਰ ਐਟਲੀਸਟ ਨਿਕਲਣੀ ਪੈਣੀ ਤਾਂ ਉਹਨੂੰ ਜਾ ਕੇ Q ਮਿਲਦਾ ਹੈ। ਇੱਥੋਂ ਵੀ ਉਹ 2 ਵਾਇਰਸ ਇਧਰੋਂ ਜਾਂ ਇਧਰੋਂ ਹੀ ਹਨਾ, ਜਿਵੇਂ ਮਰਜ਼ੀ ਹੈ ਇਧਰੋਂ ਜਾਏ, ਤੇ ਇਧਰੋਂ ਵੀ ਜੇ ਆਵੇ ਤਾਂ ਇਧਰੋਂ ਇੱਕ ਵਾਇਰ ਆ ਤੇ ਫਿਰ ਆ ਹਨਾ, ਘੱਟੋ ਘੱਟ, ਜਾਂ ਇਧਰੋਂ ਅੰਦਰੋਂ ਵੀ ਜਾਂਦਾ ਹੈ ਤਾਂ ਇਸ ਤਰ੍ਹਾਂ ਕਰਕੇ ਤਾਂ ਵੀ Q ਤੱਕ ਪਹੁੰਚਣ ਲਈ 2 ਹੋਰ ਵਾਇਰਸ ਤੋਂ ਉਹਨੂੰ ਨਿਕਲਣਾ ਪੈਂਦਾ ਹੈ। ਸੋ ਇਹ ਆਇਡੈਂਟੀਕਲ ਹੈ ਕਿ ਨਹੀਂ। Yes, sir. Yes, sir. ਅੱਛਾ ਤੁਸੀਂ ਦੇਖੋ ਕਿ ਇੱਥੇ ਸਭ ਤੋਂ ਹਾਈਐਸਟ ਵੋਲਟੇਜ ਕਿਹੜੇ ਪੁਆਇੰਟ ਤੇ ਹੈ, P ਤੇ ਕਿ Q ਤੇ, P ਤੇ ਹੈ ਨਾ। P ਤੇ। ਬੈਟਰੀ ਦਾ ਸਭ ਤੋਂ ਹਾਈਐਸਟ ਟਰਮੀਨਲ P ਤੇ ਜੋੜਿਆ ਹੈ, ਲੋਐਸਟ ਵਾਲਾ Q ਤੇ ਜੋੜਿਆ। ਸੋ ਸਭ ਤੋਂ ਹਾਈਐਸਟ ਪੋਟੈਂਸ਼ੀਅਲ P ਤੇ ਹੈ, ਫਿਰ P ਤੋਂ ਬਾਅਦ ਜਿਵੇਂ ਜਿਵੇਂ ਕਰੰਟ ਅੱਗੇ ਵੱਧ ਰਿਹਾ ਪੋਟੈਂਸ਼ੀਅਲ ਘਟ ਰਿਹਾ ਕਿ ਵੱਧ ਰਿਹਾ, Cut ਘਟ ਰਿਹਾ। ਤਾਂ ਆਹ ਜਿਹੜੇ ਪੁਆਇੰਟਸ ਨੇ ਬੇਸਿਕਲੀ ਸਾਰੇ ਪੁਆਇੰਟਸ ਆਇਡੈਂਟੀਕਲ ਨੇ, ਤਾਂ ਇਹਨਾਂ ਸਾਰੇ ਪੁਆਇੰਟ ਤੇ ਪੋਟੈਂਸ਼ੀਅਲ ਸੇਮ ਹੋਏਗਾ। ਕੀ ਮੈਂ ਸਾਰਿਆਂ ਨੂੰ A ਨਾਮ ਦੇ ਸਕਦਾ ਨਾ। Yes, sir. ਕਿਉਂ ਪੋਟੈਂਸ਼ੀਅਲ ਸਭ ਦਾ ਸੇਮ ਹੋਏਗਾ। ਠੀਕ ਹੈ ਗੱਲ ਕਲੀਅਰ। Yes, sir. Yes, ਹੁਣ sir. A ਤੋਂ ਬਾਅਦ ਜਦੋਂ ਅੱਗੇ ਵੱਧਦਾ ਆ ਬੰਦਾ ਇੱਥੋਂ, ਤਾਂ ਹੁਣ A ਤੋਂ ਬਾਅਦ ਚਾਹੇ ਉਹ ਇਧਰੋਂ ਵਧੇ ਐ, ਜਾਂ ਇਧਰੋਂ ਦੀ ਜਾ ਕੇ ਇਧਰ ਨੂੰ ਜਾਏ ਐ। ਹੁਣ ਦੇਖੋ ਤੁਸੀਂ ਕਿਵੇਂ ਉਹ ਜਾ ਸਕਦਾ ਹੈ, ਜਾਂ ਫਿਰ ਇਧਰੋਂ ਇਧਰ ਨੂੰ ਜਾਏ, ਜਾਂ ਇਧਰ ਨੂੰ। ਹਰ ਇੱਕ A ਦੇ ਪਹੁੰਚ ਕੇ 2 ਰਸਤੇ ਨਿਕਲ ਰਹੇ ਨੇ ਕਿ ਨਹੀਂ, ਆਵਲੇ A ਤੋਂ ਵੀ 2 ਰਸਤੇ ਨਿਕਲ ਰਹੇ, ਆਹ ਵੀ ਤੇ ਆਹ ਵੀ ਹਨਾ। ਤਾਂ ਜਿਹੜੇ ਪੁਆਇੰਟਸ ਤੋਂ ਪਹੁੰਚ ਰਿਹਾ ਵਾ, ਆਹ ਪੁਆਇੰਟਸ ਦੇ ਪੋਟੈਂਸ਼ੀਅਲ ਵੀ ਸੇਮ ਹੋਣਗੇ ਕਿ ਨਹੀਂ। Yes, ਆਹ sir. ਪੁਆਇੰਟ ਕਿਉਂਕਿ ਆਹ ਆਇਡੈਂਟੀਕਲ ਪੁਆਇੰਟਸ ਨੇ। ਦੇਖੋ ਆਹ ਪੁਆਇੰਟ ਤੋਂ ਬਾਅਦ ਵੀ ਹੁਣ ਬਸ ਡੈਸਟੀਨੇਸ਼ਨ ਸਾਹਮਣੇ ਦਿਖ ਰਹੀ ਹੈ, ਇਸ ਤੋਂ ਬਾਅਦ ਵੀ ਸਾਹਮਣੇ ਦਿਖ ਰਹੀ ਹੈ, ਇਸ ਤੋਂ ਬਾਅਦ ਵੀ ਸਾਹਮਣੇ ਦਿਖ ਰਹੀ ਹੈ। ਸੋ ਆਹ ਜਿਹੜੇ 3 ਪੁਆਇੰਟਸ ਨੇ, ਇਹਦੇ ਪੁਆਇੰਟਸ ਨੂੰ ਆਪਾਂ B ਨਾਮ ਰੱਖ ਦਈਏ। Yes. ਤੇ ਇਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ Q ਹੀ ਆ ਜਾਂਦਾ ਆ, ਫਿਰ ਤਾਂ ਕੋਈ ਦਿੱਕਤ ਨਹੀਂ ਹੈ। ਸਮਝ ਲੱਗ ਰਹੀ ਗੱਲ ਸਭ ਨੂੰ। Yes, sir. Yes, ਇਸ ਤੋਂ sir. ਬਾਅਦ ਤਾਂ ਫਿਰ Q ਹੀ ਹੈ। ਆ ਦੇਖੋ ਇਧਰੋਂ ਜਾਂ ਇਧਰੋਂ। ਸੋ ਸਮਝੋ ਕਿ ਬੇਸਿਕਲੀ ਹੁਣ ਅੱਛਾ ਇਹਦੇ ਵਿੱਚ ਦੇਖੋ ਇਹ ਚ ਐਂਡ ਪੁਆਇੰਟ ਸਿਮੈਟਰੀ ਹੈ, ਯਾਨੀ ਅਗਰ ਬੈਟਰੀ ਪੁੱਠੀ ਕਰ ਦਵਾਂ ਤਾਂ Q ਤੋਂ P ਜਾਂਦੇ ਹੋਏ ਵੀ ਕਰੰਟ ਨੂੰ ਬਿਲਕੁਲ ਉਹੋ ਜਿਹਾ ਹੀ ਦਿਖੇਗਾ ਸਟਰਕਚਰ ਜਿਵੇਂ P ਤੋਂ Q ਜਾਂਦੇ ਹੋਏ ਦਿਖ ਰਿਹਾ ਸੀ, ਹਨਾ। Yes, sir.
ਸੋ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਬਿਨਾ ਇਵਨ ਉਹਦੇ ਕਰੰਟ ਸਕੀਮ ਬਣਾਏ ਵੀ ਡਾਇਰੈਕਟਲੀ ਵੀ ਸੋਲਵ ਕਰ ਸਕਦੇ ਹੋ। ਜ਼ਿਆਦਾਤਰ ਆਪਾਂ ਇਸ ਤਰ੍ਹਾਂ ਹੀ ਕਰਦੇ ਹਾਂ, ਮੈਥਡ ਕਾਫੀ ਕਾਰਗਰ ਹੁੰਦਾ ਜੇ ਤੁਹਾਨੂੰ ਪੁਆਇੰਟਸ ਡਿਟੈਕਟ ਕਰਨੇ ਆ ਜਾਣ ਤਾਂ। ਸੋ P ਪੁਆਇੰਟ ਆ ਰਿਹਾ, P ਤੋਂ ਪਹਿਲਾਂ ਨਿਕਲ ਕੇ ਤੁਸੀਂ A ਪੁਆਇੰਟ ਤੱਕ ਜਾਓ, Q ਤੇ ਪਹੁੰਚਣਾ ਹੈ ਆਪਾਂ। P ਤੋਂ ਵਿਚਕਾਰ A ਪੁਆਇੰਟ ਆਏਗਾ, A ਪੁਆਇੰਟ ਤੇ P ਪੁਆਇੰਟ ਦੇ ਵਿੱਚ ਕਿੰਨੇ ਰੈਜ਼ਿਸਟਰ ਲੱਗੇ ਹੋਏ ਨੇ? 3 3 ਵਾਇਰਸ ਨੇ, ਇਹ ਵੀ R ਹੈ, ਇਹ ਵੀ R ਹੈ ਤੇ ਇਹ ਵੀ R ਹੈ। ਮੈਂ ਐਂ ਸ਼ੋ ਕਰ ਦਿੰਦਾ ਹਨਾ। ਫਿਰ A ਤੋਂ ਲੈ ਕੇ B ਦੇ ਵਿੱਚ ਕਿੰਨੇ ਰੈਜ਼ਿਸਟਰ ਨੇ ਦੇਖੋ? 6 1 2 A ਤੋਂ B 3 A ਤੋਂ B 4 A ਤੋਂ B 5 6 ਤਾਂ 6 ਵਾਇਰਸ ਇੱਧਰ ਹੋ ਗਈਆਂ। 1 2 3 4 5 6। ਫਿਰ B ਤੋਂ Q ਕਿੰਨੇ ਨੇ? 3। ਹੁਣ ਆ ਸਿਸਟਮ ਤਾਂ ਕਿੰਨਾ ਸੌਖਾ ਹੋ ਗਿਆ ਸੋਲਵ ਕਰਨਾ ਕਿ ਨਹੀਂ? ਇਹਦੀ ਰੈਜ਼ਿਸਟੈਂਸ ਕਿੰਨੀ ਆਏਗੀ ਦੱਸੋ? P ਤੋਂ A ਦੇ ਵਿਚਕਾਰ R/3। A ਤੋਂ ਲੈ ਕੇ ਫਿਰ B ਦੇ ਵਿਚਕਾਰ ਕਿੰਨੀ ਆਏਗੀ? R/6 ਤੇ ਉਸ ਤੋਂ ਬਾਅਦ ਫਿਰ ਕਿੰਨੀ ਆਏਗੀ Q ਤੱਕ? R/3 R/3। ਸੋ ਬੇਸਿਕਲੀ ਤੁਹਾਡੀ ਜਿਹੜੀ ਰੈਜ਼ਿਸਟੈਂਸ ਆਏਗੀ R ਇਕੁਇਵਲੈਂਟ ਉਹ ਸਿੰਪਲੀ ਆਏਗੀ R/3 plus R/6 plus R/3। ਇਹਨੂੰ ਸੋਲਵ ਕਰ ਲਿਓ 5R/6 ਆ ਜਾਏਗੀ। ਸਮਝ ਲੱਗੀ ਗੱਲ? yes sir ਕੈਪੈਸਿਟਰ ਦੇ Yes, ਕੇਸ ਚ ਕੀ ਸੀਗਾ, ਇੱਥੇ ਹਰ ਜਗ੍ਹਾ ਇੱਕ ਵਾਇਰ, ਹਰ ਵਾਇਰ 'ਚ ਇੱਕ ਕੈਪੈਸਿਟਰ ਲੱਗਿਆ ਹੋਇਆ ਸੀ। ਇੱਥੋਂ ਆਪਾਂ ਬੈਟਰੀ ਤੋਂ ਚਾਰਜ ਕੈਪੀਟਲ Q ਨਿਕਲਦਾ ਸੀ, Q ਡਿਸਟ੍ਰੀਬਿਊਟ ਹੁੰਦਾ ਸੀ ਤੇ ਉਹਦੇ ਨਾਲ ਉਹਦੇ ਚ ਪੋਟੈਂਸ਼ੀਅਲ ਡ੍ਰੌਪ ਹੁੰਦਾ ਸੀ Q ਕਿਸੇ ਕੈਪੈਸਿਟਰ ਵਿੱਚ ਪੋਟੈਂਸ਼ੀਅਲ ਡ੍ਰੌਪ ਉਵੇਂ ਫਾਈਂਡ ਕਰਕੇ ਆਪਾਂ ਆਹੀ ਪੁਆਇੰਟ ਡਿਟੈਕਟ ਕੀਤੇ ਸੀ। ਉੱਥੇ ਵੀ ਇਸ ਤਰ੍ਹਾਂ ਆਪਾਂ ਕੀਤਾ ਸੀ, ਕੈਪੈਸਿਟਰ ਲਗਾਏ ਸੀ ਇੱਥੇ ਆਪਾਂ ਹਰ ਜਗ੍ਹਾ, ਇੱਥੇ ਆਪਾਂ ਰੈਜ਼ਿਸਟਰ ਲਗਾ ਰਹੇ। ਪਰ ਇੱਕ ਗੱਲ ਯਾਦ ਰੱਖਣਾ ਕਿ ਐਂਡ ਪੁਆਇੰਟ ਸਿਮੈਟਰੀ ਕਈ ਵਾਰ ਬਣਦੀ, ਕਈ ਵਾਰ ਨਹੀਂ ਬਣਦੀ, ਤੇ ਫਿਰ ਆਪਾਂ ਨੂੰ ਕਰੰਟ ਦੇਖਣੇ ਪੈਂਦੇ ਕਿ ਕਰੰਟ ਬਰਾਬਰ ਤਾਂ ਜਾਣਗੇ ਨਹੀਂ। ਫਿਰ ਆਪਣੇ ਆ ਪੁਆਇੰਟ A ਦੇ ਜ਼ਰੂਰੀ ਨਹੀਂ ਨੀਚੇ ਵਾਲਾ ਵੀ A ਹੋਏ। ਇਟ ਡਿਪੈਂਡਸ ਕਿ ਕਿਸ ਤਰ੍ਹਾਂ ਦਾ ਕੁਐਸਚਨ ਹੈ। ਸੋ ਆਹੀ ਕੁਐਸਚਨ ਹੁਣ ਮੈਂ ਇੱਕ ਹੋਰ ਦੁਬਾਰਾ ਕੁਐਸਚਨ ਜਿਵੇਂ ਇਹੀ ਪਾਵਾਂ, ਹਰ ਰੈਜ਼ਿਸਟੈਂਸ ਹਰ ਵਾਇਰ ਦੀ ਰੈਜ਼ਿਸਟੈਂਸ R ਹੈ, ਕਿਊਬ ਬਣਿਆ ਹੋਇਆ, ਫਿਰ ਉਵੇਂ ਕਿਊਬ ਬਣਾ ਕੇ ਫਿਰ ਮੈਂ ਕੁਐਸਚਨ ਦੱਸਦਾ ਤੁਹਾਨੂੰ ਕੀ ਹੈ ਕੁਐਸਚਨ। ਸੋ ਅਗੇਨ here it is a cube। बड़े ध्यान ना करने हैं क्वेश्चन में, प्रैक्टिस करनी है। जिन्ना प्रैक्टिस करोगे उन्ना ज़्यादा तुहानू जल्दी दिमाग च आएगी चीज़ां, उन्नी जल्दी ही सॉल्व कर पाओगे। प्रैक्टिस घट करोगे तो फिर बस फिर प्रैक्टिस घट करिए तो असी आप ही नहीं कर सकते। जे तुहानू पढ़ाना छड्ड दईए 2-4 साल मैं कुछ होर करन लग जावां तो 2-4 साल बहुत हुंदे ने, बस फिर सारा प्रैक्टिस गई खत्म, दिमाग च नहीं आएगी वो चीज़। तुहानू तां पेपर देने तो तुहानू कितनी प्रैक्टिस की लोड़ है सोचो। अच्छा जी, आ पॉइंट A है, हुण आ पॉइंट B है। हुण उन्होंने कहा फाइंड R इक्विवेलेंट बिटवीन A एंड B। हुण तुसीं सोचो, देखो हुण A ते B च कहा उन्होंने। अच्छा बाकी सारी गल होई है R रेजिस्टेंस सब दी, सो आ कहने की लोड़ नहीं मैनूं। हुण A ते B दे विच तुसीं देखो, हुण सारे पॉइंट पहला वांगू ही इक्विवेलेंट आणगे कि नहीं? तुसीं देखो पहले तो A ते B विच बैटरी ला दो ताकि तुहानूं गल पता लगे, है ना? नहीं ला दो सीधी, लो जी आई करंट आ गया, इत्थे तक आ गया। हुण आई करंट आउण तो बाद आई करंट कोल 3 रस्ते ने, जिवें पहलां सीगे कि तीनों रस्ते इक्विवेलेंट हैगे ने। जिवें आ वाला रस्ता जिहड़ा आ, ए वाला मैनूं लग रहा है इस रस्ते ते तां इक्विवेलेंट है, क्योंकि इस तो बाद डेस्टिनेशन आ रही है कि नहीं सामने, देखो yes sir उधरों गया तां भी B सामने पिया, बस एक छाल मारनी उहने। इधरों गया तां भी B सामने आ, पर जे यही बंदा नीचों जाएगा, या जे यही सॉरी बंदा नहीं, यह कहते हैं जोड़ा करंट है, जे नीचों भी जाएगा इथों तां वो सेम सिचुएशन नहीं आएगी। देखो इथों हुण नहीं आ रही सेम, इस तो बाद B थोड़ी, B तो बहुत दूर पे वाले है कि नहीं? yes इसका मतलब इत्थे जे मैं पहला वांगू सोचने की कोशिश करा तो मैं ये कह सकता, ऐसे ए बी इत्थे मैं मान लिया ना पी क्यू सी, चलो इत्थे ऐ करो, ये पॉइंट का नाम पी रख लीए, एदा नाम भी पी रख सकते कि नहीं रख सकते? दसो इत्थे भी रख सकते कि नहीं? yes sir पर एदा नाम पी नहीं रख सकते, ये तो भाई साहब कुछ हो रही, एदा होर भी कुछ चल रहा वा। यानी कि जे करंट जाऊगा तो करंट उपरली दोनों तारां च येलो वालियां च तां
ਸੇਮ ਜਾਊਗਾ, ਨੀਚੇ ਕੁਝ ਹੋਰ ਜਾਊਗਾ ਨਾ। Yes. ਯੈਸ ਸਰ। ਇਹ ਗੱਲ ਸਮਝ ਆ ਰਹੀ ਹੈ ਤਾਂ ਠੀਕ ਹੈ। ਦੇਖੋ ਮੇਰੀ ਗੱਲ ਸੁਣੋ, ਕਾਲੀ ਚ ਐਵੇਂ ਹੀ ਯੈਸ ਯੈਸ ਕਹਿ ਕੇ ਨਹੀਂ ਨਿਕਲ ਜਾਣਾ। ਦੇਖੋ ਬਹੁਤ ਟਾਈਮ ਹੈਗਾ ਆਪਣੇ ਕੋਲ ਆਰਾਮ ਨਾਲ ਸਿੱਖਣ ਦਾ, ਸਮਝਣ ਦਾ। ਹੁਣੀ ਕਾਲੀ ਕਰ ਜਾਵਾਂਗੇ, ਸਿਲੇਬਸ ਮੁੱਕ ਜਾਣਾ ਹੈ ਅਕਤੂਬਰ ਚ, ਫਿਰ ਨਵੰਬਰ ਚ ਸੋਚਾਂਗੇ ਆਂਦਾ ਤਾਂ ਕੁਝ ਹੈ ਨਹੀਂ। ਇਹ ਕੋਈ ਦਿੱਕਤ ਨਹੀਂ ਹੈ, ਮੈਨੂੰ 15 ਦਿਨ ਹੋਰ ਲਾਣੇ ਪੈਣ, ਮੈਂ ਲਾ ਲੂੰਗਾ। ਤੁਸੀਂ ਗੱਲ ਨੂੰ ਸਮਝੇ ਬਿਨਾ ਅੱਗੇ ਨਹੀਂ ਵਧਣਾ। ਆਹ ਗੱਲ ਸਮਝ ਲੱਗ ਰਹੀ ਹੈ ਕਿ ਮੈਂ ਪਹਿਲਾਂ ਕਿਉਂ ਆਈਡੈਂਟੀਕਲ ਲੈ ਰਿਹਾ ਸੀ ਤਿੰਨਾਂ ਨੂੰ, ਹੁਣ ਕਿਉਂ ਨਹੀਂ? Yes, sir. Yes, sir. ਹੁਣ ਆ ਨੀਚੇ ਵਾਲਾ ਪੁਆਇੰਟ ਦਾ ਫਿਰ ਨਾਮ ਕੁਝ ਹੋਰ ਰੱਖ ਦਿੰਦੇ ਆ, ਫਿਰ ਊੜਾ ਐਡ ਆਈਡੀ ਸੱਸਾ ਵਾਟਐਵਰ, ਹਨਾ। ਆ ਉੱਪਰਲੇ ਪੁਆਇੰਟ ਪੀ ਰੱਖ ਲਏ, ਕਿਊ ਰੱਖ ਦੋ ਇਹਦਾ ਨਾਮ। ਠੀਕ ਹੈ ਜੀ ਗੱਲ? Yes, sir. Yes, sir. ਹਾਂਜੀ ਸਰ। ਹੁਣ ਪੀ ਤੋਂ ਬਾਅਦ ਤਾਂ ਬੀ ਹੈਗਾ ਹੀ ਆ, ਹਨਾ, ਉਹਨੂੰ ਤਾਂ ਛੱਡ ਹੀ ਦੋ ਉੱਪਰਲੇ ਮਸਲੇ ਨੂੰ, ਕੋਈ ਦਿੱਕਤ ਨਹੀਂ ਗੀ, ਹਨਾ। ਪਰ ਜੇ ਆਪਾਂ ਇਧਰੋਂ ਦੇਖੀਏ ਹੁਣ ਕਿਊ ਤੋਂ ਬਾਅਦ, ਤਾਂ ਆਪਾਂ ਨੂੰ ਸੋਚਣਾ ਪੈਣਾ ਕਿ ਆਪਣੇ ਕੋਲ ਜਿਹੜੇ ਪੁਆਇੰਟਸ ਕਿਹੜੇ ਕਿਹੜੇ ਆਇਡੈਂਟੀਕਲ ਹੈਗੇ ਨੇ। ਕਿਊ ਤੋਂ ਬਾਅਦ ਸੋਚਣਾ ਪੈਣਾ ਹੁਣ ਆਪਾਂ ਨੂੰ। ਹੁਣ ਸੋਚੋ ਕਿਊ ਤੋਂ ਬਾਅਦ ਜਿਹੜੇ ਪੁਆਇੰਟਸ ਹੈਗੇ ਨੇ ਕਿਹੜੇ ਕਿਹੜੇ ਜਾਂਦੇ ਨੇ। ਦੇਖੋ ਕਿਊ ਤੋਂ ਬਾਅਦ ਇੱਕ ਤਾਂ ਇੱਧਰ ਜਾ ਸਕਦਾ ਹੈ ਕਰੰਟ, ਹਨਾ, Yes, sir. ਇੱਧਰ ਜਾ ਸਕਦਾ ਹੈ। ਦੋ ਹੀ ਰਸਤੇ ਨਿਕਲੇ, Yes, sir. ਦੋਨੋਂ ਆਇਡੈਂਟੀਕਲ ਹੈਗੇ ਨੇ ਕਿ ਨਹੀਂ? ਆਵਲੇ ਪੁਆਇੰਟ ਤੋਂ ਤੁਹਾਨੂੰ ਬੀ ਕਿਵੇਂ ਦਿਖ ਰਿਹਾ ਸੋਚੋ ਨਾ, ਤੁਸੀਂ ਆਪ ਹੀ ਸੋਚੋ, ਕਾਮਨ ਸੈਂਸ ਨਾਲ ਸੋਚੋ। ਆਵਲੇ ਪੁਆਇੰਟ ਤੋਂ ਬਾਅਦ, ਆਵਲੇ ਪੁਆਇੰਟ ਤੋਂ ਬਾਅਦ ਇਹਦਾ ਨਾਮ ਐ ਕਰੋ ਊੜਾ ਰੱਖ ਦਿਓ। ਊੜੇ ਤੋਂ ਬਾਅਦ ਤੁਹਾਨੂੰ ਬੀ ਦਿਖ ਰਿਹਾ, ਦੋ ਤਾਰਾਂ ਟੱਪ ਕੇ। Yes, sir. Yes, sir. ਆਵਲੇ ਪੁਆਇੰਟ ਤੋਂ ਬਾਅਦ ਕਿੰਨੀਆਂ ਤਾਰਾਂ ਟੱਪਣੀ ਪੈਣੀ ਬੀ ਤੱਕ ਪਹੁੰਚਣ ਲਈ? ਦੋ. ਇਹਦਾ ਨਾਮ ਵੀ ਊੜੇ ਰੱਖ ਦਿਓ। ਕਲੀਅਰ ਹੈ? Yes, sir. ਸੋਚ ਲਓ, ਸਮਝ ਲਓ ਆਰਾਮ ਨਾਲ, ਤੁਹਾਨੂੰ ਆਪਣੇ ਆਪ ਗੱਲਾਂ ਪਤਾ ਲੱਗ ਜਾਣਗੀਆਂ। ਪੁਆਇੰਟਸ ਹੀ ਡਿਟੈਕਟ ਕਰਨੇ ਸਿਮਿਲਰ ਵਾਲੇ, ਬਾਕੀ ਦਾ ਕੰਮ ਆਪਣੇ ਆਪ ਹੋਈ ਜਾਊਗਾ। ਇਸ ਤੋਂ ਬਾਅਦ ਇੱਕ ਪੁਆਇੰਟ ਹੋਰ ਹੈ, ਜਿਹੜੇ ਪੁਆਇੰਟ ਦਾ ਨਾਮ ਕਰਨਾ ਰਹਿ ਗਿਆ, ਬਾਕੀ ਤਾਂ ਸਾਰੇ ਹੋ ਹੀ ਗਏ ਨੇ ਕਿ ਨਹੀਂ? ਕਿਹੜਾ ਪੁਆਇੰਟ ਰਹਿ ਗਿਆ? ਬੀ ਦੇ ਥੱਲੇ ਵਾਲਾ। ਆਹ ਵਾਲਾ। ਇਹਦਾ ਨਾਮ ਰੱਖ ਦਿਓ ਕੁਝ ਵੀ, ਐੜਾ ਰੱਖ ਦਿਓ। ਠੀਕ ਹੈ? ਜਦੋਂ ਪੁਆਇੰਟਸ ਹੀ ਸਾਰੇ ਡਿਟੈਕਟ ਹੋ ਚੁੱਕੇ ਨੇ ਨਾ, ਤਾਂ ਹੁਣ ਬਹੁਤਾ ਫਿਰ ਟੈਨਸ਼ਨ ਲੈਣ ਦੀ ਲੋੜ ਨਹੀਂ। ਆਪਣਾ ਕੰਮ ਕਰੋ ਚੁੱਪ ਕਰਕੇ, ਜੋ ਕਰਨਾ ਸੀ ਆਪਾਂ, ਜਿੱਥੋਂ ਸ਼ੁਰੂ ਕਰਨਾ ਸੀ, ਜਿੱਥੇ ਖਤਮ ਕਰਨਾ ਸੀ। ਆਹ ਪੁਆਇੰਟ A ਤੋਂ ਸ਼ੁਰੂ ਕਰੋ, ਇੱਕ ਰਫ ਜਿਹਾ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰੋ। A ਤੋਂ ਸ਼ੁਰੂ ਕਰਕੇ ਪਹਿਲਾਂ ਚੱਲੀਏ P ਪੁਆਇੰਟ ਤੇ ਚੱਲਦੇ ਹਾਂ। A ਤੋਂ ਦੇਖੋ ਕਈ ਹੋਰ Q ਵਾਲੇ ਪਾਸੇ ਵੀ ਜਾਣਾ ਪੈਣਾ, ਸੋ ਡਾਇਗਰਾਮ ਉਸ ਹਿਸਾਬ ਨਾਲ ਬਣਾਇਓ। P ਪੁਆਇੰਟ ਤੇ ਜਾਣ ਦੇ ਲਈ ਕਿੰਨੀਆਂ ਤਾਰਾਂ ਨੇ? ਦੋ ਤੋਂ ਇੱਕ ਤਾਂ ਆਰ ਆ ਜਾਏਗੀ, ਇੱਕ ਆਰ ਆ ਜਾਏਗੀ। ਸਮਝ ਲੱਗੀ ਗੱਲ? ਯੈਸ ਸਰ। Yes, sir. ਉਸ ਤੋਂ ਬਾਅਦ A ਪੁਆਇੰਟ ਤੋਂ ਹੀ ਇੱਕ ਤੁਹਾਨੂੰ ਹੋਰ ਰਾਹ ਕੱਢਣਾ ਪੈਣਾ Q ਦੇ ਲਈ ਕਿ ਨਹੀਂ? ਹਾਂਜੀ ਸਰ। Q ਜਾਂਦੇ ਵੀ ਸਭਾ ਇੱਕੋ ਹੀ ਤਾਰ ਆ, A ਤੇ Q ਦੇ ਵਿੱਚ ਕਿ ਨਹੀਂ? Yes, sir. ਹਾਂਜੀ। ਇਹ ਵੱਖਰੀ ਆਈ ਸੀ ਤਾਰ, ਇੱਕ A ਤੋਂ Q ਤੱਕ ਆ ਗਈ। ਹੁਣ ਅੱਗੇ ਗੱਲ ਕਰਦੇ ਹਾਂ, Q ਤੋਂ ਊੜੇ ਤੱਕ ਜਾਣ ਲਈ ਦੋ ਨੇ ਨਾ? ਯੈਸ Yes, ਸਰ। yes, sir. ਇੱਥੇ ਊੜਾ ਬਣਾ ਦਿੰਦੇ ਆਪਾਂ, ਕੋਈ ਚੱਕਰ ਨਹੀਂ। Q ਤੋਂ ਊੜੇ ਤੱਕ ਆਉਣ ਲਈ ਆਪਣੇ ਕੋਲ ਦੋ ਤਾਰਾਂ, ਇੱਕ ਆ ਗਈ, ਇੱਕ ਤਾਰ ਆ ਗਈ। ਊੜੇ ਤੱਕ ਊੜਾ ਪਹੁੰਚ ਗਿਆ। ਅੱਛਾ P ਤੋਂ ਦੇਖੀਏ ਅੱਗੇ, P ਤੋਂ ਅੱਗੇ ਕਿੱਥੇ ਤੱਕ ਜਾਂਦਾ ਆ? ਬੀ ਤੱਕ। P ਤੋਂ ਇੱਕ ਤਾਂ B ਹੀ ਪਹੁੰਚ ਰਿਹਾ ਨਾ, ਬੜੀ ਦੂਰ B ਹੈਗਾ, B ਤਾਂ ਹਲੇ ਬਹੁਤ ਦੂਰ ਆ। ਚਲੋ ਐ ਕਰੋ P ਤੋਂ B ਤੱਕ, ਤੁਸੀਂ ਇਹ ਨਾ ਸੋਚੋ ਵੀ ਆ ਤਾਰ ਤਾਂ ਸਰ ਤੁਸੀਂ ਏਡੀ ਵੱਡੀ ਬਣਾਤੀ, ਉਹ ਕੋਈ ਗੱਲ ਨਹੀਂ, ਇਹ ਤਾਂ ਆਪਾਂ ਉਹੀ ਬਣਾ ਰਹੇ ਆ। ਆ ਦੋ ਤਾਰਾਂ ਗਈਆਂ B ਤੱਕ, ਸਮਝ ਲੱਗੀ ਗੱਲ? ਯੈਸ ਸਰ। Yes, sir. ਅੱਛਾ ਊੜੇ ਤੋਂ ਫਿਰ ਐੜਾ ਵੀ ਆਂਦਾ, ਹਨਾ? ਹਾਂਜੀ ਸਰ। Yes, sir. ਐੜੇ ਤੱਕ ਦੋ ਤਾਰਾਂ ਫੇਰ ਨੇ, ਹਾਂਜੀ। ਐ ਕਰਕੇ। ਫਿਰ ਐੜੇ ਤੋਂ B ਦੇ ਵਿੱਚ ਇੱਕ ਹੀ ਤਾਰ ਆ, ਐ ਬਣ ਗਿਆ। ਥੋੜਾ ਹੁਣ ਥੋੜਾ ਠੀਕ ਲੱਗੇਗਾ। ਤਾਰਾਂ ਕਿੰਨੀਆਂ ਹੋ ਗਈਆਂ ਤੁਹਾਡੀ? 1 2 3 4 5 6 7 8 9 10 ਤਾਰਾਂ ਹੋ ਗਈਆਂ। ਦੋ ਰਹਿ ਗਈਆਂ ਤਾਰਾਂ। ਦੋ ਤਾਰਾਂ ਕਿਹੜੀਆਂ ਰਹਿ ਗਈਆਂ ਸੋਚੋ? ਸਰ ਪੀ P ਤੋਂ ਤੇ ਊੜੇ ਤੱਕ। ਊੜੇ ਚ। P ਤੇ ਊੜੇ ਚ ਦੋ ਨੇ ਨਾ ਨਾਲੇ? ਹਾਂਜੀ। ਲਓ ਫਿਰ P ਤੇ ਊੜੇ ਵਿੱਚ ਦੋ ਕਿਵੇਂ ਬਣਾਈਏ? ਐ ਬਣਾ ਦਿੰਦੇ ਆ। ਲਓ ਜੀ, ਐ ਕਰਕੇ ਇੱਕ ਐ ਕਰਕੇ, ਹੋ ਗਈਆਂ ਤਾਰਾਂ ਪੂਰੀਆਂ? ਹਾਂਜੀ ਸਰ। ਹਾਂਜੀ, sir. ਠੀਕ ਆ। ਐ ਲੱਗ ਰਿਹਾ ਜਿਵੇਂ ਕੋਈ ਖਜ਼ਾਨਾ ਲੱਭਣ ਵਾਲਾ ਕੋਈ ਨਕਸ਼ਾ ਨਹੀਂ ਬਣਾਇਆ ਹੁੰਦਾ, ਜਿਵੇਂ ਫਿਲਮਾਂ 'ਚ ਫਿਰ ਉਹ ਜਾਂਦੇ ਆ ਮਰਦੇ ਮੁਰਦੇ ਉਹਦੇ ਪਿੱਛੇ। ਆਹ ਹੁਣ ਰੈਜ਼ਿਸਟੈਂਸ ਤੁਹਾਨੂੰ ਪਤਾ ਹੀ ਨੇ। ਤੁਸੀਂ ਐ ਕਰੋ, A ਤੇ B ਵੀ ਪਤਾ ਕਰਨੀ। ਐ ਇੱਥੋਂ A ਤੋਂ ਹੁਣ ਥੋੜਾ ਜਿਹਾ ਇਹਨੂੰ ਥੋੜਾ ਜਿਹਾ ਤਹਿਜ਼ੀਬ ਵਾਲਾ, ਥੋੜਾ ਤਮੀਜ਼ ਵਾਲਾ ਬਣਾਈਏ।
A ਤੇ P ਵਿੱਚ ਆ ਵੀ R ਹੈ ਤੇ ਆ ਵੀ R ਹੈ ਤਾਂ ਕਿੰਨਾ ਬਣ ਗਿਆ A ਤੇ P ਵਿੱਚ ਸਾਫ਼ ਦੱਸੋ R/2 R/2 ਕਿੰਨਾ R/2 A ਤੇ P ਵਿੱਚ ਬਣ ਗਿਆ ਜੀ R/2 ਤੇ P ਤੇ B ਵਿੱਚ ਕਿੰਨਾ ਬਣ ਗਿਆ R/2 R/2 ਐ ਸ਼ੋ ਕਰ ਦਿੰਦੇ ਥੋੜਾ ਜਿਹਾ ਹੁਣ ਆ ਵੀ R/2 ਫਿਰ A ਤੇ Q ਤੱਕ ਨਾ ਛੱਡ ਦੋ A ਤਾਂ ਊੜਾ ਹੀ ਸੋਚ ਲਓ ਸਿੱਧਾ ਹੀ ਹੈ ਕਿ ਨਹੀਂ 3R/2 3R/2 ਹਾਂ ਕਿਉਂਕਿ ਇੱਕ R ਤੇ ਇੱਕ R/2 ਆ ਜਾਏਗਾ 3R/2 ਕਲੀਅਰ ਹੈ ਨਾ ਯੈਸ ਸਰ ਊੜੇ ਤੋਂ B ਸੋਚ ਲਓ ਸੇਮ 3R/2 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 P ਤੇ ਊੜੇ ਚ R/2 R/2 ਲਓ ਜੀ ਹੁਣ ਤੁਸੀਂ ਦੇਖੋ ਹੁਣ ਆ ਕੀ ਬਣ ਗਿਆ A ਤੇ B ਵਿਚਕਾਰ ਜੇ ਦਿਖਾਏ ਕੀ ਬਣਿਆ ਇਹ ਦੱਸੋ ਔਨ ਬ੍ਰਿਜ ਲੀਡਸਟੋਨ ਬ੍ਰਿਜ ਬਣ ਗਿਆ ਦੇਖੋ R/2 ਬਟਾ R/2 1 3R/2 ਬਟਾ 3R/2 ਫਿਰ 1 ਇਹਦਾ ਲੀਡਸਟੋਨ ਬ੍ਰਿਜ ਬਣ ਗਿਆ ਮਤਲਬ ਆਹ ਵਾਲੀ ਤਾਰ ਫਜ਼ੂਲ ਹੈ ਇਹ ਚ ਤਾਂ ਕਰੰਟ ਜਾਣਾ ਹੀ ਨਹੀਂ ਸਮਝ ਲੱਗੀ ਗੱਲ ਯੈਸ ਸਰ Yes, sir. ਮਤਲਬ ਇਹਦੇ ਵਿੱਚ ਵੀ ਆਹ ਵਾਲੀ ਤਾਰ ਤੇ ਆਹ ਵਾਲੀ ਤਾਰ ਚ ਕਰੰਟ ਹੀ ਨਹੀਂ ਆਣਾ ਕੋਈ ਮਤਲਬ ਜੇ ਇਹਦੇ ਵਿੱਚ ਆਪਾਂ A ਤੇ B ਅਕ੍ਰੋਸ ਬੈਟਰੀ ਲਾ ਦਈਏ ਆਹ ਦੋਨੋਂ ਤਾਰਾਂ ਨੂੰ ਫੜ ਕੇ ਵਿਚਕਾਰ ਕੋਈ ਖੜਾ ਹੋਵੇ ਹੀਰੋ ਬਣਦਾ ਤਾਂ ਹੀਰੋ ਬਣ ਕੇ ਦਿਖਾ ਸਕਦਾ ਤੁਹਾਨੂੰ ਕਿਉਂਕਿ ਉਹ ਚ ਕਰੰਟ ਤਾਂ ਆਣਾ ਨਹੀਂ ਪਰ ਜਿਹੜਾ ਦੇਖੋ ਮੈਨੂੰ ਤਾਂ ਕਰੰਟ ਹੀ ਨਹੀਂ ਲੱਗ ਰਿਹਾ ਹੁਣ ਨਹੀਂ ਲੱਗਣਾ ਪਤਾ ਲੱਗ ਰਹੀ ਗੱਲ Yes, sir. ਸੋ ਇਹ ਦੋ ਤਾਰਾਂ ਫਜ਼ੂਲ ਸੀਗੀਆਂ ਮਤਲਬ ਕਈ ਇਸ ਤਰ੍ਹਾਂ ਵੀ ਸੋਚ ਸਕਦੇ ਆਪਾਂ ਇੱਕ ਮੈਥਡ ਪਰ ਆਪਾਂ ਫਿਲਹਾਲ ਆਪਾਂ ਇਹੀ ਗੱਲ ਨੂੰ ਪੱਕਾ ਕਰੀਏ ਜਿਹੜਾ ਆਪਾਂ ਕਰ ਰਹੇ ਬੈਟਰ ਇਹਨੂੰ ਤੇਜ਼ ਕਰਨਾ ਆ ਜਾਊਗਾ ਤੁਹਾਨੂੰ ਹੌਲੀ ਹੌਲੀ ਜੋ ਪੁਆਇੰਟ ਡਿਟੈਕਟ ਕਰਨੇ ਆਣਗੇ ਅੱਛਾ ਫਿਰ ਇਹ ਕੀ ਬਣਿਆ ਫਿਰ ਦੱਸੋ ਇਹਦਾ ਇਕੁਇਵਲੈਂਟ ਸਰਕਟ ਉੱਪਰ ਕਿੰਨਾ ਬਣ ਗਿਆ R ਨਹੀਂ ਆ ਗਿਆ ਸਿੱਧਾ ਸਿੱਧਾ ਹੀ Yes, sir. नीचे 3R/2 कितना आ गया लो जी ਉਹ ਇੰਨਾ ਵੱਡਾ ਕਿਊਬ ਆ ਬਣ ਗਿਆ ਦੇਖੋ ਹੁਣ ਇਹਦਾ ਮਤਲਬ ਕਿੰਨੇ R ਇਕੁਇਵਲੈਂਟ ਕਿੰਨੀ ਆਊਗੀ ਦੱਸ ਦੋ ਸਿੱਧਾ ਹੀ ਕਿੰਨੀ ਆਊਗੀ ਮਲਟੀਪਲਾਈ ਬਾय प्रोडक्ट बाय सम ਆਵਾਜ਼ ਆ ਰਹੀ ਮੇਰੀ ਸਭ ਨੂੰ Yes, sir. ਹਾਂਜੀ ਕੀ ਆਊਗਾ ਦੱਸੋ ਫਿਰ प्रोडक्ट बाय सम ही करना ਮੈਨੂੰ ਲੱਗਿਆ ਮੂੰਹ ਨਹੀਂ ਦੱਸੂਗਾ ਮੈਂ ਤਾਂ ਪੁੱਛੀ ਜਾਂਦਾ ਮੈਂ ਹਾਂ ਜੀ ਦੱਸੋ ਉਹ 3R into 3R ਕੀ ਹੋਇਆ प्रोडक्ट हो गया बटा सम कितना होगा 4R हो गया कितना आ गया 3R/4 आ गया मैं सोची ਜਾਂਦੇ ਨੇ ਪਤਾ ਨਹੀਂ ਕੀ ਸੋਚਣ ਨੂੰ ਕਹਤਾ ਮੈਂ ਕਲੀਅਰ ਹੋਈ ਗੱਲ ਸਭ ਨੂੰ ਕਿ ਨਹੀਂ ਦੱਸੋ Yes, sir. Yes, sir. ਸੋ ਤੁਸੀਂ ਧਿਆਨ ਨਾਲ ਸੋਚ ਕੇ ਚੱਲਣਾ ਹੈ ਕਿ ਪੁਆਇੰਟ ਕਿਹੜੇ ਨੇ ਜਿਹੜੇ ਪੁਆਇੰਟ ਨੂੰ ਤੁਸੀਂ ਇੱਕ ਨਾਮ ਦੇ ਸਕਦੇ ਹੋ ਕਿ ਸੇਮ ਲੈ ਸਕਦੇ ਹੋ ਤੇ ਕਿਹੜਾ ਨੂੰ ਸੇਮ ਨਹੀਂ ਲੈ ਸਕਦੇ ਬੜੀ ਇੰਪੋਰਟੈਂਟ ਗੱਲ ਹੈ ਸਭ ਨੂੰ ਸਮਝ ਲੱਗੀ Yes, sir. Yes, sir. Yes, sir. अनुराग डिस्कनेक्ट बहुत ਹੁੰਦਾ ਹੈ योगेश Yes, sir. ਸਮਝ ਲੱਗ ਰਹੀ ਨਾ ਗੱਲ ਸਾਰੀ Yes, sir. ਬਸ ਇਹਦੀ ਪ੍ਰੈਕਟਿਸ ਕਰਨੀ ਹੈ ਤੁਹਾਨੂੰ ਇਹ ਮੁੜ ਕੇ ਆ ਚੀਜ਼ਾਂ ਜਿਹੜੀਆਂ ਇੱਕ ਵਾਰ ਹੋ ਗਈਆਂ ਇੱਕ ਵਾਰ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਇਆ ਕਰਨਾ ਵੀ ਅੱਛਾ ਇਹ ਤਾਂ ਉਹੀ ਆ ਇਹ ਚ ਆ ਪੁਆਇੰਟਸ ਹੁੰਦੇ ਤਾਂ ਫਿਰ ਥੋੜੀ ਹੋਰ ਸੋਚ ਪਾਉਂਗੇ ਹਲੇ ਪਹਿਲੀ ਵਾਰ ਕਰ ਰਹੇ ਹੋ ਥੋੜਾ ਆ ਚਾਹੇ ਦਿਮਾਗ ਨੂੰ ਜ਼ਿਆਦਾ ਜ਼ੋਰ ਪੈਂਦਾ ਹੋਵੇ ਬਾਅਦ ਚ ਕੋਈ ਏਡੀ ਗੱਲ ਨਹੀਂ ਪ੍ਰੈਕਟਿਸ ਤੋਂ ਬਾਅਦ ਇਹ ਸਭ ਹੋ ਜਾਣਾ ਅੱਛਾ ਫਿਰ ਇੱਕ ਕੁਐਸਚਨ ਹੋਰ ਕਰਦੇ ਆ ਦੇਖਦੇ ਆ ਏਦਾਂ ਹੀ ਲਓ ਜੀ ਬਾਕੀ ਸਾਰੀ ਗੱਲ ਸੇਮ ਹੀ ਹੈ ਸਾਰੀਆਂ ਤਾਰਾਂ ਦੀ ਰੈਜ਼ਿਸਟੈਂਸ R ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਕਨੈਕਟ ਕਰਕੇ ਇੱਕ ਕਿਊਬ ਬਣਾਇਆ ਗਿਆ ਹੈ ਇਸ ਤਰ੍ਹਾਂ ਕਰਕੇ ਆ ਜਿਹੜਾ ਪੁਆਇੰਟ ਹੈ ਇਹ ਪੁਆਇੰਟ ਦਾ ਨਾਮ ਰੱਖ ਦਿੱਤਾ ਗਿਆ ਵਾ 1 ਆ ਪੁਆਇੰਟ ਦਾ ਨਾਮ ਰੱਖ ਦਿੱਤਾ ਗਿਆ 2 ਹੁਣ ਦੇਖੋ ਪਹਿਲਾਂ ਤਾਂ P ਤੇ Q ਆਵਲੇ ਪੁਆਇੰਟ ਲਏ ਸੀ ਫਿਰ ਉੱਪਰਲੇ ਦੋਨੋਂ ਡਾਇਗੋਨਲ ਲੈ ਲਏ ਸੀ ਹੁਣ ਆ ਸਾਹਮਣੇ ਵਾਲੇ ਦੋ ਪੁਆਇੰਟ ਲੈ ਲਏ ਤੇ ਉਹਨਾਂ ਨੇ ਕਿਹਾ ਫਾਈਂਡ R equivalent between 1 and 2 point 1 and 2 point ਤੇ ਤੁਸੀਂ R equivalent ਪਤਾ ਕਰਨਾ ਹੈ ਤੇ ਸਾਰੀ each wire ਜਿਹੜੀ ਹੈ ਉਹਦੀ resistance
कितनी है आर है। ये सारी गल पुरानी वाली ही है, मतलब वही पिछले क्वेश्चन में आप मॉडिफाई कर रहे हैं अलग अलग तरह। हुण तुसीं सोचना है इस गल नूं कि की होएगा, किस तरह किहड़े पॉइंट्स नूं आइडेंटिकल लै सकदे हां। जे लेने 2 मिनट लो, तुसीं सोच लो करके हुणी सारे ने सोचो, 2 मिनट लो सारे सोचो ते करो, बनाओ जी बना सकते हो एक स्कीम ओदी, पॉइंट्स नूं डिटेक्ट करो किहड़े पॉइंट सेम पोटेंशियल लै सकदे हो, करो सारे। सो देखो तुसीं किहड़े पॉइंट्स। अच्छा ये एक होर गल जिहड़ी असल विच क्वेश्चन जिहड़े पहला आपां कीते हुणी ਉਹ 'ਚ ਆਪਾਂ इधरों ਜਾਂਦੇ ਹੋਏ ਹੀ ਸਮਝ ਪਾ ਰਹੇ ਸੀ ਇਸ ਗੱਲ ਨੂੰ। ਦੂਸਰੀ ਗੱਲ ਜਿਹੜੀ ਹੁੰਦੀ ਹੈ ਐਂਡ ਪੁਆਇੰਟ ਸਿਮਟਰੀ। ਐਂਡ ਪੁਆਇੰਟ ਸਿਮਟਰੀ ਤੁਹਾਨੂੰ ਮੈਂ ਸਮਝਾਇਆ ਸੀ ਨਾ ਉਦੋਂ ਵੀ ਕੈਪੈਸਿਟਰ ਵੇਲੇ ਵੀ, ਕਿ ਜੇ ਬੈਟਰੀ ਪੁੱਠੀ ਵੀ ਕਰ ਦਈਏ ਤਾਂ ਸਰਕਟ ਨੂੰ ਇਧਰੋਂ ਉਧਰ ਜਾਂ ਉਧਰੋਂ ਇੱਧਰ ਸੇਮ ਹੀ ਸਾਰਾ ਕੁਝ ਦਿਖ ਰਿਹਾ ਹੋਵੇ ਤਾਂ ਆਪਾਂ ਨੂੰ ਐਂਡ ਪੁਆਇੰਟ ਸਿਮਟਰੀ ਕਹਿੰਦੇ ਆ। ਤਾਂ ਉੱਥੇ ਜਿਸ ਤਰ੍ਹਾਂ ਚਾਰਜ ਡਿਸਟ੍ਰੀਬਿਊਟ ਹੁੰਦਾ ਹੈ ਪਹਿਲੇ ਪੁਆਇੰਟ ਤੇ, ਤੁਹਾਡੀ ਜਿੱਥੋਂ ਤੁਸੀਂ ਲੀਵ ਕਰਦੇ ਹੋ ਜਾਂ ਚਾਰ ਕਰੰਟ ਐਂਟਰ ਕਰਦਾ ਹੈ ਤੇ ਜਿੱਥੋਂ ਕਰੰਟ ਇਕੱਠਾ ਹੋਣਾ ਹੈ ਦੂਜੇ ਪੁਆਇੰਟ ਤੇ, ਉਹ ਫਿਰ ਸੇਮ ਹੁੰਦੇ ਨੇ ਕਰੰਟ ਸਾਰੇ, ਉਸੇ ਤਰ੍ਹਾਂ ਹੁੰਦੇ ਨੇ ਜਿਸ ਤਰ੍ਹਾਂ ਉਹ ਡਿਸਟ੍ਰੀਬਿਊਟ ਹੋਏ ਪਹਿਲਾਂ ਉਸ ਤਰ੍ਹਾਂ ਕਲੈਕਟ ਹੁੰਦੇ ਨੇ ਦੂਜੇ ਪੁਆਇੰਟ ਤੇ। ਇਹ ਗੱਲ ਤਾਂ ਸਮਝਾਈ ਸੀ, ਯਾਦ ਹੈ ਕਿ ਨਹੀਂ? Yes, sir. ਉਸ ਹਿਸਾਬ ਨਾਲ ਸੋਚ ਕੇ ਸਾਨੂੰ ਫਿਰ ਆਈਡੀਆ ਜ਼ਿਆਦਾ ਲੱਗਦਾ ਹੈ ਬੈਟਰ ਕਿ ਕਿਹੜੇ ਪੁਆਇੰਟ, ਕਿਉਂਕਿ ਕਰੰਟਸ ਇੱਥੇ ਬਹੁਤ ਸਾਰੇ ਨੇ ਤਾਂ ਆਪਾਂ ਨੂੰ ਨਾਮ ਦੇਣੇ ਪੈਣੇ, ਫਿਰ ਆਪਣੇ ਤੋਂ ਹੋਣਾ ਨਹੀਂ ਕੰਮ। ਆਪਾਂ ਨੂੰ ਐਂਡ ਪੁਆਇੰਟ ਸਿਮਟਰੀ ਪਹਿਲੇ ਦੱਸੋ ਇੱਥੇ ਐਂਡ ਪੁਆਇੰਟ ਸਿਮਟਰੀ ਹੈ ਕਿ ਨਹੀਂ? ਕੀ ਤੁਹਾਨੂੰ ਲੱਗਦਾ ਕਿ 1 ਪੁਆਇੰਟ ਤੇ ਚਾਹੇ 1 ਤੋਂ 2 बैटरी लाओ चाहे 2 तो 1 बिल्कुल सेम ही है कि नहीं? ਇਹਦਾ ਨਹੀਂ ਕਿ 2 ਤੋਂ 1 ਜਾਂਦੇ ਹੋਏ ਕਰੰਟ ਨੂੰ ਕਿਸੇ ਅਲੱਗ ਤਰ੍ਹਾਂ ਦਾ ਸਟਰਕਚਰ ਸਾਹਮਣੇ ਆਏਗਾ ਤੇ 1 ਤੋਂ 2 ਜਾਂਦੇ ਹੋਏ ਮਤਲਬ ਅਲੱਗ ਤਰ੍ਹਾਂ ਦਾ, ਅਲੱਗ ਤਾਂ ਨਹੀਂ ਹੈ ਨਾ। ਦੱਸੋ ਕਲੀਅਰ ਹੈ ਗੱਲ ਮੈਂ ਕੀ ਕਹਿ ਰਿਹਾ? Yes, sir. Yes, sir. ਉਸ ਹਿਸਾਬ ਨਾਲ ਸੋਚਦੇ ਹੋਏ ਆਪਾਂ ਇਹਨੂੰ ਕੰਮ ਨੂੰ ਕਰਦੇ ਹਾਂ। ਦੇਖੋ ਅਗਲੇ ਪੇਜ ਤੇ ਕਰਦੇ ਹਾਂ, ਇਹ ਤਾਂ ਕੁਐਸਚਨ ਹੋ ਗਿਆ ਇਸ ਤਰ੍ਹਾਂ ਤੇ ਗੰਦ ਨਾ ਪਾਈਏ। ਆ ਹੁਣ ਇਹਦੇ ਚ ਪਹਿਲਾਂ 1 ਤੇ 2 ਦੇ ਵਿੱਚ ਹੈ ਤਾਂ 1 ਤੇ 2 ਵਿੱਚ ਇੱਕ ਬੈਟਰੀ ਲਗਾ ਕੇ ਸੋਚ ਲਓ। ਸੋ 1 ਤੇ 2 ਵਿੱਚ ਬੈਟਰੀ ਲਗਾ ਲਓ, ਆ ਲਓ ਆ ਬੈਟਰੀ ਲਗਾਤੀ ਐ ਕਰਕੇ 1 ਤੋਂ ਕਰੰਟ ਐਂਟਰ ਕਰੇਗਾ I ਮੰਨ ਲਓ। सोच के देखो ਹੁਣ 1 ਤੋਂ ਐਂਟਰ ਕਰਨ ਤੋਂ ਬਾਅਦ ਪਹੁੰਚਣਾ, ਦੇਖੋ ਯਾਦ ਰੱਖੋ ਡੈਸਟੀਨੇਸ਼ਨ 2 ਹੈ ਤੁਹਾਡੀ, ਤਾਂ ਇੱਥੇ ਤੁਹਾਡੇ ਜਿਹੜਾ ਕਰੰਟ ਹੋਊਗਾ ਉਹ ਕਿ ਤਿੰਨੋਂ ਵਾਇਰ ਚ ਸਿਮਿਲਰ ਹੋਊਗਾ ਜਾਂ ਅਲੱਗ-ਅਲੱਗ ਹੋਊਗਾ। ਸੋਚ ਕੇ ਦੇਖੋ, ਦੇਖੋ ਤੁਸੀਂ ਆਪ ਸੋਚੋ ਆਹ ਵਾਲੀ ਵਾਇਰ ਜਿਹੜੀ ਹੈ ਨਾ ਇਹ ਤਾਂ ਸਭ ਤੋਂ ਖਾਸ ਹੈ ਕਿ ਨਹੀਂ, ਸਿੱਧਾ ਹੀ ਪਹੁੰਚ ਗਈ ਹੈ ਕਿ ਨਹੀਂ? Yes, sir. Yes. हाँ सीधे ही 1 तो निकली 2 तक। हाँ जी महकदीप पूछो। सर मैं आंसर कर दिया सर 31 r by 12 नहीं मैनू नहीं लगता है इन्ना होगा, ऐसे भी मैं भी कैलकुलेट नहीं किया है, हुणे करदे आं आपां, देख ली फिर मिला ली, ठीक है? देखी जा बस तू आ 1 ਤੋਂ ਲੈ ਕੇ 2 ਤੱਕ ਤਾਂ ਆਹ ਵਾਲੀ ਵਾਇਰ ਆ ਗਈ, ਜਿਹੜੀ ਬਾਕੀ 2 ਵਾਇਰਸ ਨੇ ਤੁਹਾਨੂੰ ਲੱਗਦਾ ਨਹੀਂ ਇਹ ਵਾਇਰ ਉਹ ਦੋਨੋਂ ਅਲੱਗ-ਅਲੱਗ ਨੇ ਤੇ ਆਇਡੈਂਟੀਕਲ ਨੇ, ਹੈ ਕਿ ਨਹੀਂ? ਦੇਖੋ ਕਿਉਂਕਿ ਇੱਧਰ ਜਾਣ ਤੋਂ ਬਾਅਦ ਉਧਰੋਂ ਵੀ 2 ਤੱਕ ਆਉਣ ਲਈ ਦੇਖੋ ਉਹਨੂੰ ਫਿਰ ਗੇੜਾ ਲਗਭਗ ਬਰਾਬਰ ਪੈਂਦਾ ਜਿਵੇਂ ਥੱਲੋਂ ਪੈਂਦਾ, ਹੈ ਕਿ ਨਹੀਂ? Yes, sir. Yes. ਸੋ ਜੇ ਮੈਂ ਕਹਿ ਦਵਾਂ ਕਿ ਆਹ ਵਾਲੀ ਜਿਹੜੀ ਆ ਵਾਇਰ 'ਚ ਕਰੰਟ I1 ਆਇਆ ਮੰਨ ਲਓ, ਤੇ ਉਹ ਜਿਹੜੀ ਦੋਨੋਂ ਵਾਇਰਸ ਨੇ ਉਹਨਾਂ 'ਚ I2 ਗਿਆ ਤਾਂ ਇਹ 'ਚ ਵੀ I2 ਤੇ ਇਹ 'ਚ ਵੀ I2 ਹੀ ਜਾਏਗਾ ਨਾ, ਜੇ ਮੈਂ ਕਰੰਟ ਦੀ ਜਸਟ ਮੈਂ ਵੈਲਿਊ ਦੇ ਹਿਸਾਬ ਨਾਲ ਨਾਮ ਵੀ ਸੇਮ ਰੱਖ ਲਵਾਂ, ਹੈ ਕਿ ਨਹੀਂ? Yes. ਉਹ ਦੋਨੋਂ ਸੇਮ ਹੋ ਗਈ, ਇਹ ਵੱਖਰੀ ਹੋ ਗਈ, ਇਹ ਵੱਖਰੀ ਸਿੱਧਾ ਹੀ 2 ਨਾਲ ਜੁੜੀ ਹੋਈ ਹੈ। ਦੇਖੋ I1 ਤੇ I2। ਅੱਛਾ ਕਿਉਂਕਿ ਐਂਡ ਪੁਆਇੰਟ ਸਿਮਟਰੀ ਹੈਗੀ ਆ ਤਾਂ ਤੁਸੀਂ ਮੈਨੂੰ ਦੱਸੋ ਕਿ ਫਿਰ ਜੇ I2 ਤੇ I2 ਇੱਧਰ ਗਏ ਤੇ ਇੱਧਰ ਵੀ ਆਉਣ ਲੱਗੇ ਵਾਪਸ 2 ਤੇ ਕਲੈਕਟ ਹੋਣ ਲੱਗੇ, ਇਧਰੋਂ ਵੀ I2 ਆਣਾ ਚਾਹੀਦਾ ਕਿ ਨਹੀਂ? ਫਿਰ Yes, sir. Yes. ਤੇ ਫਿਰ ਇਧਰੋਂ ਵੀ I2 ਆਣਾ ਹੀ ਚਾਹੀਦਾ ਕਿ ਨਹੀਂ? ਇਹ ਆਪਾਂ ਐਂਡ ਪੁਆਇੰਟ ਸਿਮਟਰੀ ਤੋਂ ਸਮਝਿਆ ਕਿ ਜਿਸ ਤਰ੍ਹਾਂ ਡਿਸਟ੍ਰੀਬਿਊਟ ਹੋਇਆ ਉਸ ਤਰ੍ਹਾਂ ਕਲੈਕਟ ਹੋਣਾ ਜ਼ਰੂਰੀ ਹੈ। ਤੇ ਹੁਣ ਵਿਚਕਾਰ ਜਿਹੜੀ ਕੁਝ ਵਾਇਰਸ ਰਹਿ ਗਈਆਂ ਨਾ, ਥੋੜਾ ਸੋਚ ਲਈ ਉਹਨਾਂ ਦੇ ਬਾਰੇ ਵੀ, ਤਾਂ ਸੋਚਿਆ ਜਾਵੇ ਤਾਂ ਹੁਣ ਇਹਨਾਂ ਤੋਂ ਜਿਹੜੀ ਇਸ ਪੁਆਇੰਟ ਤੋਂ ਜੇ ਮੈਂ ਡਿਸਟ੍ਰੀਬਿਊਟ ਕਰਾਂ ਇਸ ਪੁਆਇੰਟ ਤੋਂ, देखो जे इत्थे नीचे आवली वायर मैं ना ही बोल्ड करना लगी
जे इथों करंट जाएगा I3 मान लो, क्योंकि ये अलग है बिल्कुल, वो I4 अलग है, देखो अलग अलग ही जाएगा कि नहीं, पक्की गल है कि नहीं, ये दसो है कि नहीं, Yes, sir. क्योंकि ये अलग है, ये नीचे आ गया, इस पॉइंट तो बाद 2 हले दूर आ, उस तो बाद तो देखो इधर 2 नाल ही आ जाना, मतलब थोड़ा अलग अलग करंट ने, आप बस आई देखते हैं करंट सेम ने कि अलग ने, बस डेस्टिनेशन तक जिथे पहुंच रहा तो सेम है आगे कि नहीं। सो आप इसको I3 हो गया, ये I4 हो गया, जे I4 इधर आया वा इत तक, ਉਹਦੇ ਹਿਸਾਬ ਨਾਲ ਫਿਰ ਇੱਧਰ ਵੀ I4 ਹੀ ਆਉਣਾ ਚਾਹੀਦਾ ਕਿ ਨਹੀਂ, ਡਿਸਟ੍ਰੀਬਿਊਸ਼ਨ ਇੱਥੋਂ ਵੀ ਸੇਮ ਹੋਣੀ ਚਾਹੀਦੀ ਕਿ ਨਹੀਂ, ਸੇਮ ਪੁਆਇੰਟ ਸੀਗੇ ਕਿਉਂਕਿ, Yes, sir. Yes, sir. ਤੇ ਫਿਰ ਇੱਧਰੋਂ ਵੀ ਇੱਧਰ ਨੂੰ I3 ਹੀ ਜਾਣਾ ਚਾਹੀਦਾ ਕਿ ਨਹੀਂ, Yes, sir. ਤੇ ਆ ਜਿਹੜਾ ਵਾਇਰ ਆ ਵਿਚਕਾਰਲੀ ਹੋਗੀ, ਇਸ ਵਾਇਰ 'ਚ ਕਿੰਨਾ ਕਰੰਟ ਹੋਏਗਾ, ਪਾਏ ਜੰਕਸ਼ਨ ਔਰ ਰੂਲ ਲਗਾ ਕੇ ਦੱਸ ਦਿਓ ਮੈਨੂੰ, I2. 2I3 ਹਨਾ, ਤੇ ਆ ਜਿਹੜਾ 2I3 ਇੱਧਰ ਆਇਆ ਇੱਥੋਂ ਨਿਕਲੇਗਾ, ਉਹ 2I3 ਫੇਰ ਵੰਡਿਆ ਜਾਏਗਾ ਇੱਥੇ, ਇੱਧਰ I3 ਆਏਗਾ ਤੇ ਇੱਧਰ I3 ਜਾਏਗਾ, ਹਨਾ, Yes, sir. ਇਹੀ I3 ਆ ਕੇ ਤੇ ਇਧਰੋਂ I4 ਆ ਕੇ ਮਿਲ ਕੇ ਇਹੀ ਤਾਂ I2 ਬਣਿਆ ਜਿਹੜਾ ਵਾਪਸ ਕਲੈਕਟ ਹੋਇਆ ਵਾ, ਤੇ I3 ਤੇ I4 ਚ ਦੇਖੋ I2 ਇੱਥੋਂ ਜਾ ਕੇ I3 I4 ਟੁੱਟਿਆ ਸੀ, ਇੱਥੇ ਕਲੈਕਟ ਹੋਇਆ, ਇਸੇ ਤਰ੍ਹਾਂ ਨੀਚੇ ਦੇਖੋ इधरों 2I3 ਵਿੱਚੋਂ ਇਹ ਆਇਆ ਤੇ ਇੱਥੋਂ I3 ਇੱਥੋਂ I3 ਆਇਆ, ਇਧਰੋਂ I4 ਆਇਆ, ਦੋਨੋਂ ਮਿਲ ਕੇ I ਤੱਕ ਕਲੈਕਟ ਹੋ ਕੇ ਉੱਪਰ ਜਾ ਰਿਹਾ I2 ਬਣ ਕੇ, ਸਮਝ ਲੱਗੀ ਗੱਲ ਸਭ ਨੂੰ। Yes, sir. ਸੋ ਸੋਚਣਾ ਇਸ ਤਰ੍ਹਾਂ ਆ ਆਪਾਂ, ਬਸ ਧਿਆਨ ਨਾਲ। ਅੱਛਾ ਹੁਣ ਜੇ ਪੁਆਇੰਟਸ ਦੀ ਦੇਖੀਏ ਕਿਹੜੇ ਕਿਹੜੇ ਪੁਆਇੰਟਸ ਆਇਡੈਂਟੀਕਲ ਬਣ ਰਹੇ ਨੇ ਤੁਹਾਡੇ, ਤਾਂ ਦੇਖੋ ਕਿਹੜੇ ਕਿਹੜੇ ਪੁਆਇੰਟਸ ਬਣ ਰਹੇ ਨੇ, ਆ ਇਹਨੂੰ 1 2 ਕਿਹਾ ਨਾ, ਇਹਨਾਂ ਨੂੰ ਨਾਮ ਐਂ ਹੀ ਰੱਖ ਦਿੰਦੇ ਆਪਾਂ 1 2, ਤੇ ਆ ਉੱਪਰਲੇ ਪੁਆਇੰਟ ਨੂੰ ਇਹਦਾ ਨਾਮ ਰੱਖ ਦਿਓ 3, ਇਹਦਾ ਨਾਮ ਰੱਖ ਦਿਓ 4, ਇਹਦਾ ਨਾਮ ਰੱਖ ਦਿਓ 5, ਇਹਦਾ ਨਾਮ ਰੱਖ ਦਿਓ 6, ਇਹਦਾ ਨਾਮ ਰੱਖ ਦਿਓ 7, ਇਹਦਾ ਨਾਮ ਰੱਖ ਦਿਓ 8। ਹੁਣ ਕਰੰਟ ਦੇ ਹਿਸਾਬ ਨਾਲ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਪੁਆਇੰਟ 3 ਹੈ ਤੇ 5 ਹੈ ਕੀ ਉਹ ਆਇਡੈਂਟੀਕਲ ਹੋਣਗੇ। Yes, sir. Yes, sir. Yes. ਇਹਨੂੰ ਥੋੜਾ ਜਿਹਾ ਹੋਰ ਛੋਟਾ ਕਰੀਏ, थोड़ा ध्यान नाल देख लो, देखता तुम रहा ही होना। चलो इत्थे बनाने हैं, 1 तो शुरू करिए, इत्थे 1 तो आना है ते आपां इत्थे पहुंचना 2 तक है, ठीक है। 1 तो 2 तक जाते हुए सब तो पहला 1 तो गल करिए, 3 एंड 5 सेम ने, तो 3 एंड 5 इत्थे आपां सेम पॉइंट्स नूं ऐ बना दिंदे आ, जिवें उत्थे आपां ऊड़ा लिख दिंदे सी या एड़ा लिखदे, 3 5 कॉमा पा के बनाते, तो 3 ते 5 तक जाने वाली कितनी वायर्स ने, 2। क्लियर। Yes, sir. Yes. उस तो बाद देखो इन्हां विचों आइडेंटिकल पॉइंट अपना 4 ते 8 भी है कि नहीं, Yes, Yes, sir. sir. है ना, 4 ते 8 भी आइडेंटिकल है, ते 3 तो 5 3 5 तो लेके 4 8 तक देखो, 3 तो 4 तक ते 5 तो 8 तक आ I4 वाले आ वायर जी सी, ये दोनों वायर जे आइडेंटिकल ने, फिर 2 वायर्स है कि नहीं। Yes, sir. फिर 4 8 तो लेके 4 तो लेके 2 तक सीधा ही है, 8 तो लेके 2 तक सीधा ही आई I2 वाली देखिए, करंट तो पता लग जाता है, सेम करंट जा रहा है ना, आ वायर होगी एक आ वायर होगी, आ क्लियर होगी। फिर 3 5 तो या 3 तो या 5 तो देखो 6 पॉइंट दे नाल किहड़ी जुड़ी है, 3 नाल देखो ना, 3 देखो 1 नु एक तो 3 नाल जुड़ गया, एंड आ देखो आ वायर हो गई 3 टू 4 नाल जोड़न वाली आ भी हो गई, 3 नु केड़ी रह गई 6 नाल रह गई ना, तो सीधे 6 वायर सोचो हुन जेड़ा 6 पॉइंट है देखो 3 ते 6 नाल कितनी वायर्स ने, एक वायर ही है ना, 2 है sir. 2 में 2 किवें ने, 3 5 तो 6 5 भी to है। 5 to 6 तो है, 3 तो 5 सेम ने, ऐ करके आ होगी आ 6 होगी। फिर 6 to 7 वाले तो बिल्कुल वखरी वायर है, तुम दिख ही रहा है ना, 2I3 करंट गया है ना। 4 8 तो 7 जुड़ा है देखो, फिर 4 दे नाल 7 ते 8 दे नाल भी 7 जुड़ा है, 1 6 नाल नहीं जुड़ा देखो, नहीं 1 6 नाल नहीं जुड़ा है,
7 2 ਨਾਲ ਤਾਂ ਨੀ ਜੁੜਿਆ, 7 2 ਨਾਲ ਨਹੀਂ ਜੁੜਿਆ ਹੈ। 1 ਤੇ 2 ਡਾਇਰੈਕਟਲੀ ਜੁੜੇ ਹੋਏ ਨੇ ਇੱਥੇ ਦੇਖੋ। ਅੱਛਾ ਦੇਖੋ ਟੋਟਲ ਵਾਇਰ ਗਿਣ ਲਓ ਕਿੰਨੀਆਂ, 1 2 3 4 5 6 7 8 9 10 11, ਇੱਕ ਵਾਇਰ ਰਹਿ ਗਈ, 1 ਤੇ 2 ਵਿਚਕਾਰ ਲਈ ਰਹਿ ਗਈ ਨਾ, ਆਹੀ ਵਾਲੀ I1 ਵਾਲੀ। ਸਮਝ ਲੱਗੀ ਗੱਲ? Yes, sir. Yes, sir. ਸੋ ਹੁਣ ਥੋੜਾ ਕਾਫੀ ਭੈੜਾ ਡਾਇਗਰਾਮ ਹੈ, ਇਹਨੂੰ ਭੈੜੇ ਡਾਇਗਰਾਮ ਥੋੜਾ ਬਣਾਈਏ। 1 ਤੋਂ ਸ਼ੁਰੂ ਕਰੀਏ। 3 5 ਜਿਹੜਾ ਪੁਆਇੰਟ ਹੈ ਉਸ 3 5 ਪੁਆਇੰਟ ਤੱਕ ਦੱਸੋ ਕਿੰਨੀ ਰੈਜ਼ਿਸਟੈਂਸ ਲਾਵਾਂ ਮੈਂ? R by R by 2 R by 2. ਫਿਰ ਉਸ ਤੋਂ ਬਾਅਦ ਉਸ ਤੋਂ ਅਗਲੇ ਪੁਆਇੰਟ ਤੱਕ ਵੀ 4 8 ਤੱਕ R by 2। yes sir ਫਿਰ ਉਸ ਤੋਂ ਬਾਅਦ 2 ਪੁਆਇੰਟ ਤੱਕ ਵੀ R by 2 R by 2। ਫਿਰ ਇੱਥੇ ਨੀਚੇ 1.6 ਹੈਗਾ, ਉਹਦੇ ਨਾਲ ਵੀ R by 2। ਫਿਰ 67 ਵਿੱਚ R R ਤੇ 7 ਦੇ ਨਾਲ ਫਿਰ 4 8 ਵਿੱਚ R by 2 R by 2 R by 2 ਤੇ ਫਿਰ 1 ਦੇ ਨਾਲ ਤੇ ਇਹਦੇ ਨਾਲ ਜਿਹੜੀ ਆ ਹੈਗੀ ਆ R ਇਹ ਬਹੁਤ ਸੌਖਾ ਬਣ ਗਿਆ। ਅਦਰਵਾਈਜ਼ ਤੁਸੀਂ ਸੋਚ ਸਕਦੇ ਹੋ ਬਹੁਤ ਆਰਾਮ ਨਾਲ, ਬਹੁਤ ਹੀ ਤੇਜ਼ੀ ਨਾਲ ਕਿ ਆ ਤਿੰਨੋਂ ਕੀ ਹੋ ਗਏ, 2R. ਇਹ ਸੀਰੀਜ਼ ਚ ਹੋ ਗਏ ਨਾ, ਉੱਪਰਲੇ R by 2 ਨਾਲ ਪੈਰਲਲ, ਫਿਰ ਉਹ ਟੋਟਲ ਮਿਲਾ ਕੇ ਉਸ R by 2 ਤੇ R by 2 ਸਾਈਡ ਵਾਲੇ ਨਾਲ ਸੀਰੀਜ਼, ਫਿਰ ਉਹ R ਨਾਲ ਪੈਰਲਲ। ਹੁਣ ਕਰਕੇ ਦੇਖੋ ਮਹਿਕ ਜੀ ਕੀ ਆਇਆ ਆਨਸਰ, ਸਾਰੇ ਨੇ ਕੈਲਕੂਲੇਟ ਕਰੋ। 4.5 R 4.5 R ਟੋਟਲ ਆ ਗਿਆ। ਹਾਂਜੀ ਇਹ ਪਹਿਲੇ ਕੈਲਕੂਲੇਟ ਕਰ ਲਿਆ ਸੀ ਕਿ ਹੁਣੇ ਕੀਤਾ? ਨਹੀਂ ਸਰ ਮੈਂ ਵੀ ਪਹਿਲਾਂ ਹੀ ਕਰ ਲਿਆ, ਮੈਂ ਉਹ ਦੂਜੇ ਮੈਥਡ ਨਾਲ ਕੀਤਾ ਪੁਆਇੰਟਸ ਲੈਣੇ। ਅੱਛਾ ਉਹ ਉੜਾ ਨਾਮ ਰੱਖਤਾ ਹੋਣਾ ਜਿਵੇਂ ਉਵੇਂ ਕਰਕੇ। ਹਾਂਜੀ ਦੇਖ ਲਓ ਵੀ ਕਿੰਨਾ ਬਣਿਆ, ਇਹ ਬਣ ਗਿਆ 2R ਤੇ R by 2, ਇਹ ਆਊਗਾ 2R ਤੇ R by 2। ਮੈਨੂੰ ਤੇਰਾ ਆਨਸਰ ਸਹੀ ਨਹੀਂ ਲੱਗ ਰਿਹਾ, ਪਤਾ ਨਹੀਂ ਕਿਉਂ। ਫਿਰ 2R by 3 ਹੋ ਗਿਆ। 2R by 3 ਜਿਹੜਾ ਆ ਉਹਦੇ ਵਿੱਚ ਫਿਰ R by 2 ਤੇ R by 2 ਦੋਨੋਂ ਐਡ ਕਰੋਗੇ ਤਾਂ R ਐਡ ਹੋ ਜਾਊਗਾ, ਇਹ ਆ ਜਾਊਗਾ 5R by 3। 5R by 3 ਦਾ R ਦੇ ਨਾਲ ਪੈਰਲਲ ਚ 5R by 3 into R by 5R by 3 plus 8R by 3 ਤੇ ਇਹ ਆ ਜਾਊਗਾ ਦੇਖਿਓ ਵੀ ਕਰਕੇ ਸਾਰੇ ਜਣੇ, R ਨਾਲ ਕੱਟਿਆ ਗਿਆ 3 by 8, 5R by 8 ਆਇਆ ਨਾ, ਦੇਖਿਓ ਚੈੱਕ ਕਰੋ ਸਾਰੇ ਜਣੇ। ਸਭ ਦਾ ਹੀ ਆ ਰਿਹਾ? कि नहीं आ रहा? गुरान स्ट्रक्चर यही बनाया तेरा? हाँ जी सर स्ट्रक्चर है, मेरी कैलकुलेशन में मिस्टेक होगी होगी। हाँ और मेरी भी हो सकती भाई, तू अपना ते नाउ नाउ कर, मेरी भी हो सकती है, मैं भी जल्दी किया वा। ठीक है चलो इन्हें देख लियो, कर लियो हुन ਤੁਹਾਨੂੰ ਪਤਾ ਬੇਸਿਕ। ਹਾਂਜੀ ਹਾਂਜੀ Sir, current ਸਿੱਧਾ 1 to 2 ਕਿਉਂ ਨਹੀਂ ਜਾ ਰਿਹਾ, ਬਾਕੀ ਸਾਰੇ ਵਿੱਚ ਕਿਉਂ ਜਾ ਰਿਹਾ? ਕੋਈ ਈਜ਼ੀ ਵੇ ਤਾਂ ਹੈ? ਹਾਂ ਈਜ਼ੀ ਵੇ ਤਾਂ ਉਹਦੇ ਕੋਲ ਹੈਗਾ, ਬਾਕੀ ਸਾਰਿਆਂ ਵਿੱਚ ਜੇ ਰੈਜ਼ਿਸਟੈਂਸ ਇਨਫਾਈਨਾਈਟ ਹੁੰਦੀ ਤਾਂ ਉਹਨੇ 1 ਤੋਂ 2 ਚਲੇ ਜਾਣਾ ਸੀ, ਉਹਨੇ ਕਹਣਾ ਇਹ ਦਫਾ ਹੋਵੇ ਉਹ ਰਸਤਾ। ਠੀਕ ਹੈ ਪਰ ਇੱਥੇ ਉਹ ਜਿਹੜੀ ਸਾਰਿਆਂ ਦੀ ਬਾਕੀ ਰੈਜ਼ਿਸਟੈਂਸ ਆ ਉਹ ਇਨਫਾਈਨਾਈਟ ਤਾਂ ਨਹੀਂ ਨਾ ਹੈ, Yes, sir. इसलिए वो कुछ करंट जाएगा, बहुत थोड़ा थोड़ा जाएगा इधर उधर, ਤੇ 1 ਤੋਂ 2 ਸਭ ਤੋਂ ਜ਼ਿਆਦਾ ਕਰੰਟ ਜਾਏਗਾ। ਇੱਥੇ I1 ਦੀ ਜਿਹੜੀ ਵੈਲਿਊ ਹੈ ਉਹ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਹੋਏਗੀ, ਕਿਉਂਕਿ ਇੱਥੇ ਉਹ ਸਿੱਧਾ ਹੀ ਪਹੁੰਚ ਗਿਆ ਡਾਇਰੈਕਟਲੀ, ਤੇ ਇੱਥੇ ਰੈਜ਼ਿਸਟੈਂਸ ਇਸ ਪਾਥ ਦੀ ਘੱਟ ਹੈ, ਬਾਕੀ ਪਾਥ ਤੋਂ ਵੀ ਅੱਗੇ ਸਬ ਪਾਥ ਐਂਡ ਆਲ ਦੈਟ ਬਣ ਰਿਹਾ। ਸੋ ਬੇਸਿਕਲੀ ਆ ਬਣ ਰਿਹਾ, ਦੇਖ ਅਸਲ ਵਿੱਚ ਆ ਬਣ ਰਿਹਾ, ਇਹ ਆ ਬੇਸਿਕਲੀ ਕਰੰਟ ਇੱਥੋਂ ਆਏਗਾ। ਹੁਣ ਆ ਕਰੰਟ ਇੱਥੋਂ ਨਿਕਲੇਗਾ, ਕੁਝ ਉੱਪਰੋਂ ਜਾਏਗਾ, ਉੱਪਰੋਂ ਜਿਵੇਂ ਜਾਏਗਾ ਤੇ ਡਿਸਟ੍ਰੀਬਿਊਸ਼ਨ ਹੋਏਗੀ, ਫਿਰ ਇੱਧਰ ਆ ਜਾਏਗਾ ਕਰੰਟ ਇਕੱਠਾ ਹੋਏਗਾ, ਫਿਰ ਇੱਥੇ ਫਿਰ ਇਕੱਠਾ ਹੋ ਕੇ ਫਿਰ ਇੱਧਰ ਜਾਏਗਾ, ਫਿਰ ਇਹ ਮਿਲ ਕੇ ਇੱਧਰ ਪਹੁੰਚੇਗਾ। ਠੀਕ ਹੈ Yes, sir. ਕਰੰਟ ਜਿਹੜਾ ਹੈ ਨਾ ਬੜਾ ਭੋਲਾ ਆ, ਬਸ ਉਹਨੂੰ ਜਿੱਧਰ ਸਭ ਤੋਂ ਘੱਟ ਰੈਜ਼ਿਸਟੈਂਸ ਮਿਲਦੀ ਹੈ ਉਧਰ ਨੂੰ ਸਭ ਤੋਂ ਜ਼ਿਆਦਾ ਜਾਂਦਾ ਹੈ ਉਹ। ਜੇ ਇੱਕ ਪਾਸੇ ਬਿਲਕੁਲ ਹੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੋ ਜਾਏ ਤਾਂ ਉਧਰ ਨਹੀਂ ਜਾਏਗਾ ਉਹ, ਹੈ ਨਾ? Yes, sir. ਹੁਣ ਜਿਵੇਂ ਰਸਤੇ ਹੁੰਦੇ ਨੇ, ਕਈ ਰਸਤੇ, ਇੱਕ ਰਸਤਾ ਮੰਨ ਲਓ ਕਾਫੀ ਔਖਾ ਆ, ਆਫ ਰੋਡ ਆ, ਹਨਾ, ਪੱਥਰ ਨੇ ਬਹੁਤ ਸਾਰੇ, ਪਾਣੀ ਆ ਬਹੁਤ ਸਾਰਾ,
ਤੇ ਉਧਰੋਂ ਬੰਦੇ ਘੱਟ ਪ੍ਰੈਫਰ ਕਰਦੇ ਨੇ ਨਾ, ਉਹ ਕਹਿੰਦੇ ਯਾਰ ਜਿੱਧਰ ਪਾਸੇ ਸੜਕ ਵਧੀਆ ਉਧਰ ਪਾਸੇ ਚੱਲੋ। ਫਿਰ ਵੀ ਕੁਝ ਬੰਦੇ ਕਮਲੇ ਹੁੰਦੇ ਆ ਜਿਹੜੇ ਉਹ ਮਾੜੇ ਰਸਤੇ ਚਲੇ ਜਾਂਦੇ ਆ, ਤੇ ਮਾੜੇ ਰਸਤੇ ਉਹ ਫਿਰ ਪਰ ਜਾਣ ਵਾਲੇ ਘੱਟ ਹੋਣਗੇ। ਪਰ ਜੇ ਉਧਰ ਹੁਣ ਵੱਡਾ ਵੱਡਾ ਆ ਕੇ ਪਹਾੜ ਹੀ ਗਿਰ ਜਾਵੇ ਰਸਤੇ 'ਚ, ਬਿਲਕੁਲ ਹੀ ਬਲੌਕ ਹੋ ਜਾਵੇ, ਫਿਰ ਉਹਨਾਂ ਨੂੰ ਵੀ ਫਿਰ ਉਹੀ ਰਸਤੇ ਜਾਣਾ ਪੈਣਾ ਨਾ ਜਿਹੜਾ ਪਹਿਲਾਂ ਵਾਲਾ ਜਿਸ 'ਚ ਸਾਰੇ ਗਏ ਆ। Yes, sir. ਐ ਹੁੰਦਾ ਉਹ ਕੰਮ ਕਰੰਟ ਦਾ ਵੀ, ਜਦੋਂ ਬਿਲਕੁਲ ਹੀ ਰੈਜ਼ਿਸਟੈਂਸ ਇਨਫਾਈਨਾਈਟ ਹੋ ਗਈ, ਯਾਨੀ ਵਧਾਈ ਜੋ ਤੁਸੀਂ ਉਧਰ ਉੱਪਰ ਇੰਨੀ ਜ਼ਿਆਦਾ ਰੈਜ਼ਿਸਟੈਂਸ ਲਗਾਓ, ਉਹਨੇ 'ਚ ਜਾਏਗਾ ਕਰੰਟ। ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਇੱਕ ਬੇਸਿਕ ਆਈਡੀਆ ਹਿਮਾਨੀ, ਜਿਵੇਂ ਮੰਨ ਲਾ ਜੇ ਮੈਂ ਇੱਥੇ ਲਗਾ ਦੇਵਾਂ 1 ਓਮ, ਹਨਾ, Yes, sir. ਇੱਧਰ ਲਗਾ ਦੇਵਾਂ ਮੈਂ 1 ਕਰੋੜ ਓਮਸ, ਯਾਰ ਪਤਾ ਨਹੀਂ ਕਿੰਨੇ ਜ਼ੀਰੋ ਲੱਗ ਗਏ, ਚਲੋ ਜੋ ਵੀ ਹੈ, ਠੀਕ ਹੈ। ਤਾਂ ਜੇ ਮੈਂ Yes. ਕਹਾਂ ਕਿ ਇੱਥੋਂ 5 एम्पियर करंट आ रहा, प्रैक्टिकली आई कैन से दैट 5 एम्पियर ही जाएगा, इधर ऊपर नहीं जाएगा, प्रैक्टिकली आई कैन से, समझ लगी Yes. हाँ जी sir, हाँ जी। पर असल ਵਿੱਚ ਹੋਏਗਾ ਕਿ ਡਿਸਟ੍ਰੀਬਿਊਸ਼ਨ ਤੁਹਾਨੂੰ ਕਰਨੀ ਆਉਂਦੀ ਹੈ ਕਰੰਟ ਦੀ, ਕਿਵੇਂ ਕਰਦੇ ਆ ਹਨਾ। Yes, sir. ਕਰੰਟ ਕੀ ਹੁੰਦਾ 5 एम्पियर, ਜਿਵੇਂ ਉੱਪਰਲੀ ਵਾਇਰ ਦਾ ਜਾਂ ਕਰੰਟ I1 ਹੋਏਗਾ, ਨੀਚੇ ਵਾਲਾ I2 ਹੋਏਗਾ, ਤਾਂ I1 ਜਿਹੜਾ ਹੋਏਗਾ ਉਹ ਬੇਸਿਕਲੀ ਹੋਏਗਾ I ਯਾਨੀ 5 एम्पियर, ਇਧਰ ਕੀ ਕਰਦੇ ਆ 1 ਓਵਰ R1 हाँ I1 जो भी by over 1 by R1 plus 1 by 1 by R1 and 1 by this I2. ना I है ना। Yes, yes, sir. ਇਹਨੂੰ ਸੋल्व ਕਰਕੇ ਦੇਖੀ तो I1 ਕਾਫੀ 0 ਦੇ ক্লোਜ਼ ਆਊਗਾ, ਠੀਕ ਹੈ। Yes, sir. हाँ जी। ਤੇ I2 ਜ਼ਿਆਦਾ ਆਊਗਾ, ਤੇ ਉਹਦੇ ਕਰਕੇ ਫਿਰ ਗੱਲ ਇਹ ਆ ਬਈ ਮਤਲਬ ਆਪਾਂ ਮੰਨ ਲੈਣੇ ਪ੍ਰੈਕਟੀਕਲੀ ਇਧਰੋਂ ਇੰਨਾ ਹੀ ਕਰੰਟ ਜਾਏਗਾ। हाँ जी, ਹੁਣ sir. ਇਜ਼ੀ ਲਈ ਜਦੋਂ ਆਪਾਂ ਆਈਡੀਅਲ ਵੋਲਟਮੀਟਰ ਲਗਾਉਂਦੇ ਆ ਨਾ, ਵੋਲਟਮੀਟਰ ਲਗਾਉਂਦੇ ਆ ਕਿਸੇ ਦਾ ਮੰਨ ਲਓ ਪਤਾ ਕਰਨਾ ਸੀ ਪੋਟੈਂਸ਼ੀਅਲ ਡਿਫਰੈਂਸ ਇਸ ਰੈਜ਼ਿਸਟੈਂਸ ਦੇ ਅਕ੍ਰੋਸ, ਮੈਂ ਇਹਦਾ ਪਤਾ ਕਰ ਸਰਕਟ ਤਾਂ ਮੇਰਾ ਇਹ ਹੈ, ਮੈਂ ਇਹ ਚ ਪਤਾ ਕਰਨਾ ਸੀ। ਕਿਸੇ ਬੰਦੇ ਨੇ ਕਿਹਾ ਦੇ ਅਕ੍ਰੋਸ ਵੋਲਟਮੀਟਰ ਲਾਓ, ਮੈਂ ਜੇ ਵੋਲਟਮੀਟਰ ਵਿੱਚੋਂ ਕਰੰਟ ਨਹੀਂ ਜਾਊਗਾ ਫਿਰ ਤਾਂ ਵੋਲਟਮੀਟਰ ਰੀਡਿੰਗ ਵੀ ਕਿਵੇਂ ਦਊਗਾ ਨਾ, ਥੋੜਾ ਜਿਹਾ ਜਾਣਾ ਪੈਣਾ। ਪਰ ਮੈਂ ਵੋਲਟਮੀਟਰ ਇਹ ਜਿਹਾ ਲਿਆ ਜਿਹਦੀ ਰੈਜ਼ਿਸਟੈਂਸ ਬਹੁਤ ਹਾਈ ਹੈ, ਤਾਂ ਇਹਦੇ ਵਿੱਚੋਂ ਇਹ ਜਿਹੜਾ ਆਈ ਕਰੰਟ ਹੈ ਲਗਭਗ ਤਾਂ ਕਿ ਇੱਥੋਂ ਹੀ ਜਾਏਗਾ ਸਾਰਾ, ਕਿਉਂਕਿ ਇਹ ਆਈਡੀਅਲ ਹੈ, ਯਾਨੀ ਇਹਦੀ ਰੈਜ਼ਿਸਟੈਂਸ ਆਪਾਂ ਮੰਨ ਕੇ ਚੱਲਦੇ ਬਹੁਤ ਜ਼ਿਆਦਾ ਹੈ, ਜਾਂ ਫਿਰ ਕਿ ਇਹ ਚ ਇੰਨਾ ਘੱਟ ਕਰੰਟ ਜਾਂਦਾ ਹੈ ਕਿ ਮੈਕਸਿਮਮ ਸਾਰਾ ਇੱਥੋਂ ਹੀ ਲੰਘ ਜਾਂਦਾ ਜਿੰਨਾ ਇੱਥੋਂ ਨਿਕਲਦਾ, ਠੀਕ ਹੈ ਗੱਲ। Yes, sir. ਜੇ ਵੋਲਟਮੀਟਰ ਦੀ ਤੁਸੀਂ ਰੈਜ਼ਿਸਟੈਂਸ ਘਟਾਈ ਜਾਓਗੇ ਆਈਡੀਅਲ ਨਹੀਂ ਰਹੇਗਾ, ਫਿਰ ਕੁਝ ਕਰੰਟ ਉੱਪਰੋਂ ਜਾਏਗਾ, ਫਿਰ ਅਸਲੀ ਵਿੱਚ ਜਿੰਨਾ ਇਹਦਾ IR ਆਣਾ ਚਾਹੀਦਾ ਸੀ ਉਹ IR ਦੇ ਬਜਾਏ ਕੁਝ ਹੋਰ ਆਏਗਾ I ਡੈਸ਼ ਇਨਟੂ R, ਫਿਰ ਉਹ ਤੁਹਾਡੀ ਰੀਡਿੰਗ ਗਲਤ ਆਣੀ ਸ਼ੁਰੂ ਹੋ ਜਾਏਗੀ, ਇਟ ਮੀਨਸ ਉਹ ਆਈਡੀਅਲ ਵੋਲਟਮੀਟਰ ਨਹੀਂ ਹੈ। ਇਸ ਲਈ ਸਿਰਫ ਵੋਲਟਮੀਟਰ ਨਾਲ ਜ਼ਿਆਦਾ ਅੱਛਾ EMF ਵਗੈਰਾ ਮੇਜਰ ਕਰਨ ਲਈ ਕਿਹਨੂੰ ਮੰਨਦੇ ਆ, ਪੋਟੈਂਸ਼ੀਓਮੀਟਰ ਨੂੰ, ਕਿਉਂਕਿ ਉਹ ਪੋਟੈਂਸ਼ੀਓਮੀਟਰ ਬੈਲੈਂਸ ਪੁਆਇੰਟ ਤੇ ਕੰਮ ਕਰਦਾ ਹੈ ਨਾ, ਯਾਨੀ ਕਿ ਜਿੱਥੇ ਕਿ ਕਰੰਟ ਫਲੋ ਕਰਨਾ ਬੰਦ ਕਰ ਦੇਵੇ, ਉਹਦਾ ਪਰਪਸ ਹੀ ਇਹੀ ਹੈ, ਮਤਲਬ ਉਹਦਾ ਪ੍ਰੋਸੀਜਰ ਇਹੀ ਹੈ, ਇਸ ਤਰ੍ਹਾਂ ਕੰਮ ਕਰਦਾ, ਠੀਕ ਹੈ। ਬਾਕੀ ਇਸ ਤਰ੍ਹਾਂ ਦਾ ਵਧੀਆ ਸਵਾਲ ਹੈ, ਦੇਖੋ ਸੋਚਣਾ ਚਾਹੀਦਾ ਤੁਹਾਨੂੰ ਵੀ ਸਾਰਿਆਂ ਨੂੰ ਕਿ ਵੀ ਉਹ ਸਿੱਧਾ ਹੀ ਕਿਉਂ ਨਹੀਂ ਚਲਾ ਗਿਆ ਹਨਾ, ਉਧਰ ਕਿਉਂ ਇੰਨਾ ਗੇੜਾ ਮਾਰਦਾ ਪਿਆ ਬਿਨਾਂ ਮਤਲਬ ਹੀ। ਸੋ ਇਹ ਸਭ ਚੀਜ਼ਾਂ ਸੋਚਣੀ ਚਾਹੀਦੀਆਂ ਤੁਹਾਨੂੰ, ਬਹੁਤ ਵਧੀਆ ਸਵਾਲ ਸੀ। ਸੋ ਠੀਕ ਹੈ, ਇਸ ਤਰ੍ਹਾਂ ਤੁਸੀਂ ਹੋਰ ਸੋਚੋ ਕੁਝ ਹੋਰ, ਤੇ ਫਿਲਹਾਲ ਤੁਸੀਂ ਕੀ ਕਰੋ ਵੀ ਤੁਹਾਡੇ ਕੋਲ ਬੁਕਲੈਟਸ ਹੈਗੀ ਨਾ ਸਾਰਿਆਂ ਕੋਲ? Yes, sir. Yes, sir. Yes, sir. ਹਾਰਡ ਕਾਪੀ ਮਿਲ ਗਈ ਹੈ? Yes, sir. Yes. Yes, sir. ਅੱਛਾ ਠੀਕ ਹੈ, ਫਿਰ ਤਾਂ ਵਧੀਆ ਗੱਲ ਹੈ। ਫੋਰ ਜਿਹੜੀ ਬੁਕਲੈਟ ਹੈਗੀ ਹੈ, ਬੁਕਲੈਟ ਦੇ ਵਿੱਚੋਂ ਨਾ ਤੁਸੀਂ ਕੰਮ ਦੇਖ ਲਓ ਕਿੱਥੋਂ ਕਰਨਾ ਆ, ਲਗਭਗ पेज नंबर पेज नंबर 150 ਤੋਂ ਬਾਅਦ ਨਾ ਤੁਸੀਂ ਦੇਖ ਲਿਓ, ਉਹਦੇ ਵਿੱਚ ਆਪਣੇ ਆਪ ਹੀ ਪ੍ਰੋਬਲਮਸ ਹੋਣਗੀਆਂ ਜਿਹੜੀਆਂ ਤੁਸੀਂ ਨਾ ਬਸ ਉਹ ਪ੍ਰੋਬਲਮ ਨਾ ਕਰਿਓ, ਮਤਲਬ ਮੈਂ ਇਹ ਦੱਸਣਾ ਤੁਹਾਨੂੰ ਜਿਸ ਚ ਗੈਲਵਾਨੋਮੀਟਰ ਲੱਗਿਆ ਹੋਵੇ, ਉਹਦੀ ਡਿਫਲੈਕਸ਼ਨ ਦੀ ਗੱਲ ਹੋਵੇ, ਫੁੱਲ ਸਕੇਲ ਡਿਫਲੈਕਸ਼ਨ ਦੀ ਗੱਲ ਹੋਵੇ, ਸਾਰਾ ਕੰਮ ਆਪਣਾ ਅਗਲੇ ਯੂਨਿਟ ਚ ਮੈਂ ਕਰਾਂਗਾ, ਅਗਲੇ ਯੂਨਿਟ ਚ ਆਂਦਾ ਹੀ ਹੈ ਉਹ ਬੇਸਿਕਲੀ। ਪਰ HCV ਦੇ ਵਿੱਚ ਵੀ ਤੁਹਾਨੂੰ ਮਿਲ ਸਕਦੀਆਂ ਨੇ ਪ੍ਰੋਬਲਮਸ। HC ਵਰਮਾ ਦੇ ਵਿੱਚੋਂ ਪਹਿਲੇ 50 ਕੁਐਸਚਨ ਜਿਹੜੇ ਨੇ ਉਹ ਸਾਰਿਆਂ ਨੇ ਕਰਨੇ ਆ, ਮੈਡੀਕਲ ਨਾਨ ਮੈਡੀਕਲ ਸਾਰਿਆਂ ਨੇ, ਠੀਕ ਹੈ, ਮੈਡੀਕਲ ਤੇ ਨਾਨ ਮੈਡੀਕਲ ਸਾਰਿਆਂ ਨੇ ਕਰਨੇ ਆ। ਸੋ ਫਿਲਹਾਲ ਮੈਂ ਤੁਹਾਨੂੰ ਕੁਝ ਹੋਰ ਪ੍ਰੋਬਲਮਸ ਵੀ ਦੱਸੂਗਾ, ਇਹਦੇ ਚ ਕੁਝ ਹੋਰ ਨਵਾਂ ਵੀ ਦੱਸੂਗਾ, ਅਗਲਾ ਇੱਕ ਲੈਕਚਰ ਹੋਰ, ਫਿਰ ਇੱਕ ਲੈਕਚਰ ਹੋਰ, ਫਿਰ HC ਵਰਮਾ ਦੀਆਂ ਪ੍ਰੋਬਲਮਸ ਨੂੰ ਲੈ ਕੇ ਆਪਾਂ ਬਿਲਕੁਲ ਪੂਰਾ ਲੈਕਚਰ ਲਗਾਵਾਂਗੇ, HC ਵਰਮਾ ਦੀ ਚੰਗੀ ਤਰ੍ਹਾਂ ਡਿਟੇਲ ਚ ਪ੍ਰੋਬਲਮ ਸਿੱਖਾਂਗੇ, ਠੀਕ ਹੈ। ਉਹਦੇ ਚ ਹੋਰ ਸਿੱਖਣ ਦਾ ਮੌਕਾ ਮਿਲੇਗਾ, ਤੇ ਫਿਰ ਆਪਾਂ ਟੈਸਟ ਲਵਾਂਗੇ ਕਰੰਟ ਇਲੈਕਟ੍ਰਿਸਿਟੀ ਦਾ, ਠੀਕ ਹੈ ਜੀ। ਥੈਂਕ ਯੂ। Okay, sir. Thank you, sir.
Thank you, sir. Thank you, sir.